ਹੈਗੇ ਆ, ਮੇਰੇ ਤੋਂ ਵੱਡੇ ਆ ਸਾਰੇ, ਅਤੇ ਮੈਂ ਉਹਨਾਂ ਦੀ ਰਿਸਪੈਕਟ ਕਰਦਾ ਕਿ ਉਹ ਮੈਨੂੰ ਸੁਣਨ ਦੇ ਲਈ ਜਾਂ ਤੁਸੀਂ ਬਾਈ ਜੀ ਦੀ ਜਾਣਕਾਰੀ ਲੈਣ ਦੇ ਲਈ ਤੁਸੀਂ ਇੱਥੇ ਪਹੁੰਚੇ ਹੈਗੇ ਹੋ। ਅਤੇ ਆਪਾਂ ਅਗਰ ਤੁਹਾਡਾ ਕੋਈ ਵੀ ਸਵਾਲ ਹੈਗਾ ਪਹਿਲਾਂ ਆਪਾਂ ਉਸ ਨੂੰ ਲੈ ਲੈਂਦੇ ਹਾਂ। ਮੈਂ ਜਿਹੜੀਆਂ ਗੱਲਾਂ ਕਰਨੀਆਂ ਹੈਗੀਆਂ ਲਗਭਗ ਮੈਂ ਤੁਹਾਡਾ 40 ਮਿੰਟ ਦਾ ਸਮਾਂ ਲਵਾਂਗਾ। ਵੈਸੇ ਤਾਂ ਮੈਨੂੰ ਲੱਗਦਾ ਵੀ ਸਵਾਲ ਖੇਤੀ ਦੇ ਵਿੱਚ ਕਦੇ ਮੁੱਕਦੇ ਨਹੀਂ ਹੈਗੇ ਅਤੇ ਮੁੱਕਣੇ ਵੀ ਨਹੀਂ ਚਾਹੀਦੇ ਹੈਗੇ, ਕਿਉਂਕਿ ਇਹ ਵਿਸ਼ਾ ਹੀ ਬਹੁਤ ਵੱਡਾ। ਜਿਹੜਾ ਤੁਹਾਡਾ ਏਰੀਆ ਹੈਗਾ ਇੱਥੇ 7-8 ਫਸਲਾਂ 12 ਮਹੀਨਿਆਂ 'ਚ ਹੋ ਜਾਂਦੀਆਂ। ਸਰਦੀਆਂ ਦੇ ਵਿੱਚ ਤੁਸੀਂ ਸਰੋਂ, ਕਣਕ, ਬਰਸੀਮ, ਜਵੀਂ, ਜੌਂ ਇਹ ਫਸਲਾਂ ਲਾਉਂਦੇ ਹੋ, ਅਤੇ ਗਰਮੀਆਂ ਦੇ ਵਿੱਚ ਤੁਸੀਂ ਗੁਆਰਾ, ਬਾਜਰਾ, ਝੋਨਾ, ਨਰਮਾ ਇਹ ਆਮ ਲਾਉਂਦੇ ਹੋ। ਸਮੱਸਿਆਵਾਂ ਸਾਰੀਆਂ ਫਸਲਾਂ ਦੀਆਂ ਅਲੱਗ-ਅਲੱਗ ਹੋਣਗੀਆਂ, ਪਰ ਆਪਣੇ ਖਿੱਤੇ ਦੀ, ਆਪਣੇ ਵਰਗ ਦੀ, ਫਾਰਮਰਾਂ ਦੇ, ਕਿਸਾਨਾਂ ਦੇ ਵਰਗ ਦੀ ਇੱਕ ਸਮੱਸਿਆ ਹੈਗੀ ਹੈ ਬਹੁਤ ਵੱਡੀ ਕਿ ਅਗਰ ਆਪਾਂ ਕੋਈ ਦੁਕਾਨ ਵੀ ਕਰਨੀ ਹੈਗੀ ਆ ਜਾਂ ਵਰਕਸ਼ਾਪ ਵੀ ਚਲਾਉਣੀ ਹੈਗੀ ਹੈ, ਘੱਟੋ ਘੱਟ ਦੇ 2 ਸਾਲ ਆਪਾਂ ਕੰਮ ਸਿੱਖਦੇ ਹਾਂ। ਪਰ ਖੇਤੀ ਦੇ ਵਿੱਚ +2 ਦੇ ਪੇਪਰਾਂ ਤੋਂ ਬਾਅਦ ਅਗਲੇ ਦਿਨ ਟਰੈਕਟਰ 'ਤੇ ਬੈਠੇ ਹੁੰਦੇ ਹਾਂ। ਇੱਕ ਵਾਰ ਪਾਣੀ ਦੀ ਵਾਰੀ ਲਾ ਲਈ, ਇੱਕ ਵਾਰੀ ਰੇਹ ਖਿਲਾਰਤੀ, ਟਰੈਕਟਰ ਨਾਲ ਵਾਹ ਕੇ ਦੇਖ ਲਿਆ, ਬਸ ਇੰਨਾ ਕੀ ਪੇਪਰ ਆਪਾਂ ਖੇਤੀ ਦੇ ਵਿੱਚ ਪਾਸ ਹੋਣ ਲਈ ਮੰਨਿਆ ਹੋਇਆ। ਪਰ ਖੇਤੀ ਦਾ ਕੋਈ ਅੰਤ ਹੀ ਨਹੀਂ ਹੈਗਾ, ਉਹਦੇ ਵਿੱਚ ਸਿੱਖਣ ਦੇ ਲਈ ਕੋਈ ਉਮਰ ਹੀ ਨਹੀਂ ਹੈਗੀ, ਕੋਈ ਸਮਾਂ ਹੀ ਨਹੀਂ ਹੈਗਾ, ਕੋਈ ਕਲਾਸ ਹੀ ਨਹੀਂ ਹੈਗੀ। ਜਦੋਂ ਵੀ ਅਸੀਂ ਕਿਸੇ ਸਾਇੰਟਿਸਟ ਦੇ ਨਾਲ ਗੱਲ ਕਰਦੇ ਹਾਂ, ਡਾਕਟਰ ਦੇ ਨਾਲ ਗੱਲ ਕਰਦੇ ਹਾਂ, ਮੇਰੀ ਦਿਲੋਂ ਤਮੰਨਾ ਹੁੰਦੀ ਹੈ ਕਿ ਉਹਨੂੰ ਇਹ ਪੁੱਛਿਆ ਜਾਵੇ ਵੀ ਤੁਹਾਡੀ ਖੇਤੀ ਕਿੰਨੇ ਕਿੱਲਿਆਂ ਦੀ ਹੈ, ਵੀ ਤੁਸੀਂ ਖੁਦ ਖੇਤੀ ਕਰਦੇ ਹੋ। ਜੇ ਉਹ ਖੇਤੀ ਕਰਦੇ ਹੈਗੇ ਤਾਂ ਮੈਨੂੰ ਲੱਗਦਾ ਬਹੁਤ ਗੱਲਾਂ ਉਹ ਫਿਰ ਹਲਕੀਆਂ ਗੱਲਾਂ ਨਹੀਂ ਕਰਨਗੇ, ਉਹ ਸਿਰਫ ਭਾਰੀਆਂ ਗੱਲਾਂ ਹੀ ਕਰਨਗੇ। ਤਾਂ ਥੋੜ੍ਹਾ ਜਿਹਾ ਆਪਾਂ ਨੂੰ ਬਾਰਿਸ਼ ਨੇ ਡਿਸਟਰਬ ਕੀਤਾ ਹੈਗਾ, ਪਰ ਮੈਨੂੰ ਲੱਗਦਾ ਜਿੰਨੇ ਵੀ ਤੁਸੀਂ ਫਾਰਮਰ ਆਏ ਹੈਗੇ ਹੋ, ਤੁਹਾਡੇ ਜਿਹੜੇ ਝੋਨੇ ਦੇ ਨਾਲ ਜੁੜੇ ਹੋਏ ਜਾਂ ਨਰਮੇ ਦੇ ਜੁੜੇ ਨਾਲ ਸਵਾਲ ਹੋਏ, ਆਪਾਂ ਸਾਰੇ ਸਵਾਲ ਲਵਾਂਗੇ। ਪਰ ਪਹਿਲਾਂ ਮੈਂ ਆਪਣੀ ਤਰਫ ਤੋਂ ਜੋ ਤੁਹਾਨੂੰ ਦੱਸਣਾ ਚਾਹੁੰਦਾ ਹੈਗਾ ਉਹਦੇ ਬਾਰੇ ਆਪਾਂ ਗੱਲਬਾਤ ਕਰ ਲੈਣੇ ਹੈਗੇ ਆ। ਤੁਹਾਡੇ ਜ਼ਿਆਦਾ ਇੱਥੇ ਹੁਣ ਨਵੀਆਂ ਬਾਸਮਤੀ ਕਿਸਮਾਂ ਦਾ ਰੁਝਾਨ ਸ਼ੁਰੂ ਹੋਇਆ। ਪਹਿਲਾਂ ਗੱਲ ਚੱਲ ਰਹੀ ਸੀ ਝੰਡਾ ਰੋਗ ਬਾਰੇ, ਆਪਾਂ ਇਸ ਦੇ ਉੱਤੇ ਥੋੜ੍ਹੀ ਜਿਹੀ ਡਿਸਕਸ਼ਨ ਕਰਦੇ ਹਾਂ 5 ਮਿੰਟ ਦੀ। ਤੁਹਾਡੀ ਕੋਈ ਵੀ, ਮੈਨੂੰ ਤਾਂ ਜ਼ਿਆਦਾ ਖੁਸ਼ੀ ਹੁੰਦੀ ਜੇਕਰ ਤੁਹਾਡੇ ਹੱਥਾਂ ਦੇ ਵਿੱਚ ਪੈਨ ਕਾਪੀਆਂ ਹੁੰਦੀਆਂ, ਤੁਸੀਂ ਕੁਛ ਲਿਖ ਲੈਂਦੇ, ਨਹੀਂ ਤਾਂ ਇੱਥੋਂ ਤੁਸੀਂ ਗੱਲਾਂ ਤਾਂ ਕਿਹਨੇ ਸੇਵ ਕੀਤੀਆਂ ਅੱਜ ਤੱਕ, ਅਤੇ ਗੱਲਾਂ ਸੁਣ ਕੇ ਤੁਸੀਂ ਚਲੇ ਜਾਣਾ ਹੈਗਾ। ਜਾਣਕਾਰੀ ਤੋਂ ਅਸੀਂ ਤੁਹਾਡੇ ਸੇਵ ਨਹੀਂ ਰਹਿਣੀ ਹੈਗੀ। ਤੁਹਾਡੇ ਕੋਲ ਜਦ ਫੋਨ ਹੈਗਾ ਤੁਸੀਂ ਫੋਨ 'ਚ ਰਿਕਾਰਡ ਕਰ ਸਕਦੇ ਹੈਗੇ ਹੋ, ਕਿਉਂਕਿ ਖੇਤੀ ਦੇ ਵਿੱਚ ਜਾਣਕਾਰੀ ਹਰ ਬੰਦਾ ਫ੍ਰੀ ਭਾਲਦਾ ਅਤੇ ਪ੍ਰੋਡਕਟ ਹਰ ਬੰਦਾ ਪੈਸੇ ਦੇਖ ਕੇ ਖਰੀਦਦਾ। ਪ੍ਰੋਡਕਟ ਦਾ ਇੱਕ ਲਿਮਟਿਡ ਟਾਈਮ ਦੇ ਵਿੱਚ ਕੰਮ ਹੁੰਦਾ, ਜਾਣਕਾਰੀ ਜ਼ਿੰਦਗੀ ਭਰ ਕੰਮ ਆਉਣੀ ਹੁੰਦੀ ਹੈ, ਅਤੇ ਆਪਾਂ ਜਿਹੜੀ ਜ਼ਿੰਦਗੀ ਭਰ ਕੰਮ ਆਉਣੀ ਆ ਉਹਨੂੰ ਆਪਾਂ ਬਹੁਤ ਹਲਕੇ 'ਚ ਲੈਂਦੇ ਹੈਗੇ ਹਾਂ। ਇਸੇ ਕਰਕੇ ਆਪਾਂ ਸ਼ਾਇਦ ਇਸ ਕੰਮ ਦੇ ਵਿੱਚ ਆਪਾਂ ਘਾਟਾ ਖਾ ਰਹੇ ਹੈਗੇ। ਮੈਂ ਪਹਿਲਾਂ ਵੀ ਕਾਫੀ ਜ਼ਿਆਦਾ ਇੰਟਰਵਿਊਜ਼ ਦੇ ਵਿੱਚ ਅਤੇ ਆਪਣੇ ਚੈਨਲ ਦੇ ਉੱਪਰ ਅਤੇ ਜਿਹੜੇ ਫਾਰਮਰ ਆਪਾਂ ਮੀਟਅਪ ਕਰ ਰਹੇ ਹਾਂ ਆਪਣੀ ਕਿਤਾਬਾਂ ਦੇ ਬਾਰੇ, ਪਹਿਲਾਂ 2021 ਦੇ ਵਿੱਚ ਆਪਣੀ ਨਰਮੇ ਦੀ ਫਸਲ ਨਾਲ ਸੰਬੰਧ ਕਿਤਾਬ ਆਈ ਸੀ, ਅਤੇ ਇਸ ਵਾਰ ਆਪਾਂ ਝੋਨੇ ਦੀ ਫਸਲ ਨਾਲ ਕਿਤਾਬ ਦਿੱਤੀ ਹੈਗੀ ਹੈ। ਮੈਂ ਖੁਦ ਵੀ ਮੰਨਦਾ ਹੈਗਾ ਕਿਤਾਬਾਂ ਦੇ ਨਾਲ ਖੇਤੀ ਨਹੀਂ ਹੋ ਸਕਦੀ, ਗੱਲਾਂ ਦੇ ਨਾਲ ਵੀ ਨਹੀਂ ਖੇਤੀ ਹੋ ਸਕਦੀ, ਪਰ ਖੇਤੀ ਉਦੋਂ ਵੀ ਹੋ ਰਹੀ ਸੀ ਜਦੋਂ ਕਿਤਾਬ ਨਹੀਂ ਬਣੀ ਸੀ, ਜਦੋਂ ਕਲਮ ਨਹੀਂ ਬਣੀ ਸੀ, ਜਦੋਂ ਟਰੈਕਟਰ ਨਹੀਂ ਬਣਿਆ ਸੀਗਾ, ਕਹੀ ਨਹੀਂ ਬਣੀ ਸੀਗੀ। ਖੇਤੀ ਉਦੋਂ ਵੀ ਹੋ ਰਹੀ ਸੀ, ਉਦੋਂ ਵੀ ਖੇਤੀ ਦੇ ਵਿੱਚੋਂ ਅਨਾਜ ਹੀ ਪੈਦਾ ਹੋ ਰਿਹਾ ਸੀ, ਉਦੋਂ ਵੀ ਉਸ ਖੇਤੀ ਦੇ ਨਾਲ ਬੰਦਾ ਰੋਟੀ ਪੇਟ ਭਰ ਕੇ ਜਿਉਂਦਾ ਰਹਿਣ ਦਾ ਹੀ ਕੰਮ ਕਰ ਰਿਹਾ ਸੀ। ਅੱਜ ਦੇ ਸਮੇਂ ਖੇਤੀ ਕਮਰਸ਼ੀਅਲ ਹੋ ਚੁੱਕੀ ਆ। ਹਰ ਇੱਕ ਚੀਜ਼, ਤੁਸੀਂ ਦਾਣਾ ਮੰਡੀ ਦੇ ਵਿੱਚ ਇੱਥੇ ਆਪਾਂ ਬੈਠੇ ਹਾਂ ਸ਼ੈੱਡ ਥੱਲੇ, ਆਪਾਂ ਜਾਣਕਾਰੀ ਲੈਣ ਆਏ। ਇੱਥੇ ਤੁਹਾਡਾ ਮੇਨ ਕੰਮ ਫਸਲ ਵੇਚਣ ਦਾ, ਅਤੇ ਫਸਲ ਤੁਸੀਂ ਤਾਂ ਵੇਚੋਗੇ ਜੇ ਤੁਹਾਡੇ ਖੇਤ ਦੇ ਵਿੱਚ ਮੈਨੇਜਮੈਂਟ ਜ਼ਿਆਦਾ ਵਧੀਆ ਹੋਊਗਾ। ਵਾਰ-ਵਾਰ ਤੁਸੀਂ ਇੱਕ ਮੱਝ ਦੇ 12 ਸੂਏ ਲੈਂਦੇ ਹੋ, ਮੱਝ ਦੀ ਸਿਹਤ ਚੰਗੀ ਹੈ ਤਾਂ ਕੱਟੀਆਂ ਵਧੀਆ ਹੋਣਗੇ। ਖੇਤ ਦੀ ਸਿਹਤ ਚੰਗੀ ਹੈ ਤਾਂ ਤੁਹਾਡੀਆਂ ਫਸਲਾਂ ਵਧੀਆ ਹੋਣਗੀਆਂ। ਤੁਹਾਡਾ ਮੈਨੇਜਮੈਂਟ, ਤੁਹਾਡਾ ਪ੍ਰਬੰਧਨ ਹੀ ਜੇ ਕਮਜ਼ੋਰ ਆ, ਤੁਹਾਡੀ ਅਵੇਸਲਾ ਪਾਣੀ ਤੁਹਾਡੇ 'ਚ ਇੰਨਾ। ਕੱਲ੍ਹ ਇੱਕ ਫਾਰਮਰ ਦਾ ਫੋਨ ਆਇਆ ਮੈਨੂੰ ਕਿ ਬਾਈ ਜੀ ਮੈਂ 200 ਕਿੱਲੇ ਦਾ ਮਾਲਕ ਹਾਂ ਅਤੇ ਮੇਰੇ ਖੇਤ 'ਚ ਇਹ ਸਮੱਸਿਆਵਾਂ। ਮੈਂ ਕਿਹਾ ਜੀ ਕਿੰਨਾ ਸਮਾਂ ਹੋ ਗਿਆ ਰੂੜੀ ਪਾਈ ਨੂੰ, ਕਿੰਨਾ ਟਾਈਮ ਹੋ ਗਿਆ? ਕਹਿੰਦਾ ਰੂੜੀ ਰਾੜੀ ਪਾਉਣ ਦਾ ਟਾਈਮ ਹੀ ਹੈ ਨਹੀਂ ਗਾ। 200 ਕਿੱਲੇ 'ਚ ਕਹਿੰਦਾ 200 ਟਰਾਲੀ, ਇੱਕ ਟਰਾਲੀ ਵੀ ਪਾਈਏ ਕਿੱਲੇ ਦੀ, ਕਹਿੰਦਾ 200 ਟਰਾਲੀ ਚਾਹੀਦੀ ਹੈ। ਅਤੇ ਮੈਂ ਕਿਹਾ ਜੀ ਕਿੰਨੇ ਕਿੱਲਿਆਂ 'ਚ ਪਾ ਸਕਦੇ ਹੋ? ਕਹਿੰਦਾ 10 ਕਿੱਲਿਆਂ 'ਚ ਪਾ ਦਿਆਂਗੇ। ਪਿੰਡ 'ਚੋਂ ਤਾਂ ਇੰਨੀ ਕੀ ਰੂੜੀ ਅਰੇਂਜ ਹੋਣੀ ਆ। ਅੱਡੋ ਅੱਡ ਪਿੰਡਾਂ ਦਾ ਹਿਸਾਬ ਕਿਤਾਬ ਹੈਗਾ। ਵੱਡੇ ਪਿੰਡ ਆ, ਕਿਤੇ ਹਰਿਆਣੇ 'ਚ ਤੁਹਾਡੇ 'ਚ ਵੱਧ ਪਸ਼ੂ ਰੱਖਦੇ ਹੈਗੇ ਆ, ਰੂੜੀ ਵਗੈਰਾ ਜ਼ਿਆਦਾ ਵਧੀਆ ਮਿਲ ਜਾਂਦੀ ਹੈਗੀ ਹੈ। ਕਈ ਪਿੰਡਾਂ 'ਚ ਇਹ ਪੰਜਾਬ 'ਚ ਰੁਝਾਨ ਘੱਟ ਚੁੱਕਿਆ, ਉੱਥੇ ਡੇਅਰੀਆਂ ਵਗੈਰਾ ਹੁੰਦੀਆਂ। ਅਤੇ ਮੈਂ ਉਹਨਾਂ ਨੂੰ ਕਿਹਾ ਵੀ 190 ਕਿੱਲੇ ਠੇਕੇ ਦੇ ਦਿਓ, 10 ਕਿੱਲਿਆਂ ਦੀ ਪ੍ਰੋਬਲਮ ਆਪਾਂ ਹੱਲ ਕਰ ਲਾਂਗੇ। ਵੀ ਆਪਾਂ ਜਿਹੜਾ ਮੇਨ ਕੰਮ ਆ ਖੇਤ ਦਾ, ਮਿੱਟੀ ਦਾ ਜਿਉਂਦਾ ਰੱਖਣ ਦਾ, ਉਹਦੀ ਸਿਹਤ ਬਣਾਉਣ ਦਾ, ਤਾਂ ਰੂੜੀ ਆ। ਅਤੇ ਰੂੜੀ ਪਾਉਣ ਤੋਂ ਤੁਹਾਡਾ ਜਿਹੜਾ ਹੌਸਲਾ, ਤਾਕਤ ਹੈ, ਤੁਹਾਡੀ ਪਾਵਰ ਹੈ, ਉਹ 10 ਕਿੱਲਿਆਂ 'ਤੇ ਕੀ ਹੈ।
ਤੇ ਤੁਸੀਂ ਮਾਲਕ 200 ਕਿੱਲੇ ਦੇ ਬਣ ਗਏ ਤੇ ਤੁਸੀਂ ਜੇ ਉਹਦੇ 200 ਕਿੱਲੇ ਦੇ ਵਿੱਚੋਂ ਤੁਸੀਂ ਫਾਇਦਾ ਲੈਣਾ ਹੈਗਾ ਤਾਂ ਤੁਹਾਡੀ ਸੋਚ ਵੀ 200 ਕਿੱਲੇ ਦੇ ਬਰਾਬਰ ਹੋਣੀ ਚਾਹੀਦੀ ਹੈ। 2.5 ਕਿੱਲਿਆਂ ਨਾਲ 2.5 ਕਿੱਲੇ ਦਾ ਹੀ ਕਿੱਲਾ 'ਚ ਰੂੜੀ ਪਾ ਲੂਗਾ। 200 ਕਿੱਲੇ ਵਾਲਾ ਇਸ ਕਰਕੇ ਪਿੱਛੇ ਹਟ ਜਾਂਦਾ ਹੈਗਾ ਕਿ ਮੈਂ ਇੰਨੀ ਰੂੜੀ ਕਿੱਥੋਂ ਪ੍ਰਬੰਧ ਕਰੂੰਗਾ। ਪਰ ਤੁਸੀਂ ਯੂਰੀਆ ਦਾ ਕਿਵੇਂ ਪ੍ਰਬੰਧ ਕਰਦੇ 200 ਕਿੱਲੇ ਦਾ, ਤੁਸੀਂ ਸੁਪਰ ਦਾ ਪ੍ਰਬੰਧ ਕਿਵੇਂ ਕਰਦੇ ਹੋ, ਪੋਟਾਸ਼ ਦਾ ਪ੍ਰਬੰਧ ਕਿਵੇਂ ਕਰਦੇ ਹੋ, ਜ਼ਿੰਕ ਦਾ ਕਿਵੇਂ ਕਰਦੇ ਹੋ, ਲੇਬਰ ਦਾ ਕਿਵੇਂ ਕਰਦੇ ਹੋ, ਨਦੀਨਾਂ ਵਾਲੀ ਸਪਰੇਅ ਦਾ ਕਿਵੇਂ ਪ੍ਰਬੰਧ ਕਰਦੇ ਹੋ, ਫੰਗੀਸਾਈਡ ਤੁਸੀਂ ਉਹ ਤਹਾਣੇ ਮੰਡੀ ਤੋਂ ਵੀ ਜਾ ਕੇ ਲੈ ਆਉਣੇ 200 ਕਿੱਲੇ ਵਾਸਤੇ, ਉਦੋਂ ਪ੍ਰਬੰਧ ਕਿਵੇਂ ਹੋ ਜਾਂਦਾ। ਕਿਉਂਕਿ ਉੱਥੇ ਆਪਣੀ ਮਾਨਸਿਕਤਾ ਜੁੜੀ ਹੁੰਦੀ ਆ ਵੀ ਆਪਾਂ ਉਸ ਪ੍ਰੋਡਕਟ ਨੂੰ ਯੂਜ਼ ਕਰਕੇ ਸ਼ਾਇਦ ਫਾਇਦਾ ਲੈ ਲਵਾਂਗੇ, ਸ਼ਾਇਦ ਆਪਣਾ ਤੀਰ ਤੁੱਕਾ ਚੱਲ ਜਾਣਾ। ਕਿਸੇ ਟਾਈਮ ਜਦੋਂ ਇੰਨਾ ਫਾਰਮਰ ਦੇ ਵਿੱਚ ਅਵੇਅਰਨੈਸ ਵੀ ਨਹੀਂ ਹੁੰਦੀ ਸੀਗੀ, ਇੱਥੇ ਨਰਮੇ ਵਾਲੇ ਕਿਸਾਨ ਬੈਠੇ ਹੋਣਗੇ 35 40 45 ਮਣ ਤੱਕ ਵੀ ਨਰਮੇ ਆਪਣੀ ਇਸ ਧਰਤੀ 'ਤੇ ਹੋ ਕੇ ਗਏ ਆ। ਤਾਂ ਉਦੋਂ ਮੈਂ ਇਹੀ ਸਮਝਦਾ ਵੀ ਇੱਕ ਤਾਂ ਕੁਦਰਤ ਨੇ ਸਾਥ ਦਿੱਤਾ, ਇੱਕ ਕਿਸਾਨਾਂ ਦੀ ਜਿਹੜੀ ਮਿਹਨਤ ਸੀਗੀ ਉਹ ਜ਼ਿਆਦਾ ਵਧੀਆ ਸੀਗੀ, ਦੂਜਾ ਮਿੱਟੀ ਦੀ ਸਿਹਤ ਬਹੁਤ ਜ਼ਿਆਦਾ ਵਧੀਆ ਸੀ। ਅੱਜ ਕੱਲ੍ਹ ਤਾਂ ਮਿੱਟੀ ਤੁਸੀਂ ਦੇਖੋ, ਆਪਾਂ ਵੀ 24 ਘੰਟਿਆਂ ਦੇ ਵਿੱਚੋਂ 8 ਘੰਟੇ ਸੌਂਦੇ ਆ, ਅੱਜ ਬਹੁਤਿਆਂ ਦਾ ਦਿਨੇ ਵੀ ਤੁੱਕਾ ਲੱਗ ਜਾਂਦਾ ਉਹ 2-4 ਘੰਟੇ ਸੌਣ ਦਾ। ਜ਼ਮੀਨ ਆਪਣੀ ਇੱਕ ਦਿਨ ਵੀ ਨਹੀਂ ਸੌਂਦੀ ਹੈਗੀ। ਝੋਨਾ ਵੱਢਿਆ ਅਗਲੇ ਦਿਨ ਕਣਕ ਵੱਢੀ, ਤੀਜੇ ਦਿਨ ਤੂੜੀ ਬਣ ਗਈ ਤੇ ਜੰਤਰ ਮੂੰਗੀ ਜਾਂ ਫਿਰ ਪਨੀਰੀ ਲਾਤੀ ਤੇ ਜਾਂ ਫਿਰ ਮੱਕੀ ਲਾਤੀ। ਉਹਨੇ ਤਾਂ ਇੱਕ ਸੋਇਲ ਰੈਸਟ ਜ਼ੀਰੋ ਆ। ਆਪਣੇ ਇੱਥੇ ਬਜ਼ੁਰਗ ਵੀ ਬੈਠੇ ਹੈਗੇ ਆ ਵੀ ਜਿਹੜੇ ਪੁਰਾਣੇ ਸਮੇਂ ਦੀ ਖੇਤੀ ਕਰਦੇ ਆ ਰਹੇ ਆ, ਉਹ ਕਈ ਖੇਤਾਂ ਉਦੋਂ ਤਾਂ ਬਹੁਤ ਵੱਡੇ ਵਾਂਦਰੇ ਹੁੰਦੇ ਸੀ ਲੋਕਾਂ ਦੇ, ਤੇ ਬਲਦਾਂ ਦੇ ਨਾਲ ਜਾਂ ਊਠਾਂ ਦੇ ਨਾਲ ਹੀ ਖੇਤੀ ਕਰਦੇ ਸੀਗੇ। ਉਹ ਖੇਤ ਨੂੰ ਵਾਹ ਕੇ ਰੱਖ ਦਿੰਦੇ ਸੀ। ਖੇਤ ਅੱਜ ਕੱਲ੍ਹ ਖੇਤ ਨੂੰ ਵਾਹ ਕੇ ਕੋਈ ਰੱਖਦਾ? ਲੇਜਰ ਕਰਾਇਆ 7 ਵਾਰੀ ਪਾਣੀ ਲੱਗਦਾ ਝੋਨੇ ਤੋਂ ਪਹਿਲਾਂ, ਮੋਟਰ ਫਰੀ ਦੀ ਹੈ, ਲਾਈਟ ਫਰੀ ਦੀ ਹੈ। ਤਾਂ ਜਿਹੜੀ ਚੀਜ਼ ਆਪਾਂ ਨੂੰ ਫਰੀ 'ਚ ਮਿਲੀ ਹੋਈ ਹੈ ਉਸ ਦੀ ਆਪਾਂ ਕਦਰ ਹੀ ਨਹੀਂ ਕਰ ਪਾਉਂਦੇ ਹੈਗੇ। ਹਵਾ ਆਪਾਂ ਨੂੰ ਰੱਬ ਨੇ ਫਰੀ ਦਿੱਤੀ ਹੋਈ ਹੈ, ਸਮਾਂ ਆਪਾਂ ਨੂੰ ਫਰੀ ਦਿੱਤਾ ਹੋਇਆ, ਇਹਦੀ ਆਪਾਂ ਕਦਰ ਹੀ ਨਹੀਂ ਕਰਦੇ ਹੈਗੇ। ਕੋਈ ਵੀ ਬੰਦਾ ਗਰੀਬ ਅਮੀਰ ਹੈਗਾ ਦੁਨੀਆ ਦੇ ਵਿੱਚ, ਉਹਦੇ ਕੋਲ ਸਮਾਂ ਅਤੇ ਹਵਾ ਸਾਹ ਲੈਣ ਵਾਸਤੇ ਇਹ ਦੋਨੇ ਚੀਜ਼ਾਂ ਬਰਾਬਰ ਆ ਹਰ ਬੰਦੇ ਕੋਲ। ਗਰੀਬ ਅਮੀਰ ਜ਼ਮੀਨ ਕਿਸੇ ਕੋਲ ਘੱਟ ਵੱਧ ਹੋ ਸਕਦੀ ਹੈ, ਪੈਸਾ ਘੱਟ ਵੱਧ ਹੋ ਸਕਦਾ, ਪਰ ਇਹਨਾਂ ਦੀ ਜਿਹੜੀ ਵਰਤੋਂ ਆ ਉਹ ਆਪਣੀ ਕਮਿਊਨਿਟੀ ਖਾਸ ਕਰਕੇ ਉਹ ਬਹੁਤ ਰੋਂਗ ਯੂਜ਼ ਕਰਦੀ ਹੈ। ਕਿਉਂਕਿ ਮੈਂ ਜਿੱਥੇ ਤੱਕ ਦੇਖਿਆ ਹੈਗਾ ਖੇਤੀ ਦੇ ਵਿੱਚ ਉਹ ਹਰ ਵਰਗ ਮੌਜੂਦ ਹੈਗਾ, ਜਿਹੜਾ ਵਿਹਲਾ ਵੀ ਹੈ, ਜਿਹੜਾ ਅਵੇਸਲਾਪਣ ਵਾਲੇ ਬੰਦੇ ਵੀ ਹੈਗੇ ਆ, ਆਸ਼ਿਕ ਵੀ ਹੈਗੇ ਖੇਤੀ ਦੇ ਟੌਪ ਦੇ, ਜਿਹੜੇ ਕਿਸੇ ਸਾਇੰਟਿਸਟ ਨੂੰ ਵੀ ਇੱਕ ਵਾਰੀ ਥੁੱਕ ਟਪਾਉਣ ਲਈ ਮੂੰਹ 'ਚੋਂ ਮਜਬੂਰ ਕਰਦੇ, ਜੀਭ ਸੁਕਾ ਦਿੰਦੇ ਆ, ਇਹ ਸਵਾਲ ਪੁੱਛ ਲੈਂਦੇ ਆ। ਅਤੇ ਜੇ ਤੁਸੀਂ ਸਵਾਲ ਨਹੀਂ ਪੁੱਛੋਗੇ ਤਾਂ ਮੈਂ ਸਵਾਲ ਤੁਹਾਨੂੰ ਪੁੱਛਾਂਗਾ ਫਿਰ ਐਂਡ 'ਤੇ 2-3 ਸਵਾਲ। ਕਿਉਂਕਿ ਮੈਂ ਵੀ ਖੁਦ ਜ਼ਿਮੀਂਦਾਰ ਹਾਂ, ਮੈਂ ਕੋਈ ਡਾਕਟਰ ਨਹੀਂ ਹੈਗਾ, ਮੈਂ ਕੋਈ ਚੀਫ ਆਫਿਸਰ ਨਹੀਂ ਹੈਗਾ, ਮੈਂ ਇੱਕ ਤੁਹਾਡੇ ਵਾਂਗ ਹੀ ਫਾਰਮਰ ਹਾਂ ਬਠਿੰਡੇ ਜ਼ਿਲ੍ਹੇ ਦਾ। ਅਤੇ ਆਪਾਂ 7 ਸਾਲ ਤੋਂ ਜਿਹੜਾ ਕੰਮ ਕਰ ਰਹੇ ਸੀਗੇ ਉਹ ਆਪਣਾ ਕੰਮ ਖੇਤੀ ਦੇ ਨਾਲ ਸੀਗਾ, ਸਿੱਖਣਾ ਹਜੇ ਵੀ ਸਿੱਖ ਹੀ ਰਹੇ ਹਾਂ। ਮੈਂ ਇੱਥੇ ਕਿਸੇ ਨੂੰ ਸਿਖਾਉਣ ਨਹੀਂ ਆਇਆ ਕੁਛ, ਵੀ ਆਪਾਂ ਖੇਤੀ ਦੇ ਵਿੱਚ ਕੀ ਚੇਂਜਸ ਕਰ ਸਕਦੇ ਹਾਂ। ਫਸਲਾਂ ਆਪਾਂ ਜਿਹੜੀਆਂ ਲਾ ਰਹੇ ਹਾਂ ਉਹੀ ਲਾ ਰਹੇ ਹਾਂ, ਮੌਸਮ ਦੇ ਅਕੋਰਡਿੰਗ ਲਾ ਰਹੇ ਹਾਂ। ਅਗਰ ਆਪਣੇ ਕੋਲ ਨਰਮੇ ਦਾ ਅੱਜ ਮੌਸਮ ਹੈਗਾ ਅਤੇ ਆਪਾਂ ਨਰਮਾ ਲਾ ਰਹੇ ਹਾਂ, ਬਹੁਤੇ ਪਿੰਡਾਂ ਦੇ ਵਿੱਚ ਨਰਮਾ ਲੱਗਣਾ ਬੰਦ ਹੋ ਚੁੱਕਿਆ ਹੈਗਾ। ਕਾਰਨ ਉਹਦਾ ਇੱਕੋ ਹੀ ਹੈਗਾ ਕਿ ਉੱਥੇ ਕੁਦਰਤ ਪਿੱਛੇ ਹਟਦੀ ਜਾ ਰਹੀ ਹੈ। ਨਰਮੇ ਨੂੰ ਖੁਸ਼ਕੀ ਵਾਲਾ ਵਾਤਾਵਰਨ ਚਾਹੀਦਾ, ਡਰਾਈ ਕਲਾਈਮੇਟ ਚਾਹੀਦਾ, ਜਿੱਥੇ ਇੱਕ ਪਿੰਡ ਦੇ ਵਿੱਚ ਜਿੱਥੇ 5000 ਕਿੱਲਾ ਜ਼ਮੀਨ ਹੈਗੀ ਆ ਅਤੇ ਉੱਥੇ 400 ਕਿੱਲਾ ਨਰਮਾ ਅਤੇ ਬਾਕੀ 4000 ਕਿੱਲਾ ਝੋਨੇ ਦਾ ਲੱਗ ਗਿਆ, ਤਾਂ ਉੱਥੇ ਨਰਮੇ ਦੇ ਲਈ ਲਵਿੰਗ ਕਲਾਈਮੇਟ ਬਣ ਹੀ ਨਹੀਂ ਸਕਦਾ। ਤੁਸੀਂ ਕਿਵੇਂ ਬਣਾ ਸਕਦੇ ਹੋ? ਤੁਹਾਨੂੰ ਕਦੇ ਵੀ ਸੂਰਜ ਨੇ ਕਿੰਨੀ ਤਪਸ਼ ਦੇਣੀ ਆ, ਗਰਮੀ ਕਰਨੀ ਆ, ਠੰਡੀ ਕਰਨੀ ਆ, ਹਵਾ ਕਿੱਧਰੋਂ ਚੱਲਣੀ ਆ, ਇਹ ਆਪਣੀ ਚੀਜ਼ਾਂ ਕੰਟਰੋਲ ਦੇ ਵਿੱਚ ਨਹੀਂ ਹੈਗਾ। ਪਰ ਜਿਹੜਾ ਬੂਟਾ ਹੁੰਦਾ, ਪਲਾਂਟ ਹੁੰਦਾ, ਉਹਦਾ ਸੈੱਲ, ਉਹਦੇ ਪੱਤੇ, ਜੜ੍ਹਾਂ, ਤਣਾ, ਉਹ ਹਰ ਸੈਕਿੰਡ ਇਸ ਚੀਜ਼ ਨੂੰ ਸੈਂਸ ਕਰਦੀਆਂ। ਇੱਥੇ ਬਾਗਾਂ ਵਾਲੇ ਫਾਰਮਰ ਹੈਗੇ ਆ, ਸਰਪੰਚ ਸਾਹਿਬ ਬੈਠੇ ਆ, ਬਾਗਾਂ ਨੇ ਮਈ ਮਹੀਨੇ 'ਚ ਆ ਕੇ ਵੀ ਪਹਿਲਾਂ ਫਰੂਟ ਲਿਆ ਹੋਇਆ ਦੁਬਾਰੇ ਫੁੱਲ ਲੈਣੇ ਸ਼ੁਰੂ ਕਰਤੇ, ਕਿਉਂਕਿ ਉਹਨਾਂ ਨੇ ਸੈਂਸ ਕੀਤਾ ਕਿ ਰਾਤ ਦੀ ਠੰਡ ਹੈਗੀ ਹੈ, ਸ਼ਾਇਦ ਫਰਵਰੀ ਦਾ ਮੌਸਮ ਚੱਲ ਰਿਹਾ ਹੋਵੇ, ਉਹਨਾਂ ਨੇ ਸੈਂਸ ਕੀਤਾ। ਪਰ ਆਪਾਂ ਜਿਹੜੀਆਂ ਫਸਲਾਂ ਲਾਈਆਂ ਹੈਗੀਆਂ, ਜੇਕਰ ਉਹਨਾਂ ਦਾ ਕਲਾਈਮੇਟ ਸਹੀ ਨਹੀਂ ਹੈਗਾ ਤਾਂ ਝਾੜ ਵੱਧ ਘੱਟ ਆਉਣਗੇ, ਪ੍ਰੋਬਲਮ ਆਊਗੀ ਬਿਮਾਰੀ ਦੇ ਲਈ। ਜਿੱਦਾਂ ਹੁਣ ਮੌਸਮ ਚੱਲ ਰਿਹਾ ਹੈਗਾ, ਤੁਸੀਂ ਕਹਿੰਦੇ ਝੰਡਾ ਰੋਗ ਜ਼ਿਆਦਾ ਆ ਰਿਹਾ, 1886 'ਚ ਜ਼ਿਆਦਾ ਆ ਰਿਹਾ, ਕਿਸਮ ਦੇ ਨਾਲ ਕੋਈ ਸੰਬੰਧ ਨਹੀਂ, ਬੀਜ ਦੇ ਨਾਲ ਸੰਬੰਧ ਹੈਗਾ, ਮਿੱਟੀ ਦੇ ਨਾਲ ਸੰਬੰਧ ਹੈਗਾ, ਪ੍ਰੈਕਟਿਸ ਦੇ ਨਾਲ ਸੰਬੰਧ ਹੈਗਾ, ਫਸਲ ਦੇ ਵਿੱਚ ਕੀ ਤਰੀਕਾ ਵਰਤਿਆ ਹੋਇਆ ਉਹਦੇ ਨਾਲ ਵੀ ਸੰਬੰਧਿਤ ਹੈਗਾ। ਜੜ ਦਾ ਰੋਗ ਹੈ, ਬੀਜ ਦਾ ਵੀ ਰੋਗ ਹੈਗਾ, ਮਿੱਟੀ ਦਾ ਵੀ ਰੋਗ ਹੈਗਾ। ਇੱਕ ਡਿਸਕਰੈਕਟਰ ਲਾ ਲਓ, ਇੱਕ ਡਿਸਆਰਡਰ ਲਾ ਲਓ ਕਿਸੇ ਵੀ ਬੂਟੇ ਦਾ, ਖਾਸ ਕਰਕੇ ਬਾਸਮਤੀ ਕਿਸਮਾਂ ਦਾ। ਸਾਰੀਆਂ ਕਿਸਮਾਂ 'ਚੋਂ 2 ਕਿਸਮਾਂ ਨੂੰ ਨਹੀਂ ਆਉਂਦਾ, ਬਾਕੀ ਸਾਰੀਆਂ ਨੂੰ ਆਉਂਦਾ ਲਗਭਗ। ਅੱਜ ਕੱਲ੍ਹ ਤਾਂ ਇਹ ਜਿਹੇ ਲੱਛਣ ਝੰਡਾ ਰੋਗ ਵਾਲੇ ਪਰਮਲ ਕਿਸਮਾਂ 'ਚ ਵੀ ਪਾਏ ਜਾਣ ਲੱਗ ਗਏ।
खेती चैलेंज ही सीगी, पहलां भी चैलेंज ही बनी हुई है, चैलेंज ही रहेगी। पर मैं अज तक देख रहा है भी नवा वर्ग जिहड़ा खेती दे विच आ रहा, चाहे पढ़ के आ रहा चाहे नहीं पढ़ के आ रहा, पढ़ता दा जां अनपढ़ता दा डिग्रियां नाल कोई संबंध नहीं हुंदा हैगा। अपने मेरे नाना जी सीगे, वो बिल्कुल ही नहीं पढ़े सीगे, पर कानूगो पटवारी नूं भी राही पा लेंदे सीगे भी तुसीं दस दिओ विंगा टेढ़ा बाण हैगा, तुसीं उंगलां ते दस दिंदे भी इंना बाण बनदा हैगा। ते अजकल वो कापी पिन नाल आपां नूं देखना पਊਗਾ। अगर कोई PhD डॉक्टर भी हैगा तो उन्होंने दबाओ इत्थे 20 किले ठेके दे, तो उत्थे वो तुहाडे नाल पिछे रह जूगा, क्योंकि खेती एक सीखण दा विशा हैगा, करन दा विशा वखरा, रिसर्च दा विशा वखरा, वैरायटियां तैयार करनियां वो अपने नाल अगे हो सकते हैं, पर वो खेती नहीं कर सकते। जिहड़ा तुसीं काम कर रहे हैगे हो, तुसीं सरकार दी मार भी झल जांदे हो, कुदरत दी मार भी झल जांदे हो, ते आप भी तुसीं बहुत ज़्यादा वड्डियां गलतियां करदे हो। मैं शायद तुहाडा समा लंबा ना लावां, पर 2 फसलों बारे गलबात करांगे, झोने बारे ते नरमे बारे 20-20 मिनट लावांगे। जे तुसीं वधिया तरीके नाल सुणोगे तो मैं उन्ना ही वधिया तरीके नाल लंबा भी बोल दिआंगा। ते जिन्ने जिहड़े फार्मर कम्यूनिटी की सब तो वड्डी जिहड़ी मेन प्रॉब्लम आ कि इत्थे हर वर्ग खेती दा मौजूद आ, जानकार भी, अणजाण भी, कालेपण वाला भी, ज़्यादा खर्चा करन वाला भी, कंजूस वर्ग भी मौजूद आ। प्रोडक्टां दे नाल खेती करनी अज दे समय की मजबूरी बन चुकी है। अगर किसी समय अपने खेत की सेहत जां उहदे विच बीमारी की मात्रा घट सीगी तो वो कंडीशन पैदा करने लई अज आपां मेहनत भी नहीं करके राजी। सुक्का बाण ही पुट्टना आखणगे कमल मार रहे हैगे। पानी लाउण दी किन्नी क सियाणप, पानी जहर आ। तुसीं देखो अगर कोई भलवान 5 लीटर दुੱਧ पी सकदा, अद्धा लीटर ही पी सकदा, चलो मान लो कोई बड़ा पहलां कोई खुराक, पहलां लोग सियाणे जिहड़े बजुर्ग दसदे हुंदे आ कि वो खुराक दा कंपीटीशन करदे सी, 5-5 किलो कड़ाह खा जांदे सी जां घिओ खा जांदे सी जां शहद खांदे सी जां होर चीज़ां खांदे सी। कि अज दे समय वो मेरे वर्गा कोई नौजवान खा सकदा हैगा? क्योंकि मेरा पैन सिस्टम आ, जिहड़ा मेरा पाचन किरिया उस लैवल दी है ही नहीं। तो जिहड़ी जमीन का अपना सिस्टम हो चुकिया हैगा, झाड़ तो अपने इत्थे इस इलाके दे विच कणक 15 क्विंटल हुंदी सी ते हुण 27 क्विंटल ते हत्थ मार रहिंदे लोग, पर मिट्टी की सेहत उदों भी पिछे आ। तो जदों आपां सारियां फसलों की पराली भी बाहर कढ लैनी जां अग ला देनी, नरमे चों छटियां ते नरमा दोनों ही बाहर आ जाने, कणक दे विच तूड़ी ते दाणे बाहर आ जाने, तो कुछ तो घट हो रहा खेत दे विच। खादां दे नाल तां टैंपरेरी तो अपनी कमर्शियल क्रॉप आ जिहड़ी अपनी विकनी हैगी आ, जिहड़ी नूं देख के विकनी हैगी, फसल का मुੱਲ लगना हैगा, वो बस इन्नी क श्योरिटी हैगी आ भी उस फसल दे विच आपां पैदावार नूं सब तो वड्डा सफलता वाला अंकड़ा मन्निया होया। लगातार लंबी फसल लैनी मतलब ज़्यादा वधिया, दूजे नालों एक मन घट आजू कोई प्रॉब्लम नहीं। अपने आप का जिहड़ा मुलांकन आ जां कंपैरीजन आ वो किसी नाल ना करिया करो, ना अपने रिश्तेदार नाल, ना अपने यार दोस्त नाल, ना अपने खास करके खेत की सांझी वट वाले गवांढी नाल। ਉਹਦਾ ਵੱਧ ਆਇਆ ਤੁਹਾਨੂੰ ਭਾਅ ਨਹੀਂ, ਉਹਦਾ ਘੱਟ ਆ ਗਿਆ ਤੁਹਾਨੂੰ ਤਾਂ ਵੀ ਖੁਸ਼ੀ ਨਹੀਂ ਹੋਣੀ ਚਾਹੀਦੀ ਵੀ ਉਹਦਾ ਘੱਟ ਆ ਗਿਆ। ਅਗਰ ਜਿਵੇਂ ਹੁਣ ਇੱਥੇ ਕੋਈ ਨਰਮੇ ਦੇ ਫਾਰਮਰ ਹੱਥ ਖੜੇ ਕਰਿਓ, ਕਿਹੜੇ ਕਿਹੜੇ ਆਏ? ਪਿਛਲੀ ਵਾਰ ਝਾੜ ਕਿੰਨਾ ਆਇਆ ਨਰਮੇ ਦਾ? 2 ਮਣ ਹੀ ਹੋਏ ਬਸ, 1 ਮਣ 2 ਹਾਂ 5 ਕੁਇੰਟਲ ਆਇਆ ਕਿਸੇ ਦਾ? 5 ਕੁਇੰਟਲ ਆਇਆ। 10 ਕੁਇੰਟਲ ਆਇਆ ਕਿਸੇ ਦਾ? ਹਾਂ 10 ਕੁਇੰਟਲ ਤੱਕ ਪਹੁੰਚਣ ਵਾਸਤੇ ਕੀ ਮਿਹਨਤ ਉਸ ਤੋਂ ਜ਼ਿਆਦਾ ਹੋਈ? ਮਿਹਨਤ ਤਾਂ ਬਹੁਤ ਜ਼ਿਆਦਾ ਹੋਈ ਨਾ। ਸਪਰੇਹਾਂ ਹੀ ਤੁਸੀਂ ਧੁੱਕੀ ਕੱਢ ਦਿੰਦੇ ਹੈਗੇ, ਬਹੁਤ ਜ਼ਿਆਦਾ ਸਪਰੇਹਾਂ ਹੁੰਦੀਆਂ। ਸਪਰੇਹਾਂ ਪਲਾਂਟ ਦੇ ਉੱਤੇ ਡੈਕੋਰੇਸ਼ਨ ਕਰਦੀਆਂ, ਜਿੱਦਾਂ ਲੇਡੀਜ਼ ਬਿਊਟੀ ਪਾਰਲਰ ਜਾਂਦੀਆਂ, ਤਾਂ ਕੀ ਸਾਰੀ ਉਮਰ ਤਾਂ ਨਹੀਂ ਬਿਊਟੀ ਪਾਰਲਰ ਦਾ ਕੰਮ ਚੱਲਦਾ ਹੈਗਾ? ਉਹ ਕੋਈ 8 ਘੰਟੇ ਦੇ ਲਈ 4 ਘੰਟੇ ਦੇ ਲਈ ਡੈਕੋਰੇਸ਼ਨ ਆ, ਉਹ ਇੱਕ ਆਰਟੀਫਿਸ਼ੀਅਲ ਚੀਜ਼ ਆ। ਪਲਾਂਟ ਨੂੰ ਆਪਾਂ ਡੈਕੋਰੇਟ ਕਰਨ ਦਾ ਕੰਮ ਜ਼ਿਆਦਾ ਕਰਦੇ ਹਾਂ, ਸੋਹਣਾ ਲੱਗੇ ਜੀ, ਰੰਗ ਜਿਹਾ ਨਹੀਂ ਬਣਿਆ ਜੀ, ਜੁੱਸਾ ਨਹੀਂ ਬਣਿਆ ਜੀ। ਜਿਹੜੇ ਫਾਰਮਰ ਦਾ ਪਿਛਲੀ ਵਾਰ ਵੀ 11 ਕੁਇੰਟਲ ਝਾੜ ਆਇਆ, ਕੀ ਆਪਾਂ ਨੂੰ ਉਹ ਤੋਂ ਸਿੱਖਣਾ ਨਹੀਂ ਚਾਹੀਦਾ ਹੈਗਾ? ਸਿੱਖਣਾ ਚਾਹੀਦਾ ਨਾ। ਤੇ ਫਿਰ ਆਪਾਂ ਉਸ ਤੋਂ ਸਿੱਖਣ ਦੇ ਲਈ ਕੀ ਆਪਾਂ ਆਪਦੇ ਪਿੰਡ ਨੂੰ ਛੱਡ ਕੇ ਆਪਦੇ ਨਾਲ ਦੇ ਪਿੰਡ 'ਚ ਜਾਂ ਆਪਦੇ ਡਿਸਟ੍ਰਿਕਟ ਦੇ ਕਿਸੇ ਹੋਰ 15-20 ਕਿਲੋਮੀਟਰ ਵਾਲੇ ਪਿੰਡ 'ਚ ਜਾਂਦੇ ਹਾਂ, ਜਾਂ ਆਪਾਂ 100 ਕਿਲੋਮੀਟਰ ਤੱਕ ਜਾਂਦੇ ਹਾਂ, ਜਾਂ ਆਪਾਂ 500 ਕਿਲੋਮੀਟਰ ਮਹਾਰਾਸ਼ਟਰ ਗੁਜਰਾਤ ਤੇ ਇੱਕ ਇਹੋ ਜਿਹੀ ਚੀਜ਼ ਸਿੱਖਣ ਵਾਸਤੇ ਜਾ ਸਕਦੇ ਹਾਂ? नहीं जा सकते, क्योंकि मानसिकता के लैवल के उत्ते आपां नूं यही है कि कोई आऊगा, कोई नेता आऊगा जां कोई मास्टर आऊगा जां डॉक्टर आऊगा, आपां नूं घर बैठे पिंड च दस के जाऊगा। वो भी अजकल मानसिकता इदां दी भी समान वेचण आई हैगी यार, जिन्हें बनाया तुसीं भी तो फसल वेचनी है, तुसीं दाने किन्ने खांदे होंगे? 15 बंदिਆਂ ਦਾ परिवार आ, 25 मन कणक घरे लगदी नहीं, बाकी सारे बेचने आ, तुसीं भी बेचण वाले, वो भी बेचण वाले आ। मैं बार बार गल कर रहा, बायोलॉजिकल कंपनियां का भविख उन्होंने भी नहीं देख रहा
क्योंकि बायोलॉजिकल कंपनियां ਦੇ ਉੱਤੇ ਅਸੀਂ ਜਦੋਂ ਤੱਕ ਦੇਖ ਰਹੇ ਹੈਗੇ ਆ ਵੀ ਕੋਈ ਸਮਾਨ ਵੇਚਦੇ ਹੈਗੇ ਆ ਤਾਂ ਉਹ ਮਿੱਟੀ ਦੇ ਵਿੱਚ ਹਰ ਇੱਕ ਮਿੱਟੀ 'ਚ ਸੇਮ ਕੰਮ ਨਹੀਂ ਕਰਦਾ ਹੈਗਾ, ਕਿਉਂਕਿ ਤਾਕਤ ਹੀ ਵੱਖਰੀ ਨਹੀਂ। ਤੁਸੀਂ ਦੇਖੋ ਅਗਰ ਕੋਈ ਸ਼ੂਗਰ ਦਾ ਮਰੀਜ਼ ਹੈਗਾ ਜਾਂ ਬਲੱਡ ਦਾ ਪੇਸ਼ੈਂਟ ਹੈਗਾ, ਉਹਨੂੰ ਇੱਕ ਗੋਲੀ ਨਹੀਂ ਲੱਗ ਸਕਦੀ ਹੈਗੀ, ਕਿਉਂਕਿ ਹਰ ਇੱਕ ਸਰੀਰ ਦਾ ਵੱਖੋ ਵੱਖਰਾ ਕਰੈਕਟਰ ਹੈਗਾ। ਅਗਰ ਇੱਕ ਗੋਲੀ ਸਾਰਿਆਂ ਨੂੰ ਲੱਗਣੀ ਹੋਵੇ ਤਾਂ ਫਿਰ ਦੁਕਾਨਾਂ ਵਾਲੀ ਸਿੱਧੀ ਦਵਾਈ ਦੇ ਦਿਆ ਕਰ, ਫਿਰ ਡਾਕਟਰ ਕੋਲ ਜਾਣ ਦੀ ਲੋੜ ਹੀ ਨਾ ਪਵੇ। ਜਿਹੜਾ ਆਪਣੇ ਜਿਹੜਾ ਖੇਤੀ ਦੇ ਵਿੱਚ ਟੈਸਟਿੰਗ ਕੋਈ ਕਰਾਉਣੀ ਨਹੀਂ, ਨਾ ਤਾਂ ਮਿੱਟੀ ਟੈਸਟ ਕਰਾਉਣੀ ਹੈ, ਨਾ ਪਾਣੀ ਟੈਸਟ ਕਰਾਉਣਾ, ਤੇ ਨਾ ਹੀ ਆਪਣੀ ਕੋਈ ਪ੍ਰੀ ਪਲੈਨਿੰਗ ਹੁੰਦੀ ਆ। ਅੱਜ ਦੇ ਸਮੇਂ ਅੱਜ ਤੁਸੀਂ ਤਰੀਕ ਨੋਟ ਕਰ ਲਓ, ਅੱਜ ਦੇ ਟਾਈਮ 'ਚ ਵੀ ਫਾਰਮਰ ਇਹ ਫੋਨ ਕਰਕੇ ਪੁੱਛਦੇ ਆ ਵੀ ਝੋਨੇ ਦੀ ਵੈਰਾਈਟੀ ਕਿਹੜੀ ਲਾਈਏ। ਹੁਣ ਤੁਸੀਂ ਦੱਸੋ, ਅੱਜ ਦੇ ਟਾਈਮ ਇਹ ਪੁੱਛਿਆ ਜਾ ਸਕਦਾ ਵੀ ਅੱਗੇ ਜਾ ਕੇ ਜੇ ਝੋਨਾ ਵਧੀਆ ਹੋ ਗਿਆ, ਸਾਡਾ ਇਰਾਦਾ ਬਣਦਾ ਕਣਕ ਲਾਉਣ ਦਾ ਜਾਂ ਸਰੋਂ ਲਾਉਣ ਦਾ, ਇਹਨਾਂ ਦਿਨਾਂ ਦੇ ਵਿੱਚ ਇਹ ਤਰੀਕਾਂ ਦੇ ਵਿੱਚ ਕਿਹੜੀ ਵੈਰਾਈਟੀ ਸਾਡੇ ਏਰੀਆ 'ਚ ਕੋਈ ਫਾਰਮਰ ਹੈਗਾ ਜਿਹਨੇ ਵਧੀਆ ਝਾੜ ਲਿਆ ਹੋਵੇ, ਸਾਨੂੰ ਦੱਸੋ, ਉਹਦੇ ਨਾਲ ਅਸੀਂ ਗੱਲਬਾਤ ਕਰਨੀ ਹੈ। ਇਹ ਸਵਾਲ ਵਾਜਬ ਹੋ ਸਕਦਾ। ਅੱਜ ਤਾਂ ਪਨੀਰੀਆਂ 25-25 ਦਿਨਾਂ ਦੀਆਂ ਹੋ ਗਈਆਂ, ਜੇ ਅਸੀਂ ਵੈਰਾਈਟੀ ਨਹੀਂ ਫਾਈਨਲ ਕੀਤੀ ਤਾਂ ਫਿਰ ਅਸੀਂ ਕੀ ਅੱਗੇ ਜਾ ਕੇ ਉਹ ਵੈਰਾਈਟੀ ਨੂੰ ਸਿਰੇ ਚੜ੍ਹਾ ਦਿਆਂਗੇ। ਫਿਰ ਤਾਂ ਉਹ 32 ਕੁਆਂਟਲ ਵਾਲੀ ਦਾ ਵੀ 22 ਕੁਆਂਟਲ ਹੀ ਲਵਾਂਗੇ ਝਾੜ। ਜਿਵੇਂ 1886 ਦੇ ਝਾੜ ਕੋਈ ਜ਼ਿਆਦਾ ਵਧੀਆ ਦੀ ਆਏ, ਕਈ ਥਾਂ 'ਤੇ ਤਾਂ 27 ਕੁਆਂਟਲ ਵੀ ਆ ਗਈ, ਕਈਆਂ ਦੇ 17 ਕੁਆਂਟਲ ਵੀ ਆਈ ਹੈਗੀ ਹੈ। ਝੰਡਾ ਰੋਗ ਦੀ ਜਿੱਥੇ ਤੱਕ ਮੈਂ ਗੱਲ ਕਰਦਾ ਹੈਗਾ ਵੀ ਝੰਡਾ ਰੋਗ ਇਹ ਇੱਕ ਡਿਸਆਰਡਰ ਹੈ ਜੜ ਦਾ। ਜੜ ਦੇ ਵਿੱਚ ਬੂਟੇ ਦੀ ਜੜ ਉੱਪਰ ਫੰਗਸ ਹਮਲਾ ਕਰਦੀ ਆ, ਤਾਂ ਝੰਡਾ ਰੋਗ ਬੂਟਾ ਸੈਂਸ ਕਰਦਾ ਹੈਗਾ ਕਿ ਮੈਂ ਮਰਨਾ ਸ਼ੁਰੂ ਹੋ ਗਿਆ, ਮੇਰੇ ਵਿੱਚ ਕੋਈ ਇਸ ਤਰ੍ਹਾਂ ਦਾ ਕੱਦ ਵਧਾਉਣ ਵਾਲਾ ਜਿਬਰੈਲਿਕ ਐਸਿਡ ਪੈਦਾ ਹੋਣਾ ਸ਼ੁਰੂ ਹੋ ਗਿਆ। ਉਹ ਫੰਗਸ ਵੀ ਉਹੀ ਐਸਿਡ ਪੈਦਾ ਕਰ ਦਿੰਦੀ ਹੈ ਅਤੇ ਬੂਟਾ ਵੀ ਉਹੀ ਐਸਿਡ ਪੈਦਾ ਕਰਦਾ, ਜਿਹਦੇ ਕਰਕੇ ਉਹ ਲੰਮਾ ਪਤਲਾ ਪੀਲਾ ਹੋ ਕੇ, ਅਗਰ ਤਾਂ ਖੇਤ ਦੇ ਵਿੱਚ ਆ ਤਾਂ ਨਸਾਰਾ ਵੀ ਪਹਿਲਾਂ ਲੈ ਜਾਂਦਾ ਹੈਗਾ, ਜੇ ਨਰਸਰੀ ਦੇ ਵਿੱਚ ਆ ਤਾਂ ਉਹ ਲੰਬਾ ਜਾ ਹੋ ਕੇ ਖੜ੍ਹ ਜਾਂਦਾ ਹੈਗਾ। ਹੁਣ ਤੁਸੀਂ ਦੱਸੋ ਵੀ ਉਸ ਬਿਮਾਰੀ ਨੂੰ ਪੈਦਾ ਹੋਣ ਤੋਂ ਪਹਿਲਾਂ ਕੰਟਰੋਲ ਕਰਨ ਲਈ ਆਪਾਂ ਨੂੰ ਕੋਈ ਵਿਉਂਤਬੰਦੀ ਕਰਨੀ ਚਾਹੀਦੀ ਸੀ ਜਾਂ ਉਹਨੂੰ ਆਉਣ ਤੋਂ ਬਾਅਦ ਠੀਕ ਕਰਨਾ ਚਾਹੀਦਾ ਹੈਗਾ? ਠੀਕ ਹੈ, ਜਿੱਦਾਂ ਅਧਰੰਗ ਦਾ ਰੋਗ ਹੈਗਾ ਨਾ, ਜਿੱਦਾਂ ਪੈਰਾਲਾਈਸਿਸ ਹੈ ਜਾਂ ਤੁਹਾਡੇ ਲਕਵਾ ਵਗੈਰਾ ਹੈਗਾ, ਇਹਦਾ ਅੰਗ ਮਾਰ ਹੋ ਜਾਂਦਾ, ਉੱਥੇ ਚੀਜ਼ ਰੁਕ ਜਾਂਦੀ ਹੈ, ਉਹਨੂੰ ਘਟਾਇਆ ਨਹੀਂ ਜਾ ਸਕਦਾ ਹੈਗਾ। ਬਾਕੀ ਉਮਰ ਦੇ ਹਿਸਾਬ ਨਾਲ ਇਹ ਚੀਜ਼ਾਂ ਹੁੰਦੀਆਂ। ਹਿਊਮਨ ਬੋਡੀ 'ਤੇ ਬਹੁਤ ਰਿਸਰਚ ਹੋ ਚੁੱਕੀ ਹੈ, ਬਹੁਤ ਜ਼ਿਆਦਾ ਡੀਪਲੀ ਇਹਨੂੰ ਸਟੱਡੀ ਕੀਤਾ ਜਾ, ਓਨੀ ਹੀ ਅੱਗੇ ਵੱਧਦੀ ਜਾ ਰਹੀ ਹੈ। ਅਗਰ ਆਪਾਂ 100 ਹਿੱਸੇ ਡਿਵਾਈਡ ਕਰੀਏ ਅਤੇ 5 ਹਿੱਸੇ ਰਿਸਰਚ ਹੋਈ ਹੈ, ਤਾਂ ਉਹ ਜਿਹੜਾ 6ਵਾਂ ਹਿੱਸਾ ਬਚਿਆ ਹੈਗਾ ਉਹਦੇ ਵਿੱਚ ਵੀ ਅੱਗੇ 100 ਹਿੱਸੇ ਪੈਂਡਿੰਗ ਹੈ। ਮਤਲਬ ਕਿ ਕੁਦਰਤ ਅਨੰਤ ਆ, ਕੁਦਰਤ ਨੂੰ ਜਿੰਨਾ ਦੇਖਦੇ ਹੋ ਓਨਾ ਹੀ ਸਮਝਿਆ ਜਾ ਸਕਦਾ, ਓਨਾ ਹੀ ਉਹਦੇ ਬਾਰੇ ਲਿਖਿਆ ਬੋਲਿਆ ਜਾ ਸਕਦਾ, ਇਹਦਾ ਕੋਈ ਅੰਤ ਹੀ ਨਹੀਂ ਹੈਗਾ। ਆਪਾਂ ਵੀ ਕੀੜੇ ਮਕੌੜਿਆਂ 'ਚ ਹੀ ਆਉਣੇ ਆ। ਜਿੱਦਾਂ ਤੁਸੀਂ ਗੋਭ ਦੀ ਸੁੰਡੀ ਨੂੰ ਕਾਊਂਟ ਕਰ ਲੈਂਦੇ ਹੋ ਨਾ, ਵੀ ਗੋਭ ਦੀ ਸੁੰਡੀ ਆ ਗਈ, ਪੱਤਾ ਲਪੇਟ ਆ ਗਈ, ਹਾਲ ਆਪਣਾ ਵੀ ਉਹੀ ਹੈ। ਬਸ ਆਪਾਂ ਥੋੜ੍ਹਾ ਜਿਹਾ ਬੁੱਧੀ 'ਤੇ ਮਾਣ ਜ਼ਿਆਦਾ ਕਰਦੇ ਹਾਂ। ਜਿਹੜੀ ਝੰਡਾ ਰੋਗ ਵਾਲੀ ਸਿਸਟਮ ਸੀਗਾ ਕਿ ਜੜ ਦੇ ਆਸੇ ਪਾਸੇ ਜੇ ਬਾਇਓਲੋਜੀਕਲ ਚੀਜ਼ਾਂ ਐਕਟਿਵ ਹੁੰਦੀਆਂ, ਕੁਦਰਤੀ ਚੀਜ਼ਾਂ, ਮਾਈਕੋਰਾਈਜ਼ਾ, ਟਰਾਈਕੋਡਰਮਾ, ਇਹ ਚੀਜ਼ਾਂ ਐਕਟਿਵ ਹੁੰਦੀਆਂ ਤਾਂ ਉਹਨਾਂ ਨੇ ਆਰਗੈਨਿਕ ਐਸਿਡ ਪੈਦਾ ਕਰਨੇ ਸੀਗੇ, ਜੜ ਨੂੰ ਆਈਸੋਲੇਟ ਕਰਨਾ ਸੀਗਾ, ਜੜ ਦੇ ਵਿੱਚ ਆਸੇ ਪਾਸੇ ਹੋਰ ਤਰ੍ਹਾਂ ਦਾ ਜਿਹੜਾ ਫੰਗਲ ਅਟੈਕ ਸੀਗਾ, ਉਹ ਫੰਗਸਾਂ ਦਾ ਭੋਜਨ ਵੀ ਚੋਰੀ ਕਰ ਲੈਣਾ ਸੀਗਾ ਅਤੇ ਉਹਨਾਂ ਫੰਗਸਾਂ ਨੂੰ ਅੱਗੇ ਵਧਣ ਵੀ ਨਹੀਂ ਦੇਣਾ ਸੀਗਾ। ਆਪਣੇ ਕੀ ਕਰਦੇ ਆ ਜੀ, ਉਹ ਬੰਦੇ ਮਿਲ ਗਏ ਜੀ, ਚਲੋ ਝੋਨਾ ਲਾਈਏ, ਮੋਟਰਾਂ ਮਿਲ ਗਈਆਂ ਜੀ, ਚਲੋ ਕੱਦੂ ਕਰੀਏ। ਬਾਸਮਤੀ ਦੇ ਵਿੱਚ ਕਾਲੀ ਵਾਲਾ ਬੰਦਾ ਅਤੇ ਫਿਰ 3-4 ਵਾਰੀ ਡਿੱਗਦਾ, ਪਨੀਰੀ ਲਾਉਣ ਵਾਲੇ ਵੀ ਡਿੱਗ ਪੈਂਦਾ ਅਤੇ ਅੱਗੇ ਜਾ ਕੇ ਝਾੜ 'ਚ ਵੀ ਉਹਨੂੰ ਸਮੱਸਿਆ ਆ ਸਕਦੀ ਹੈਗੀ ਹੈ। ਬਾਸਮਤੀ ਦੇ ਵਿੱਚ ਪਨੀਰੀ 'ਤੇ ਗੱਲ ਕਰਦਾ ਸੀਗਾ ਮੈਂ ਵੀ, ਜਿੱਦਾਂ ਵੀ ਤੁਸੀਂ ਤਿਆਰ ਕਰ ਲਈ ਠੀਕ ਹੈ, ਪਨੀਰੀ ਵਧੀਆ ਤਿਆਰ ਹੋ ਗਈ, ਓਕੇ, ਸਿਹਤਮੰਦ ਬੂਟੇ ਖੇਤ ਵਿੱਚ ਲਾਉਣ ਦੀ ਕੋਸ਼ਿਸ਼ ਕਰੋ। ਜਿਹੜੇ ਵੀ ਤੁਸੀਂ ਬੂਟੇ ਖੇਤ ਦੇ ਵਿੱਚ ਲਾਉਣੇ ਹੈਗੇ ਆ ਤਾਂ 10 ਮਰਲਿਆਂ ਮਗਰ ਤੁਸੀਂ ਕੋਈ 10 ਮਰਲਿਆਂ ਦੀ ਪਨੀਰੀ ਕਿੰਨੇ ਥਾਂ 'ਚ ਲੱਗੂ? 6-7 ਕਿੱਲਿਆਂ 'ਚ ਲੱਗੂ। ਤਾਂ ਉਹਦੀ ਅਗਰ ਪਨੀਰੀ ਪੱਟ ਕੇ ਆਪਾਂ ਜਿਹੜੀਆਂ ਗੁੱਟੀਆਂ ਬਣਾਈਆਂ ਹੋਈਆਂ ਉਹਨੂੰ ਚਿਣਨਾ ਹੋਵੇ ਤਾਂ ਕਿੰਨੀ ਜਗ੍ਹਾ ਚਿਣਿਆ ਜਾਊ? ਲਗਭਗ 4 ਮਰਲਿਆਂ ਚਿਣੀਆਂ ਜਾਣਗੀਆਂ। ਤਾਂ 4 ਮਰਲਿਆਂ ਦੀ ਇੱਕ ਕਿਆਰੀ ਬਣਾ ਲਓ, ਜਿਹਦੇ ਵਿੱਚ 5-7 ਵਾਰੀ ਪਾਣੀ ਭਰ ਲਓ, ਟਰਾਈਕੋਡਰਮਾ ਪਾ ਲਓ, ਸੂਡੋਮੋਨਾਸ ਪਾ ਲਓ, ਮੈਕੋਰਾਈਜ਼ਾ ਵੀ ਲਾ ਲਓ, ਐਨਪਿਨ ਕੰਸਰਟੀਆ ਵੀ ਲਾ ਲਓ, ਪਸੀਲੋਮਾਈਸਿਸ ਵੀ ਲਗਾ ਲਓ। ਤੁਹਾਡਾ ਕਿੱਲੇ ਮਗਰ ਖਰਚਾ ਨਹੀਂ ਆਉਂਦਾ 100 ਰੁਪਈਆ। ਉਹ ਸਾਰੀਆਂ ਫੰਗਸਾਂ ਐਕਟਿਵ ਕਰ ਲਈਆਂ, ਪਾਣੀ ਭਰ ਲਿਆ, ਅੱਜ ਪਨੀਰੀ ਪੱਟੀ ਹੈ ਜਿਹੜੀ ਦੁਪਹਿਰ ਤੋਂ ਪਹਿਲਾਂ ਉਹਨੂੰ ਪਾਣੀ 'ਚ ਰੱਖ ਦਿਓ, ਤੜਕੇ ਸਵੇਰੇ ਉੱਠ ਕੇ ਜਿਹੜੀ ਪਨੀਰੀ ਲੱਗਣੀ ਆ ਉਸੇ ਕਿਆਰੀ 'ਚੋਂ ਚੱਕ ਕੇ ਗੁੱਟੀ ਲਾਉਣੀ ਆ। ਹਾਂ, ਜਿਹੜੀ ਨਾਲ ਦੀ ਨਾਲ ਤੁਸੀਂ ਲਾਉਣੇ ਹੋ ਜਾਂ ਸੁੱਕੇ 'ਚ ਪੱਟ ਕੇ ਲਾਉਣੇ ਹੋ, ਈਵਨ ਕਿ ਤੁਹਾਡੀ ਵੱਡੀ ਪਨੀਰੀ ਹੋ ਜਾਂਦੀ ਹੈ, ਤੁਸੀਂ ਪਾਣੀ 'ਚ ਵੀ ਪੱਟਦੇ ਹੋ ਤਾਂ ਉਹਦੇ ਵਿੱਚ ਜੜ੍ਹਾਂ ਦੀ ਬਹੁਤ ਮਾਤਰਾ ਡੈਮੇਜ ਹੋ ਜਾਂਦੀ ਹੈ, ਟੁੱਟ ਜਾਂਦੀ ਆ। ਬਰੀਕ ਜੜ੍ਹਾਂ, ਵਾਈਟ ਰੂਟਸ ਜਿਹੜੀਆਂ ਡੈਮੇਜ ਹੋ ਜਾਂਦੀਆਂ ਤਾਂ ਉਹ ਫੰਗਸਾਂ ਦੇ ਲਈ ਭੋਜਨ ਚੋਰੀ ਕਰਨ ਦਾ ਰਸਤਾ ਬਣਦੀਆਂ। ਤਾਂ ਜੇਕਰ ਜਿਹੜਾ ਕੰਮ ਤੁਹਾਡੇ 'ਤੇ ਖੜ੍ਹਾ ਹੈਗਾ ਉਹ ਕੋਈ ਕੰਪਨੀ ਕਰੇਗੀ ਜਾਂ ਕੋਈ ਡਾਕਟਰ ਕਰੇਗਾ ਜਾਂ ਕੋਈ ਪੋਲੀਟੀਕਲ ਬੋਡੀ ਕਰੇਗੀ ਤਾਂ ਹੋਣਾ ਨਹੀਂ ਹੈਗਾ।
ਇਹ ਕੰਮ ਤੁਹਾਨੂੰ ਹੀ ਪਹਿਲ ਦੇ ਆਧਾਰ 'ਤੇ ਕਰਨਾ ਪੈਣਾ। ਜਿਹੜੀ ਫੈਕਟ ਬੇਸਡ ਇਨਫੋਰਮੇਸ਼ਨ ਆ ਉਸੇ ਦੀ ਅਸੀਂ ਕੰਮ ਕਰ ਰਹੇ ਹਾਂ। ਉਹੀ ਮੈਂ ਦੇਖ ਰਿਹਾ ਹੈਗਾ ਜਿੱਦਾਂ ਕਿ ਬਹੁਤ ਸਾਰੇ ਚੰਗੇ ਫਾਰਮਰ ਵੀ ਹੈਗੇ ਆ ਜਿਨ੍ਹਾਂ ਦੇ ਨਾਲ ਗੱਲਬਾਤ ਕਰੇ ਤੋਂ ਪਤਾ ਲੱਗਦਾ ਹੈਗਾ ਕਿ ਖਰਚੇ ਹੋਰ ਵੀ ਬਹੁਤ ਘੱਟ ਕੀਤੇ ਜਾ ਸਕਦੇ ਖੇਤੀ ਦੇ ਵਿੱਚ। ਜਿੱਦਾਂ ਮੈਂ ਵਾਰ-ਵਾਰ ਗੱਲ ਕਰਦਾ ਰੂੜੀ ਦੀ, ਤੁਸੀਂ 5 ਸਾਲ ਦੀ ਇਕਨੋਮਿਕਸ ਦੱਸੋ ਮੈਨੂੰ ਵੀ ਜਿਹੜੇ ਬੰਦੇ ਨੇ ਝੋਨੇ ਦੇ ਵਿੱਚ ਜਾਂ ਨਰਮੇ ਦੇ ਵਿੱਚ 5 ਸਾਲ ਦਾ ਮੈਨੂੰ ਖਰਚਾ ਗਿਣਾ ਦੇ ਅਤੇ 5 ਸਾਲ ਦੀ ਮੈਨੂੰ ਆਮਦਨ ਦੱਸ ਦੇ, ਅਤੇ ਉਹਨਾਂ ਦਾ 5 ਤੇ ਡਿਵਾਈਡ ਕਰ ਲਾਂਗੇ ਪ੍ਰਤੀ ਸਾਲ ਦੇ ਹਿਸਾਬ ਨਾਲ ਜਾਂ ਪ੍ਰਤੀ ਸੀਜ਼ਨ ਦੇ ਹਿਸਾਬ ਨਾਲ ਉਹਦੇ ਕੋਲ ਕਿੰਨਾ ਖਰਚਾ ਅਤੇ ਕਿੰਨਾ ਆਮਦਨ ਆਈ ਹੈਗੀ ਆ। 5ਵੇਂ ਸਾਲ ਦਾ ਵਿਜੇਤਾ ਬੰਦਾ ਮੰਨਾਂਗੇ। ਇੱਕ ਵਾਰ ਕਿਸੇ ਦਾ ਵੱਧ ਝਾੜ ਆ ਗਿਆ, ਉਹ ਕਿਵੇਂ ਵੀ ਆ ਸਕਦਾ, ਚੰਗੇ ਮੌਸਮ ਕਰਕੇ ਵੀ ਆ ਸਕਦਾ। ਠੇਕੇ ਵਾਲੇ ਬਾਣ ਹੁੰਦੇ ਆ, ਪਿਛਲੇ ਬੰਦੇ ਨੇ ਫਸਲ ਲਈ ਨਹੀਂ, ਬਾਣ ਨੂੰ ਸਾਹ ਮਿਲ ਗਿਆ, ਉਹ ਅਗਲੇ ਵਾਰੀ ਠੀਕ ਠਾਕ ਹੋ ਜਾਂਦੀ ਹੈਗੀ। ਤੁੱਕੇ ਦੇ ਨਾਲ ਨਹੀਂ ਹੋਣਾ ਹੈਗਾ। ਗੁਆਂਢੀ ਦੀ ਵੱਧ ਫਸਲ ਨਿਕਲੀ, ਨਾਰਾਜ਼ ਹੋਣ ਦੀ ਲੋੜ ਨਹੀਂ। ਉਹਦੀ ਘੱਟ ਫਸਲ ਨਿਕਲ ਗਈ, ਉਹ ਤੋਂ ਫਿਰ ਵੀ ਤੁਹਾਨੂੰ ਖੁਸ਼ ਹੋਣ ਦੀ ਲੋੜ ਨਹੀਂ ਹੈਗੀ। ਤੁਹਾਡੇ ਪਿਛਲੇ ਸਾਲ ਦੇ ਨਾਲੋਂ ਤੁਸੀਂ ਕਿੰਨਾ ਕੁ ਅੱਗੇ ਪਿੱਛੇ ਚੱਲ ਗਏ, ਉਹਦੇ ਨਾਲ ਤੁਹਾਨੂੰ ਫਰਕ ਪੈਂਦਾ। ਝੰਡਾ ਰੋਗ ਦੇ ਬਾਰੇ ਇੰਨੀ ਕੁ ਡਿਸਕਸ਼ਨ ਸੀਗੀ ਕਿ ਖੇਤ ਵਿੱਚ ਜੇ ਆਊ ਅੱਗੇ ਜਾ ਕੇ ਤਾਂ ਪਹਿਲੇ 15 ਦਿਨ ਦਾ ਮੈਨੇਜਮੈਂਟ ਤੁਹਾਡਾ ਇੱਦਾਂ ਹੋਣਾ ਕਿ 1 ਸੂਤ 1 ਇੰਚ ਤੇ ਇੱਕ ਵੀ ਤੁਸੀਂ 2 ਦਿਨ ਪਾਣੀ ਭਰੋ, 1 ਦਿਨ ਹਵਾ ਲਵਾਓ, 2 ਦਿਨ ਪਾਣੀ 1 ਦਿਨ ਹਵਾ ਲਵਾਓ। ਕਦੇ ਵੀ ਬਾਸਮਤੀ ਕਰੌਪ ਦੇ ਵਿੱਚ ਉੱਪਰ ਸਪਰੇਅ ਨਹੀਂ ਕਰਨਾ ਜਿਬਰੈਲਿਕ ਐਸਿਡ। ਮਾਰਕੀਟ 'ਚ ਤੁਹਾਡੇ ਕਈ ਪ੍ਰੋਡਕਟ ਆਉਂਦੇ ਹੈਗੇ ਜਿਨ੍ਹਾਂ ਦੇ ਵਿੱਚ ਜਿਬਰੈਲਿਕ ਐਸਿਡ ਜਾਂ GA3 ਲਿਖਿਆ ਹੁੰਦਾ, ਉਹ ਹਾਰਮੋਨ ਕੱਦ ਵਧਾਉਣ ਵਾਲਾ, ਤੁਸੀਂ ਕਦੀ ਸਪਰੇਅ ਨਹੀਂ ਕਰਨਾ। ਸਾਡੀ ਤਾਂ ਪਨੀਰੀ ਨਹੀਂ ਕੱਦ ਕਰ ਰਹੀ। ਉਹ ਭਾਈ ਸਾਹਿਬ ਤੁਸੀਂ ਪਨੀਰੀ ਦੇ ਵਿੱਚ ਨੀਮਾਟੋਡ ਨੂੰ ਚੈੱਕ ਕਰੋ ਕਿ ਤੁਹਾਡੀਆਂ ਜੜ੍ਹਾਂ ਦੇ ਵਿੱਚੋਂ ਕੋਈ ਭੋਜਨ ਚੋਰੀ ਕਰਨ ਵਾਲਾ ਉੱਥੇ ਪੈਰਾਸਟਿਕ ਤਾਂ ਨਹੀਂ ਬੈਠਾ ਹੈਗਾ, ਕੋਈ ਕੀੜਾ ਤਾਂ ਨਹੀਂ ਬੈਠਾ ਹੈਗਾ। ਜਿਵੇਂ ਬਾਈ ਜੀ ਦਾ ਕੰਮ ਆ, ਇਹਨਾਂ ਦਾ ਦੁਕਾਨ ਹੈ, ਮੈਂ ਕਹਿਣਾ ਇਹਨਾਂ ਦੀ ਸਭ ਤੋਂ ਵੱਡੀ ਰਿਸਕ ਆ। ਤੁਹਾਡੇ ਕੋਲੇ 20 ਕਿੱਲੇ ਠੇਕੇ 'ਤੇ ਨੇ, 10 ਲੱਖ ਠੇਕਾ ਭਰਿਆ ਹੈਗਾ, ਅਤੇ ਉਹਦੇ ਵਿੱਚ ਤੁਸੀਂ 20 ਲੱਖ ਰੁਪਏ ਦੀ 1 ਸਾਲ 'ਚ ਫਸਲ ਕੱਢਣੀ ਹੈ। ਤੁਹਾਡੀ ਤਾਂ ਰਿਸਕ 20 ਲੱਖ ਦੀ ਹੈ, ਇਹਨਾਂ ਦੀ ਰਿਸਕ 4 ਕਰੋੜ ਦੀ ਆ। ਟੈਗ ਆਪਣੇ ਕੋਲੇ ਹੈਗਾ ਜੱਟਾਂ ਦਾ, ਜ਼ਿਮੀਂਦਾਰਾਂ ਦਾ ਕੰਮ ਇਹਨਾਂ ਨੂੰ ਜੱਟਾਂ ਵਾਲੇ ਕਰਨੇ ਪੈਂਦੇ ਹੈਗੇ ਆ। ਇੱਕ ਫਾਰਮਰ ਦਾ ਕੱਲ੍ਹ ਫੋਨ ਆਇਆ ਕਿ ਬਾਈ ਜੀ ਅਸੀਂ ਪਨੀਰੀ ਲਾਈ ਹੋਈ ਸੀਗੀ, ਪਨੀਰੀ ਭਿਉਂ ਕੇ ਲਾਈ ਸੀ, ਪਿਛਲੇ 2 ਦਿਨ ਥੋੜ੍ਹਾ ਗਰਮੀ ਦਾ ਰੁਝਾਨ ਵਧਿਆ ਹੈਗਾ, ਅੱਜ ਫਿਰ ਪਰਮਾਤਮਾ ਨੇ ਠੰਡ ਕਰਦੀ ਹੈਗੀ ਆ, ਦੁਪਹਿਰ ਦੇ ਸਮੇਂ ਨਰਸਰੀ ਲਾਤੀ। ਹੁਣ ਉਹਦੇ ਚਾਂਸਸ ਕੀ ਰਹਿਣਗੇ ਵੀ ਬਹੁਤ ਘੱਟ ਉੱਭਰੂਗੀ, ਅਤੇ ਪੈਸੇ ਕਿਹਦੇ ਨੱਪਣਗੇ? ਇਹਨਾਂ ਦੇ ਨੱਪਣਗੇ। ਇਹਨਾਂ ਨਾਲ ਕੀ ਕਸੂਰ ਕਰਤਾ? 20 ਦਿੱਤਾ ਹੈਗਾ। ਮੈਂ ਇਸੇ ਕਰਕੇ ਕਹਿੰਦਾ ਵੀ ਸਾਰਾ ਕੰਮ ਹੀ ਕੈਸ਼ 'ਚ ਕਰ ਦਿਓ, ਉਧਾਰ ਬੰਦ ਕਰ ਦਿਓ। ਆਪਾਂ ਨੂੰ ਵੀ ਤਾਂ ਪੇਮੈਂਟਾਂ ਸਾਰੀਆਂ ਫਸਲ ਦੀਆਂ ਕੈਸ਼ 'ਚ ਹੀ ਹੋ ਰਹੀਆਂ ਨੇ। ਗੰਨੇ ਵਾਲਿਆਂ ਦੀ ਪੇਮੈਂਟ ਸਾਲ ਰੁਕ ਜਾਂਦੀ ਹੈ। ਉਹਨਾਂ ਨੂੰ ਪੁੱਛ ਕੇ ਦੇਖੋ ਵੀ ਤੁਹਾਡੇ ਹਾਲਾਤ ਕੀ ਹੈ। ਭਾਵੇਂ 1.5 ਲੱਖ ਦੀ ਫਸਲ ਕੱਢਦੇ ਹੁਣ, ਪਰ ਕਾਨਫੀਡੈਂਸ ਨਹੀਂ 1.5 ਲੱਖ ਵਾਲਾ ਹੁੰਦਾ, 50,000 ਵਾਲਾ ਹੀ ਹੁੰਦਾ, ਕਿਉਂਕਿ ਵਰਤੋਂ 'ਚ ਹੀ ਨਹੀਂ ਆਉਂਦਾ ਹੈਗਾ ਉਹ ਪੈਸਾ। ਇਹਨਾਂ ਤੋਂ ਵੀ ਕੰਪਨੀਆਂ 15-15 ਲੱਖ ਦੀ FD ਕਰਾ ਲੈਂਦੀਆਂ ਹੈਗੀਆਂ। ਇਹ ਕੋਈ 2 ਪੇਟੀਆਂ ਮਾਲ ਮੰਗਾਉਂਦੇ, ਅਗਲੇ 5 ਭੇਜ ਦਿੰਦੇ, ਕਹਿੰਦੇ ਵੇਚੋ, ਮੁੜ ਗਿਆ ਵੱਧ ਗਿਆ ਤਾਂ ਮੁੜ ਕੇ ਚੱਕ ਲਾਂਗੇ। ਇੰਨੀ ਜ਼ਿਆਦਾ ਵੱਡੀ ਰਿਸਕ ਦੇ ਵਿੱਚ ਰਹਿੰਦੇ ਹੈਗੇ। ਇਹ ਭਾਈਚਾਰੇ ਦੀਆਂ ਵੀ ਪ੍ਰੋਬਲਮਾਂ ਬਹੁਤ ਜ਼ਿਆਦਾ ਹੈਗੀਆਂ। ਪਰ ਆਪਣੇ ਕੀ ਹੈ, ਜਿਹੜੀਆਂ ਆਪਣੇ ਭਾਈਚਾਰੇ ਦੀਆਂ ਪ੍ਰੋਬਲਮਾਂ ਹੈਗੀਆਂ ਵੀ ਆਪਾਂ 2 ਗੱਲਾਂ 'ਤੇ ਨੁਕਸਾਨ ਜ਼ਿਆਦਾ ਖਾਂਦੇ ਹੈਗੇ ਆ ਕਿ ਅਗਰ ਤਾਂ ਆਪਾਂ ਕਿਸੇ ਫਾਰਮਰ ਨੂੰ ਜਾ ਕੇ ਪੁੱਛ ਲਈਏ ਵੀ ਬਾਈ ਜੀ ਇਹ ਤੁਹਾਡੀ ਫਸਲ ਨਰਮੇ ਦੇ ਵਿੱਚ ਕੀੜਾ ਲੱਗਿਆ ਹੋਇਆ ਅਤੇ ਇਹਦਾ ਤੁਹਾਡਾ ਨੁਕਸਾਨ ਨਹੀਂ ਕਰੇਗਾ, ਇਹਨੂੰ ਮਾਰਨ ਦੀ ਲੋੜ ਨਹੀਂ ਹੈਗੀ। ਉਹ ਕਹਿੰਦਾ ਵੀ ਤੂੰ ਮੈਨੂੰ ਖੇਤੀ ਨਾ ਸਿਖਾ, ਤੁਸੀਂ ਕੌਣ ਹੋ? ਸਾਨੂੰ ਤਾਂ ਮੁੱਦਤਾਂ ਹੋ ਗਈਆਂ ਖੇਤੀ ਕਰਦੇ ਨੂੰ, ਸਾਡੀ 4ਥੀ ਪੀੜ੍ਹੀ 5ਵੀਂ ਪੀੜ੍ਹੀ ਖੇਤੀ ਕਰ ਰਹੀ ਹੈਗੀ। ਇੱਥੇ ਵੀ ਆਪਣਾ ਨੁਕਸਾਨ ਹੋ ਜਾਂਦਾ ਹੈਗਾ। ਜਿੱਥੇ ਦੂਸਰਾ ਇਹਦੇ ਵਿੱਚ ਗੱਲ ਜਿਹੜੀ ਐਡ ਕਰਦਾ ਮੈਂ ਹਰ ਮੈਂ ਸਪੀਚ ਦੇ ਵਿੱਚ ਇਹਨੂੰ ਐਡ ਕਰਦਾ ਹੁੰਦਾ ਕਿ ਦੂਸਰਾ ਇਹ ਹੈਗਾ ਵੀ ਅਗਰ ਫਾਰਮਰ ਤੋਂ ਕੋਈ ਪੁੱਛਦਾ ਕਿ ਬਾਈ ਜੀ ਤੁਸੀਂ ਖੇਤੀ ਕਰਦੇ ਹੋ, ਬੜੇ ਲੰਬੇ ਟਾਈਮ ਤੋਂ ਕਰਦੇ ਹੋ, ਤੁਹਾਡੀ ਸੋਹਣੀ ਸੁਚੱਜੀ ਖੇਤੀ ਹੈਗੀ ਆ, ਕਿ ਤੁਸੀਂ ਖੇਤ ਦੇ ਵਿੱਚ ਆਹ ਕੀੜਾ ਬੈਠਾ ਹੈਗਾ, ਇਹਦਾ ਕੀ ਨਾਮ ਹੈਗਾ, ਜਾਂ ਇਹ ਫੰਗਸ ਹੈ, ਇਹ ਆਉਣ ਤੋਂ ਪਹਿਲਾਂ ਤੁਸੀਂ ਕੀ ਟਰੀਟਮੈਂਟ ਕੀਤਾ ਹੈਗਾ? ਉਹ ਕਹੂਗੀ ਮੈਂ ਤਾਂ ਅਨਪੜ੍ਹ ਹਾਂ, ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ ਜੱਟ ਬੂਟ ਬੰਦਾ। ਉਹਦਾ ਆਨਸਰ ਇਹ ਹੁੰਦਾ, ਮਤਲਬ ਉੱਥੇ ਵੀ ਉਹਦਾ ਨੁਕਸਾਨ ਹੋ ਗਿਆ। ਉਦੋਂ ਕੋਈ ਸਿੱਖਣ ਆਇਆ ਸੀਗਾ। ਜਿਹੜੀ ਸਾਇੰਟਿਸਟ ਹੈ ਉਹਨਾਂ ਦੇ ਵਿੱਚ ਵੀ ਬਹੁਤ ਕੰਪੀਟੀਸ਼ਨ ਹੈ, ਈਗੋ ਬਹੁਤ ਹੁੰਦੀ ਆ, ਉਹਨਾਂ ਦੇ ਵਿੱਚ ਵੀ ਪੋਲੀਟਿਕਸ ਚੱਲਦੀ ਹੈਗੀ ਆ, ਉਹ ਵੀ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦਾ ਕੰਮ ਕਰਦੇ ਆ। ਆਪਣੇ ਵਿੱਚ ਤਾਂ ਇਹ ਬਹੁਤ ਹੀ ਜ਼ਿਆਦਾ ਆ। ਸਾਇੰਟਿਸਟਾਂ ਤੋਂ ਵੀ 10 ਗੁਣਾ ਅੱਗੇ ਦੇ ਫਾਰਮਰ ਬੈਠੇ ਹੈਗੇ। ਪ੍ਰੋਬਲਮ ਇੱਕੋ ਹੀ ਹੈ ਕਿ ਪੂਰੇ ਇੰਡੀਆ 'ਚ 100 ਫਾਰਮਰ ਨੂੰ ਹਾਈਲਾਈਟ ਅਵਾਰਡ ਮਿਲ ਦਿੱਤਾ ਜਾਂਦਾ, ਉਹ ਕਿਸ ਤਰੀਕੇ ਨਾਲ ਆਉਂਦਾ ਸਮਝੋਂ ਬਾਹਰ ਆ। ਪਰ 1 ਸਾਲ ਦੇ ਵਿੱਚ 1 ਲੱਖ ਤੋਂ ਵੱਧ ਸਾਇੰਟਿਸਟ ਆ ਜਿਹੜੇ ਫਾਰਮਰ ਲੈਵਲ ਦੇ ਬੰਦੇ ਹੈਗੇ ਆ, ਜਿਵੇਂ ਤੁਹਾਡੇ ਵਿੱਚ ਵੀ ਹੋਣੇ ਆ, ਜਿਹੜੇ ਖੇਤੀ ਦੇ ਵਿੱਚ ਬਹੁਤ ਕੁਝ ਨਵਾਂ ਸਿੱਖਦੇ ਆ, ਸਕਸੈਸ ਹੁੰਦੇ ਆ, ਆਪਣੇ ਖੇਤ ਦੇ ਵਿੱਚ ਰਿਸਕ ਲੈਂਦੇ ਆ, ਪਰ ਉਹ ਕਿਸੇ ਤਰੀਕੇ ਨਾਲ ਨਿਊਜ਼ ਦੇ ਵਿੱਚ, ਮੀਡੀਆ ਦੇ ਵਿੱਚ, ਜਾਂ ਉਹ ਦੂਸਰਿਆਂ ਨੂੰ ਵੀ ਦੱਸ ਕੇ ਨਹੀਂ ਬਚਦੇ। ਕਈ ਵਾਰ ਮੈਂ ਦੇਖਿਆ ਹੈਗਾ ਨਰਮੇ ਦੇ ਵਿੱਚ ਸਪਰੇਅ ਕੋਈ ਹੋਰ ਕਰਦੇ ਆ, ਡੱਬੇ ਖੇਤ ਹੋਰ ਸਿੱਟ ਕੇ ਆਉਂਦੇ ਆ। ਇਸ ਤਰ੍ਹਾਂ ਦੀ ਮਾਨਸਿਕਤਾ ਆਪਣੇ ਲੋਕਾਂ ਦੇ ਵਿੱਚ ਵੀ ਐਕਟਿਵ ਹੈਗੀ ਆ
ਕਿ ਅਗਰ ਆਪਾਂ ਕੁਝ ਚੰਗਾ ਕਰ ਲਿਆ ਹੈਗਾ ਖੇਤ ਦੇ ਵਿੱਚ ਜਿਹਦੇ ਨਾਲ ਖਰਚਾ ਘਟਿਆ, ਪੈਦਾਵਾਰ ਵਧੀ ਆ, ਡਰ ਖਤਮ ਹੋ ਗਿਆ, ਤਾਂ ਉਹ ਆਪਾਂ ਕਿਸੇ ਨੂੰ ਦੱਸ ਕੇ ਨਹੀਂ ਵੱਜਦੇ, ਦੱਸ ਕੇ ਵੀ ਨਹੀਂ ਵੱਜਦੇ, ਸੁਣ ਕੇ ਵੀ ਨਹੀਂ ਵੱਜਦੇ। ਆ ਜਿਹੜੀ ਈਵੈਂਟ ਆਪਾਂ ਕਰ ਰਹੇ ਹੈਗੇ ਆ, ਭਾਵੇਂ ਬਾਈ ਵਰਗੇ ਜਾਇਡੈਕਸ ਬ੍ਰਾਂਡ ਤੋਂ ਇੱਥੇ ਇਸ ਈਵੈਂਟ ਨੂੰ ਕਰਾ ਰਹੇ ਹੈਗੇ ਆ, ਮੈਂ ਆਪਣੀ ਗੱਡੀ 'ਤੇ ਆਇਆ ਹੈਗਾ। ਆਪਾਂ ਗੱਲਾਂ ਬਾਤਾਂ ਦੇ ਜ਼ਰੀਏ ਮੈਂ ਆਪਣੀ ਕਿਤਾਬ ਬਾਰੇ ਦੱਸਾਂਗਾ, ਬਾਈ ਜੀ ਆਪਣੇ ਪ੍ਰੋਡਕਟ ਬਾਰੇ ਦੱਸ ਦੇਣਗੇ, ਪਰ ਅਸਲ ਦੇ ਵਿੱਚ ਇੱਥੇ ਚੱਲ ਕੀ ਰਿਹਾ, ਇੱਥੇ ਇਨਫੋਰਮੇਸ਼ਨ ਐਕਸਚੇਂਜ ਹੋ ਰਹੀ ਹੈ। ਤੁਹਾਡੀਆਂ ਮੁਸ਼ਕਿਲਾਂ ਪੁੱਛਾਂਗੇ, ਜਿੰਨਾ ਕੁ ਸਾਨੂੰ ਪਤਾ, ਮੈਂ ਵੀ ਉੱਥੋਂ ਕੁਛ ਸਿੱਖ ਕੇ ਜਾਊਂਗਾ, ਤੁਸੀਂ ਵੀ ਕੁਛ ਸਿੱਖ ਕੇ ਜਾਓਗੇ। ਇੱਕ ਗੋਸ਼ਟੀ ਹੋ ਰਹੀ ਹੈ, ਇੱਕ ਕਹਿ ਲਓ ਵੀ ਫਾਰਮਰ ਦੇ ਵਿੱਚ ਜਿਹੜੀ ਹੋਣੀ ਚਾਹੀਦੀ ਆ, ਹਰ 15 ਦਿਨਾਂ ਬਾਅਦ ਹੋਣੀ ਚਾਹੀਦੀ ਹੈ, ਪੇਡ ਹੋਣੀ ਚਾਹੀਦੀ ਆ। ਕਦੇ ਆਪਾਂ ਹੰਭਲਾ ਮਾਰਿਆ ਹੈਗਾ ਵੀ ਆਪਾਂ ਕਿਸੇ ਇੰਨੀਆਂ ਫਰਟੀਲਾਈਜ਼ਰ ਕੰਪਨੀਆਂ ਕੰਮ ਕਰਦੀਆਂ ਹੈਗੀਆਂ, ਹਰ ਇੱਕ ਫਰਟੀਲਾਈਜ਼ਰ ਨੂੰ ਇੰਡੀਆ ਦੇ ਵਿੱਚ ਸੋਇਲ ਟੈਸਟਿੰਗ ਲੈਬ ਕੰਪਲਸਰੀ ਕੀਤੀ ਹੋਈ ਹੈ ਕਿ ਬਾਈ ਜੀ ਉਹਨਾਂ ਦੇ ਐਮਡੀ ਨੂੰ ਇੱਕ ਚਿੱਠੀ ਪਾਓ ਤੁਸੀਂ ਆਪਣੇ ਸਰਪੰਚ ਤੋਂ ਵੀ ਆਓ ਸਾਡੇ ਪਿੰਡ 'ਚ ਮੀਟਿੰਗ ਵੀ ਕਰਕੇ ਜਾਓ, ਅਤੇ ਜਿੰਨਾ ਵੀ ਸਾਡਾ ਫਾਰਮਰ ਸੈਂਪਲ ਦਿੰਦਾ ਮਿੱਟੀ ਦਾ ਟੈਸਟ ਕਰਾ ਕੇ 15 ਦਿਨਾਂ 'ਚ ਰਿਪੋਰਟ ਪਹੁੰਚਦੀ ਕਰੋ। ਉਹ ਕਰਨਗੇ, ਉਹਨਾਂ ਦੀ ਮਜਬੂਰੀ ਹੈ, ਪਰ ਆਪਣਾ ਤਾਂ ਹੰਭਲਾ ਹੀ ਨਹੀਂ। ਆਪਣਾ ਤਾਂ ਹੁੰਦਾ ਵੀ ਹਾਂ ਜੀ ਹਾਂ ਰੋਟਾਵੇਟਰ 'ਤੇ ਸਬਸਿਡੀ ਹੋਣੀ ਚਾਹੀਦੀ ਹੈ ਜੀ, ਇਹ ਹੋਣੀ ਚਾਹੀਦੀ ਹੈ ਜੀ, ਮੋਟਰ ਦਾ ਬਿੱਲ ਮਾਫ ਹੋਣਾ ਚਾਹੀਦਾ। ਆਪਣੀ ਗੰਦੀ ਮਾਨਸਿਕਤਾ ਦੇ ਉੱਪਰ ਬਾਈ ਜੀ ਇੱਕ ਪਿੰਡ ਦੇ ਵਿੱਚ 5-5 ਕਰੋੜ ਰੁਪਏ ਦਾ ਬਿਜ਼ਨਸ ਹੁੰਦਾ। ਇਹ ਚੀਜ਼ਾਂ ਆਪਣੇ ਖੇਤੀ ਦੇ ਵਿੱਚ ਇੱਕ ਐਜ ਏ ਪੋਲਿਊਸ਼ਨ ਦਾ ਕੰਮ ਕਰਦੀਆਂ ਹੈਗੀਆਂ। ਨਾ ਧਰਤੀ ਦੇ ਉੱਪਰ ਅੱਜ ਤੱਕ ਹਵਾ ਵਧੀ ਘਟੀ ਹੈ, ਨਾ ਪਾਣੀ ਵਧਿਆ ਘਟਿਆ, ਨਾ ਧਰਤੀ ਵਧੀ ਘਟੀ ਹੈ। ਇਹਨਾਂ ਤਿੰਨਾਂ ਦੀ ਚੌਥੀ ਕੁਦਰਤ ਹੈਗੀ ਆ। ਜਿੰਨਾ ਚਿਰ ਕੁਦਰਤ ਆ ਉਹਨਾਂ ਚਿਰ ਆਪਾਂ ਸਾਰੇ ਕੁਛ ਨਾ ਕੁਛ ਕੰਮ ਲੱਗੇ ਰਹਿੰਦੇ ਆ। 100 ਦੇ ਵਿੱਚੋਂ 76 ਬੰਦੇ ਖੇਤੀ ਕਰਦੇ ਹੈਗੇ ਆ, ਅਤੇ ਉਹ ਇਹਨਾਂ ਚੀਜ਼ਾਂ ਨੂੰ ਹੀ ਵਰਤੋਂ ਕਰਦੇ ਆ। ਪਾਣੀ ਜਿਹੜਾ ਤੁਹਾਡੇ ਖੇਤ ਦੇ ਬੋਰ ਦੇ ਵਿੱਚੋਂ ਚੰਗਾ ਨਿਕਲ ਰਿਹਾ ਤੁਹਾਡਾ ਹੀ ਹੈ, ਮਾੜਾ ਨਿਕਲ ਰਿਹਾ ਤਾਂ ਵੀ ਤੁਹਾਡਾ ਹੀ ਹੈ। ਮਿੱਟੀ ਜਿੱਦਾਂ ਦੀ ਹੈਗੀ ਆ ਉਹਨੂੰ ਹੋਰ ਚੰਗੀ ਬਣਾਉਣ ਦੀ ਕੋਸ਼ਿਸ਼ ਕਰੋ। ਉਹ ਰੂੜੀ ਨਹੀਂ ਬਣ ਸਕਦੀ ਆ, ਉਹ ਪੋਲਟਰੀ ਖਾਦ ਨਹੀਂ ਬਣ ਸਕਦੀ ਆ, ਉਹ ਪੱਤਿਆਂ ਦੀ ਖਾਦ ਨਹੀਂ ਬਣ ਸਕਦੀ ਆ, ਉਹ ਕੋਈ ਖੇਤ ਦੇ ਵਿੱਚ ਤੁਸੀਂ ਪਰਾਲੀ ਜਾਂ ਕੂਟਲ ਵਗੈਰਾ ਵਾਹੋਗੇ ਉਹਦੇ ਨਹੀਂ ਬਣ ਸਕਦੀ ਹੈ। ਜਿਹੜਾ ਇੱਕ ਫਾਰਮਰ, ਮੈਂ ਇਸੇ ਕਰਕੇ ਪਹਿਲਾਂ ਮੈਂ ਪੁੱਛ ਰਿਹਾ ਸੀਗਾ ਵੀ ਨਰਮੇ ਦੇ ਵਿੱਚ ਇੱਕ ਫਾਰਮਰ ਦਾ ਤੁਸੀਂ ਕਹਿੰਦੇ ਹੋ ਵੀ ਤੁਹਾਡਾ 5 ਕੁਇੰਟਲ ਤੋਂ ਬਾਅਦ ਕਿਸੇ ਦਾ ਝਾੜ ਨਹੀਂ ਆਇਆ। 5 ਕਨਾਲਾਂ ਦਾ ਵਿਗਾ ਹੈ ਜੀ, ਰਾਜਸਥਾਨ ਦਾ, ਵਿਜੇ ਨਗਰ ਦੇ ਫਾਰਮਰ ਆ ਅਨਿਲ ਜੀ। ਮੇਰਾ ਖੇਤ ਜਾਣ ਦਾ ਵੀ ਨਹੀਂ ਅਜੇ ਸਮਾਂ ਲੱਗਿਆ, ਉਹਨਾਂ ਦੇ ਫੋਨ 'ਤੇ ਗੱਲਬਾਤ ਹੁੰਦੀ ਰਹਿੰਦੀ ਸੀ, ਵਟਸਐਪ 'ਤੇ ਗੱਲਬਾਤ ਹੁੰਦੀ ਰਹਿੰਦੀ ਸੀ। ਉਹਨਾਂ ਦਾ 9 ਕੁਇੰਟਲ ਆਇਆ 5 ਕਨਾਲਾਂ ਦੇ ਵਿੱਚੋਂ ਨਰਮਾ। ਆਪਣਾ ਦੱਸੋ ਕਿੰਨਾ ਬਣ ਗਿਆ? ਨਵਾਂ ਚੱਲਿਆ ਜੀ ਖੇਤ ਹੈ ਜੀ, ਅਸੀਂ ਪਹਿਲਾਂ ਉਹਦੀ ਪੈਦਾਵਾਰ ਖਾਈ ਬੈਠੇ, ਉਹ ਅਜੇ ਹੁਣ ਚੱਲੇ। ਹਾਂ ਨਹੀਂ, ਉਹ ਮੈਂ ਤੁਹਾਨੂੰ ਦੱਸਦਾ ਉਹਨਾਂ ਦਾ ਦੇਖੋ ਬੀਜਿਆ ਏਡਾ ਖੜਾ ਨਰਮਾ, ਹੁਣ ਜਿਹੜੇ 100 ਸਾਲ ਦੇ ਬੀਜ ਉਹ ਏਡੀ ਏਡੀ ਖੜੀ ਹੈਗੀ। ਹਾਂ ਬਿਲਕੁਲ, ਦੇਖੋ ਪ੍ਰੈਕਟਿਸ ਆ ਜਿਹੜੀ ਉਹ ਮੇਨ ਹੈ ਜੀ। ਗੱਲ ਤਾਂ ਮਿੱਟੀ ਦੀ ਆ ਗਈ ਨਾ। ਹਾਂ ਮਿੱਟੀ ਨੂੰ ਖਾਦ ਕਿਵੇਂ ਪਾਉਣੀ, ਰੂੜੀ ਕਿਵੇਂ ਪਾਉਣੀ, ਉਹ ਦੱਸੋ। ਹਾਂ ਉਹਦੇ ਮੈਂ ਉਸ 'ਤੇ ਆ ਰਿਹਾ ਜੀ ਵਾਰ-ਵਾਰ। ਤੁਸੀਂ ਦੇਖੋ ਤੁਹਾਡੇ ਜਿਹੜਾ ਤੁਹਾਡਾ ਹੁਣ ਤੱਕ ਦਾ ਰੁਝਾਨ ਚੱਲ ਰਿਹਾ ਹੈਗਾ, ਉਹਦੇ ਵਿੱਚੋਂ ਕਣਕ ਦੇ ਵਿੱਚ ਦੋਨੋਂ ਚੀਜ਼ਾਂ ਬਾਹਰ ਆ ਜਾਂਦੀਆਂ, ਨਰਮੇ 'ਚ ਦੋਨੋਂ ਚੀਜ਼ਾਂ ਬਾਹਰ ਆ ਜਾਂਦੀਆਂ, ਤੀਜੀ ਰੂੜੀ ਵੀ ਨਹੀਂ ਜਾਂਦੀ ਹੈਗੀ। 5 ਕੰਮ ਹੋ ਗਏ, 5 ਚੋਂ 5 ਹੀ ਗਲਤ ਹੈ। ਉਹ ਬੰਦੇ ਤੇ ਜਿਹੜੀ ਮੈਂ ਖੇਤ ਦੀ ਗੱਲ ਕਰ ਰਿਹਾ ਸੀ, ਤੁਸੀਂ ਮੈਨੂੰ ਵਿੱਚੋਂ ਰੋਕਦਾ, ਮੈਂ ਗੱਲ ਪੂਰੀ ਕਰਦਿਆਂ। ਉਹਨੇ ਨਾ ਕਦੇ ਤੂੜੀ ਬਣਾਈ ਹੈਗੀ ਖੇਤ 'ਚੋਂ, ਨਾ ਕਦੇ ਛਟੀਆਂ ਬਾਹਰ ਕੱਢੀਆਂ ਹੈਗੀਆਂ, ਅਤੇ ਉਸ ਦੇ ਖੇਤ ਦੇ ਵਿੱਚ ਰੂੜੀ ਐਕਸਟਰਾ ਜਾਂਦੀ ਹੈ। ਉਹਦੇ ਨਾਲ ਮੁਕਾਬਲਾ ਕਰ ਲਾਂਗੇ ਆਪਾਂ। ਉਹਦੇ ਨਾਲ ਮੁਕਾਬਲਾ ਕਰਨ ਲਈ ਆਪਾਂ ਨੂੰ 36 ਮਹੀਨੇ ਲੱਗਣਗੇ ਜੇ ਆਪਾਂ ਦਿਨ ਰਾਤ ਪਹਿਰਾ ਦੇਵਾਂਗੇ ਇਹਨਾਂ ਗੱਲਾਂ 'ਤੇ। 36 ਮਹੀਨਿਆਂ 'ਚ ਹੋਣ ਵਾਲੀਆਂ ਫਸਲਾਂ ਸਾਰਾ ਇੱਦਾਂ ਹੀ ਟਰੀਟਮੈਂਟ ਕਰਾਂਗੇ, ਫਿਰ ਉਹਦੇ ਬਰਾਬਰ ਜਾਵਾਂਗੇ। 36 ਮਹੀਨਿਆਂ 'ਚ ਉਹ ਕਿੱਥੇ ਹੋਊਗਾ? ਇਹ ਸਿਸਟਮ ਸੋਚਣ ਵਾਲਾ ਹੈਗਾ। ਇਹ ਗੁਜਰਾਤ ਦਾ ਫਾਰਮਰ ਆ, ਉਹਨਾਂ ਨੇ 25 ਕੁਇੰਟਲ ਲਿਆ ਪ੍ਰਤੀ ਏਕੜ ਦਾ ਝਾੜ, 32 ਕੁਇੰਟਲ ਤੱਕ ਦਾ ਵੀ ਦਾਅਵਾ ਕਰਿਆ ਉਹਨਾਂ ਨੇ ਵੀ ਸਾਡੇ ਕੁਛ ਏਰੀਆ ਵਿੱਚ 32 ਕੁਇੰਟਲ ਪ੍ਰਤੀ ਕਿੱਲੇ ਦਾ ਵੀ ਝਾੜ ਆ ਗਿਆ। ਜੇ ਤੁਹਾਡੇ ਕਿਸੇ ਫਾਰਮਰ ਦੇ ਝਾੜ ਇੰਨਾ ਆ ਜੇ, ਪਹਿਲੀ ਗੱਲ ਤਾਂ ਦੱਸਦਾ ਨਹੀਂ, ਪ੍ਰੈਕਟਿਸ ਨਹੀਂ ਦੱਸਦਾ ਵੀ ਮੈਂ ਕੀਤਾ ਕੀ ਹੈ ਖੇਤੀ ਦੇ ਵਿੱਚ। ਅਗਰ ਕੋਈ ਪ੍ਰੋਡਕਟ ਕਰਕੇ ਆਇਆ ਜਾਂ ਉਹਦੀ ਕੋਈ ਪ੍ਰੈਕਟਿਸ ਕਰਕੇ ਆਇਆ ਹੈਗਾ, ਅਭਿਆਸ ਕਰਕੇ ਆਇਆ, ਉਹ ਵੀ ਨਹੀਂ ਦੱਸਣਾ ਉਹਨੇ। ਆਪਣੇ ਇਹ ਭਾਈਚਾਰੇ ਦੀ ਪ੍ਰੋਬਲਮ ਹੈਗੀ ਆ ਕਿ ਆਪਾਂ ਚੰਗੀਆਂ ਚੀਜ਼ਾਂ ਨਹੀਂ ਦੱਸਦੇ, ਆਪਾਂ ਮਾੜੀਆਂ ਚੀਜ਼ਾਂ ਦੱਸਦੇ। ਅਗਰ ਤੁਹਾਡੇ ਪਿੰਡ ਦੇ ਵਿੱਚੋਂ ਕੋਈ ਕੁੜੀ IAS ਲੱਗ ਜਾਂਦੀ ਹੈ, ਸਾਰੇ ਪਿੰਡ ਨੂੰ ਨਹੀਂ ਪਤਾ ਹੋਣਾ। ਅਗਰ ਕੋਈ ਕੁੜੀ ਥੋੜੀ ਬੈਡ ਕਰੈਕਟਰ ਕੋਈ ਸਾਬਤ ਹੋ ਜਾਂਦਾ ਹੈਗਾ, ਉਹ ਸਾਰੇ ਬੱਚੇ ਨੂੰ ਪਤਾ ਹੋਊ, ਕਿਉਂਕਿ ਆਪਾਂ ਨੈਗੇਟਿਵਿਟੀ ਨੂੰ ਟੇਸਟ ਬਣਾ ਲਿਆ। ਆਪਣੀ ਥਿੰਕਿੰਗ, ਆਪਣੀ ਜਿਹੜੀ, ਜਿਵੇਂ ਤੁਸੀਂ ਦੇਖੋ ਵੀ ਇੱਥੇ ਤੁਹਾਡਾ ਪਿੰਡ ਹੈਗਾ, ਇੱਥੇ ਕੋਈ ਜ਼ਿਆਦਾ ਟਰੈਫਿਕ ਨਹੀਂ ਹੈਗੀ, ਕੋਈ ਬੱਤੀਆਂ ਨਹੀਂ ਲੱਗੀਆਂ ਹੋਈਆਂ, ਨੋਰਮਲ ਤੁਸੀਂ ਵਹੀਕਲ ਲੈ ਕੇ ਡਰਾਈਵ ਕਰਦੇ ਹੋ। ਤੁਸੀਂ ਇੱਥੋਂ ਓਡਾ ਮੰਡੀ ਜਾਂਦੇ ਹੋ, ਥੋੜ੍ਹਾ ਜਿਹਾ ਸਾਵਧਾਨੀ ਨਾਲ ਵਹੀਕਲ ਚਲਾਓਗੇ। ਸਰਸਾ ਮੰਡੀ ਜਾਂਦੇ ਹੋ, ਹੋਰ ਥੋੜ੍ਹੀ ਜਿਹੀ ਟਰੈਫਿਕ ਵੱਧ ਜਾਂਦੀ ਹੈਗੀ ਹੈ। ਦਿੱਲੀ ਚਲੇ ਜਾਓਗੇ, ਹੋਰ ਬਹੁਤ ਜ਼ਿਆਦਾ ਟਰੈਫਿਕ ਵੱਧ ਜਾਂਦੀ ਹੈ, ਉੱਥੇ ਤੁਸੀਂ ਪੂਰਾ ਸੇਫਟੀ ਦੇ ਨਾਲ ਵਹੀਕਲ ਡਰਾਈਵ ਕਰੋਗੇ। ਬੰਬੇ ਚਲੇ ਜਾਂਦੇ ਹੋ, ਹੋਰ ਵਧੀਆ ਤਰੀਕੇ ਨਾਲ ਉਹਨੂੰ ਕਰੋਗੇ। ਚੇਨਈ ਚਲੇ ਜਾਂਦੇ ਹੋ, ਬੈਂਗਲੌਰ ਚਲੇ ਜਾਂਦੇ ਹੋ, ਤੁਸੀਂ ਹੋਰ ਵਧੀਆ ਐਕਸਪਰਟ ਬੰਦੇ ਨਾਲ ਲੈ ਕੇ ਜਾਓਗੇ, ਤੂੰ ਗੱਡੀ ਚਲਾਈ। ਇਸ ਤੋਂ ਵੀ 10 ਗੁਣਾ ਜ਼ਿਆਦਾ ਵੱਡੀ ਟਰੈਫਿਕ ਆਪਣੇ ਮਾਈਂਡ ਦੇ ਵਿੱਚ ਵਿਚਾਰਾਂ ਦੀ ਚੱਲਦੀ ਹੈ। ਜਿਹੜਾ ਆਪਣਾ ਮੇਨ ਕੰਮ ਹੁੰਦਾ ਖੇਤੀ ਦੇ ਵਿੱਚ, ਉਹ ਸਮ ਟਾਈਮ ਐਕਸੀਡੈਂਟ ਹੋ ਜਾਂਦਾ ਉਹਦਾ, ਉਹ ਹੋ ਹੀ ਨਹੀਂ ਪਾਉਂਦਾ। ਆਪਾਂ ਕਿਸੇ ਦੀ ਬੇਇੱਜ਼ਤੀ ਕਰ ਲਈ, ਨਿੰਦਿਆ ਕਰ ਲਈ, ਚੁਗਲੀ ਕਰ ਲਈ, ਸਵਾਦ ਲੈ ਲਿਆ, ਇਹਨਾਂ ਗੱਲਾਂ 'ਚ ਆਪਾਂ ਬਹੁਤ ਜ਼ਿਆਦਾ ਸਮਾਂ
ਵੇਸਟ ਕਰਦੇ ਹੈਗੇ ਆ ਜਿੱਥੇ ਤੱਕ ਮੈਂ ਦੇਖਿਆ ਹੈਗਾ। ਪਰ ਇੱਕ ਗੈਪ ਵੀ ਬਹੁਤ ਜ਼ਿਆਦਾ ਵੱਡਾ ਹੈਗਾ। ਫਾਰਮਰ ਸਾਇੰਟਿਸਟ ਨਾਲੋਂ 10 ਗੁਣਾ ਅੱਗੇ ਬੈਠੇ ਆ, ਉਹਨਾਂ ਨੂੰ ਹਾਈਲਾਈਟ ਕਰਨ ਦਾ ਕੰਮ ਕੋਈ ਨਹੀਂ ਕਰਦਾ, ਆਪਾਂ ਕਰਦੇ ਹਾਂ। ਮੈਨੂੰ ਕੋਈ ਫਾਰਮਰ ਕਹਿ ਦੇ ਕਿ ਬਈ ਜੀ ਮੈਂ ਨਰਮੇ ਦੇ ਵਿੱਚ ਇੰਨਾ ਝਾੜ ਲੈ ਰਿਹਾ, ਅਸੀਂ ਗੁਜਰਾਤ ਵਾਲੇ ਫਾਰਮਰ ਦੇ ਨਾਲ ਮੀਟਅਪ ਦਾ ਪ੍ਰੋਗਰਾਮ ਬਣਾ ਰਹੇ ਹਾਂ, ਉਹਨਾਂ ਦੇ ਨਰਮੇ ਦੀ ਬਿਜਾਈ ਹੋਣੀ ਹੈ 20 ਦਿਨਾਂ ਤੱਕ, ਅਤੇ ਮਾਰਚ ਦੇ ਵਿੱਚ ਉਹ ਖੇਤ ਖਾਲੀ ਕਰਦੇ। ਚਲੋ ਜਿਹੜੀ ਕੁਦਰਤ ਨੇ ਕਲਾਈਮੇਟ ਜਿਹੜੀਆਂ ਸੌਗਾਤਾਂ ਹੈਗੀਆਂ ਗੁਜਰਾਤ ਨੂੰ ਦਿੱਤੀਆਂ ਹੈਗੀਆਂ, ਉਹ ਤਾਂ ਨਹੀਂ ਆਪਾਂ ਕੁਦਰਤ ਤੋਂ ਇੱਥੇ ਲਿਆ ਸਕਦੇ ਹੈਗੇ, ਪਰ ਉਹਨਾਂ ਦੀ ਪ੍ਰੈਕਟਿਸ ਆਪਾਂ ਖੇਤ 'ਚ ਅਜਮਾ ਕੇ ਦੇਖ ਸਕਦੇ ਹਾਂ ਵੀ ਕੀ ਖਾਸ ਹੈ ਉਹਨਾਂ ਕੋਲ। ਉਹ ਸੁੱਕੇ ਦੇ ਵਿੱਚ ਨਰਮਾ ਬਿਜਾਈ ਕਰਦੇ ਆ, ਨੀਚੇ ਉਹ ਪੱਕੀ ਰੂੜੀ ਪਾਉਂਦੇ, ਪੱਕੀ ਮਤਲਬ ਕਿ ਜਿਹਦੀ ਗਰਮੈਸ਼ ਨਿਕਲੀ ਹੋਵੇ ਅਤੇ ਜਿਹੜੀ ਭੁਰਭਰੀ ਹੋਵੇ, ਜਿਵੇਂ ਵਰਮੀ ਕੰਪੋਸਟ ਹੁੰਦੀ ਹੈ, ਜਿਵੇਂ ਜੈਡੋਨਿਕ ਗੋਦਨ ਦੇ ਨਾਲ ਵੀ ਤੁਸੀਂ ਟਰੀਟਮੈਂਟ ਕਰਦੇ ਹੋ, ਤਾਂ ਉਹ ਜਿਹੜੀ ਰੂੜੀ ਬਣ ਗਈ। ਰੂੜੀ ਕਿੰਨੀ ਕੁ ਮਹਿੰਗੀ ਪੈ ਜੂ ਯਾਰ, 1500 ਦੀ ਪੈ ਜੂ, 1500 ਦੀ ਲੇਬਰ ਲੱਗ ਜੂ, 1500 ਦਾ ਬੀਜ ਪੈ ਜੂ, 4500 ਰੁਪਇਆ ਖਰਚਾ ਹੀ ਹੋਇਆ। ਅਤੇ ਆਪਾਂ ਤਾਂ 20000 ਕਰਦੇ ਹਾਂ ਕਿੱਲੇ 'ਤੇ। ਜੇ 8 ਕੁਆਂਟਲ ਨਰਮਾ ਵੀ ਆਪਣਾ ਅੱਜ ਦੇ ਸਮੇਂ ਨਿਕਲ ਆਵੇ, ਆਪਾਂ ਮੈਨੂੰ ਲੱਗਦਾ ਝੋਨਾ ਛੱਡ ਜਗੇ ਜਿੱਥੇ ਮਾੜਾ ਪਾਣੀ ਹੈਗਾ, ਆਪਾਂ ਨਰਮੇ 'ਤੇ ਦੁਬਾਰਾ ਆ ਜਾਈਏ। ਪਰ 8 ਕੁਆਂਟਲ ਨਰਮੇ ਪਾਲਣ ਵਾਸਤੇ 22000 ਰੁਪਏ ਚਾਹੀਦਾ। 12000 ਤਾਂ ਚਗਾਈ ਅੱਜ ਦੇ ਸਮੇਂ 8 ਕੁਆਂਟਲ ਨਰਮੇ ਦੀ। ਅਤੇ ਆਪਣੇ ਖਰਚੇ ਹਮੇਸ਼ਾ ਵੱਧਦੇ ਜਾ ਰਹੇ ਆ, ਆਪਣੀ ਕਰੋਪ ਸਿਕਿਉਰਿਟੀ ਘਟਦੀ ਜਾ ਰਹੀ ਹੈ, ਕਿਉਂਕਿ ਕਰੋਪ ਪ੍ਰੈਕਟਿਸ ਚੇਂਜ ਨਹੀਂ ਹੋ ਰਹੀ। ਛੱਡ ਲਿਆ, ਕੰਮ ਕਰ ਲਿਆ, ਅੱਧਾ ਅਧੂਰਾ ਕਰ ਲਿਆ, ਪਹਿਲਾਂ ਸਹੀ ਕਰਤਾ, ਬਾਅਦ 'ਚ ਧਿਆਨ ਨਹੀਂ ਦਿੱਤਾ, ਰਿਜ਼ਲਟ ਆਏ ਨਹੀਂ। ਕਿਉਂਕਿ ਫਸਲ ਦੇ ਵਿੱਚ ਕੁਛ ਵੀ ਇੱਦਾਂ ਨਹੀਂ ਹੈਗਾ ਕਿ ਤੁਸੀਂ ਬਲਬ ਚੜਾਓ ਸੋਚ ਛੱਡੋ ਅਤੇ ਬਲਬ ਜਗੂਗਾ ਜਾਂ ਨਹੀਂ ਜਗੂਗਾ ਪਤਾ ਲੱਗ ਜੂਗਾ। ਫਸਲ ਦੇ ਵਿੱਚ, ਮਿੱਟੀ ਦੇ ਵਿੱਚ ਰਿਜ਼ਲਟ ਤੁਹਾਨੂੰ 8 ਮਹੀਨੇ ਬਾਅਦ, 6 ਮਹੀਨੇ ਬਾਅਦ, 5 ਹਫ਼ਤੇ ਬਾਅਦ, ਸਾਲ ਬਾਅਦ ਪਤਾ ਲੱਗਦੇ ਆ। ਜਿਹੜਾ ਆਪਾਂ ਥੋੜ੍ਹਾ ਜਿਹਾ ਇਹਦੇ ਮੈਨੇਜਮੈਂਟ ਬਾਰੇ ਕਰ ਲਈਏ ਕਿ ਬਾਸਮਤੀ ਅਗਰ ਤੁਸੀਂ ਲਾਉਣ ਜਾ ਰਹੇ ਹੋ, ਬਾਸਮਤੀ ਦੇ ਫਾਰਮਰ ਇੱਥੇ ਕਿੰਨੇ ਕੁ ਬੈਠੇ ਜਾਂ ਪਰਮਲ ਹਾਈਬ੍ਰਿਡ ਵਾਲੇ ਜਿੰਨੇ ਵੀ ਝੋਨੇ ਵਾਲੇ ਫਾਰਮਰ, ਹੱਥ ਖੜਾ ਕਰਿਓ ਥੋੜ੍ਹਾ ਜਿਹਾ ਹੈਗੇ। ਤੁਸੀਂ ਝੋਨਾ ਲਾਉਣ ਤੋਂ ਪਹਿਲੇ 15 ਦਿਨ ਦਾ ਤੁਹਾਡਾ ਸਫ਼ਰ ਇਹੀ ਆ ਵੀ ਝੰਡਾ ਰੋਗ ਕੰਟਰੋਲ ਕਰਨਾ, ਤਾਂ ਜੜ੍ਹਾਂ ਨੂੰ ਟਰਾਈਕੋਡਰਮਾ ਹਰਜੇਨੀਅਮ ਜਾਂ ਟਰਾਈਕੋਡਰਮਾ ਵਿਰਡੀ ਦੋਨੋਂ ਹੀ ਟਰੀਟਮੈਂਟ ਕਰ ਲਓ। ਪਸੀਲੋਮਾਈਸਿਸ ਵੀ ਕਰ ਲਓ, ਮੈਕੋਰਾਜਾ ਵੀ ਕਰ ਲਓ, NPK ਵੀ ਕਰ ਲਓ, ਕੋਈ ਪ੍ਰੋਬਲਮ ਨਹੀਂ ਹੈਗੀ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਨਾਲ ਇੱਕ ਨਵੀਂ ਕਿਆਰੀ ਤਿਆਰ ਕਰ ਲਓ, ਉਹਦੇ ਵਿੱਚ ਪਾਣੀ ਭਰੋ 2-4 ਵਾਰ, ਉਹਦਾ ਚਾਹੇ ਕੱਦੂ ਕਰ ਦਿਓ ਤੁਸੀਂ, ਆਮ ਜਿੰਦਰੀ ਦੇ ਨਾਲ ਉੱਪਰਲੇ ਗਾਰੇ ਨੂੰ ਮਲ ਦਿਓ ਕਿ ਪਾਣੀ ਸੁੱਕੇ ਨਾ, ਪਾਣੀ ਉਹ 'ਚ ਖੜਾ ਰਹੇ, ਅਤੇ ਉਸ ਦੇ ਵਿੱਚ ਤੁਸੀਂ ਪੱਟ ਕੇ ਪਨੀਰੀ ਰੱਖ ਦਿਓ। ਅਤੇ ਪਨੀਰੀ ਵੀ ਖੜੇ ਪਾਣੀ 'ਚ ਪੱਟਣੀ ਹੈ, ਅਤੇ ਉਸ ਦੇ ਵਿੱਚ ਤੁਸੀਂ ਜੜ੍ਹਾਂ ਡਿਪ ਕਰ ਦਿਓ ਰਾਤ ਭਰ, ਅਗਲੀ ਲਾ ਦਿਓ। ਅੱਜ ਜਿਹੜੀ ਪੱਟੀ ਜਾ ਰਹੀ ਹੈ ਉਹ ਪਨੀਰੀ ਕੱਲ੍ਹ ਨੂੰ ਲੱਗਣੀ ਚਾਹੀਦੀ ਹੈ, ਅਤੇ ਉਹ ਜੜ੍ਹਾਂ 12 ਘੰਟੇ ਦੇ ਲਈ, 14 ਘੰਟੇ ਦੇ ਲਈ ਜੇ ਉਸ 'ਚ ਪਈਆਂ ਰਹਿਣਗੀਆਂ ਤਾਂ ਉਹਦੇ 'ਚ ਬਹੁਤ ਘੱਟ ਚਾਂਸਿਸ ਹੋਣਗੇ। ਅਤੇ ਦੂਜੀ ਪ੍ਰੈਕਟਿਸ ਇਹੀ ਕਰਨੀ ਆ ਕਿ 1 ਸੂਤ 1 ਇੰਚ ਤੇ ਇੱਕ ਮੈਕਸੀਮਮ ਪਾਣੀ, ਥੋੜ੍ਹਾ ਖੇਤ 0 ਲੈਵਲ ਹੋਵੇ, ਲੇਜਰ ਲੈਵਲ ਲੱਗਿਆ ਹੋਵੇ, ਅਤੇ 2 ਦਿਨ ਪਾਣੀ ਲਾਓ, 1 ਦਿਨ ਸੁਕਾਓ। 15 ਦਿਨ ਦਾ ਪ੍ਰੋਸੈਸ ਇੱਦਾਂ ਹੀ ਚੱਲਣਾ ਚਾਹੀਦਾ। ਇਹ ਨਹੀਂ ਹੈਗਾ ਜੀ ਮੈਂ ਤਾਂ ਹਵਾ ਹੀ ਨਹੀਂ ਲਵਾਉਂਦਾ, ਮੈਂ ਤਾਂ ਬਾਣ 'ਚ ਪਾਣੀ ਹੀ ਭਰ ਕੇ ਰੱਖਦਾ ਹੈਗਾ, ਤਾਂ ਸਮ ਟਾਈਮ ਉਹ ਵੀ ਇੱਕ ਬੈਡ ਇਫੈਕਟ ਬਣਦਾ। ਪਰ ਜਿਹੜਾ ਝੋਨੇ ਦਾ ਬੂਟਾ ਹੈਗਾ, ਇਹਦਾ ਇੱਕ ਗੁਣ ਆ ਕਿ ਇਹ ਪਾਣੀ ਦਾ ਬੁਰਾ ਪ੍ਰਭਾਵ ਆ ਜਿਹੜਾ ਸਹਾਰ ਜਾਂਦਾ, ਇਹ ਡੁੱਬ ਕੇ ਵੀ ਸਹਾਰ ਜਾਂਦਾ। ਅਗਰ 1 ਫੁੱਟ ਦਾ ਝੋਨਾ ਹੋਇਆ ਵਿਆ ਤਾਂ ਉਹਨੂੰ 7 ਦਿਨਾਂ ਦੇ ਲਈ ਧੁੱਪ ਨਾ ਲਵਾਓ, ਇੱਕ ਗਿੱਠ ਪਾਣੀ ਉਹਦੇ ਉੱਤੇ ਵੀ ਖੜਾ ਰਹੇ ਤਾਂ ਵੀ ਬਚ ਸਕਦਾ। ਨਰਮਾ ਨਹੀਂ ਬਚਦਾ, ਨਰਮੇ 'ਚ ਨਹੀਂ ਇਹ ਗੁਣ ਹੈਗਾ। ਤਾਂ ਝੋਨੇ ਦੇ ਵਿੱਚ ਅਗਰ ਤੁਸੀਂ ਝੰਡਾ ਰੋਗ ਵਾਲਾ ਸਿਸਟਮ ਸੀਗਾ ਇੱਥੇ ਤੱਕ ਹੋ ਗਿਆ, ਜੇਕਰ ਟਰਾਈਕੋਡਰਮਾ ਤੁਸੀਂ ਖੜੇ ਖੇਤ ਦੇ ਵਿੱਚ ਥੋੜ੍ਹੀ ਸਮੱਸਿਆ ਆ ਗਈ, ਪਾਉਣਾ ਹੈਗਾ, ਤਾਂ ਉਹ ਵੀ ਤੁਸੀਂ ਵਰਮੀ ਕੰਪੋਸਟ ਦੇ ਵਿੱਚ ਮਲਟੀਪਲਾਈ ਕਰਕੇ ਉਸ ਨੂੰ 20 ਗੁਣਾ ਵਧਾ ਕੇ। ਟਰਾਈਕੋਡਰਮਾ ਕੰਮ ਕਿਉਂ ਨਹੀਂ ਕਰਦਾ ਸਾਰੇ ਖੇਤਾਂ 'ਚ, ਇੱਥੇ ਗੱਲ ਸੀਗੀ। ਟਰਾਈਕੋਡਰਮਾ ਕੁਦਰਤੀ ਫੰਗਸ ਹੈ, ਦੂਸਰੀਆਂ ਫੰਗਸਾਂ ਦਾ ਭੋਜਨ ਚੋਰੀ ਕਰਕੇ ਖਾਣ ਵਾਲੀ ਫੰਗਸ ਆ, ਆਪਣੇ ਸਰਬ ਪੱਖੀ ਆ, ਆਪਣੇ ਲਈ ਉਹ ਕੰਮ ਦੀ ਹੈਗੀ ਆ। ਉਹਨੂੰ ਕੁਦਰਤ ਦੇ ਵਿੱਚੋਂ ਸਾਇੰਟਿਸਟਾਂ ਨੇ ਆਈਸੋਲੇਟ ਕਰ ਲਿਆ ਅਤੇ ਡੱਬਾ ਬੰਦ ਕਰਕੇ ਤੁਹਾਨੂੰ ਆਈਸੋਲੇਟ ਕਰਕੇ ਭੇਜਤਾ। ਪਰ ਉਹਦੇ ਵੀ ਇੱਕ ਗੱਲ ਉਹਦੇ 'ਚ ਵੀ ਨਿਕਲ ਕੇ ਸਾਹਮਣੇ ਆਈ ਹੈਗੀ ਹੈ ਕਿ ਮਹਾਰਾਸ਼ਟਰ ਦੀ ਜਿਹੜੀ ਸਪੀਸੀ ਹੈਗੀ ਹੈ, ਪ੍ਰਜਾਤੀ ਆ, ਉਹ ਇੱਥੇ ਕੰਮ ਨਹੀਂ ਕਰ ਰਹੀ। ਅਤੇ ਕੀ ਆਪਣੀ ਮੰਗ ਹੈਗੀ ਆ ਵੀ ਇੱਥੋਂ ਆਪਣੀ ਲੋਕਲ, ਆਪਾਂ ਨੂੰ ਜਿਹੜਾ ਲੋਕਲ KVK ਆ ਜਾਂ ਕੋਈ ਲੋਕਲ ਗਵਰਨਮੈਂਟ ਖੇਤੀਬਾੜੀ ਦਾ ਅਦਾਰਾ ਹੈਗਾ ਵੀ ਉਹ ਆਪਾਂ ਨੂੰ ਆਪਣੀ ਜ਼ਮੀਨ 'ਚੋਂ ਕੱਢ ਕੇ ਤਿਆਰ ਕਰਕੇ ਦੇਵੇ। ਆਪਣੀ ਤਾਂ ਮੰਗ ਹੀ ਨਹੀਂ ਹੈਗੀ ਅਜੇ ਤੱਕ। ਇਹ ਸੋਇਲ ਟੈਸਟਿੰਗ ਦੀ ਲੈਬ ਦੀ ਮੰਗ ਨਹੀਂ ਹੈਗੀ ਆਪਣੀ ਤਾਂ ਇੱਕੋ ਹੀ ਮੰਗ ਹੈ ਜੀ, ਸਾਡੀ DAP ਨਹੀਂ ਪਹੁੰਚੀ, ਜੇ DAP ਪਹੁੰਚਦੀ ਕਰੋ। DAP 22 ਦਿਨ ਕਹਿ ਰਿਹਾ ਮੈਂ, 74 ਘੰਟਿਆਂ ਦੇ ਵਿੱਚ ਹੀ ਪਾਉਣ ਤੋਂ ਬਾਅਦ ਜਿੰਨੀ ਵਰਤੀ ਗਈ ਬੂਟੇ ਨੂੰ, ਬਾਕੀ ਸਾਰੀ ਜਿੰਦਾ ਲੱਗ ਜਾਂਦਾ ਹੈ। ਉਹਨੂੰ ਜੀਵਾਣੂਆਂ ਵਿਸ਼ਾਣੂਆਂ ਦੁਆਰਾ ਹੀ ਘੋਲ ਕੇ ਬੂਟੇ ਦੀਆਂ ਜੜ੍ਹਾਂ ਕੋਲੇ ਲਿਆਂਦਾ ਜਾਂਦਾ, ਜਾਂ ਬੂਟੇ ਦੀਆਂ ਜੜ੍ਹਾਂ ਉਹਦੇ ਕੋਲੇ ਜਾਂਦੀਆਂ ਹੈਗੀਆਂ। ਸੋ ਬਹੁਤ ਸਾਰੀਆਂ ਚੀਜ਼ਾਂ ਖੇਤੀ ਦੇ ਵਿੱਚ ਕੰਮ ਦੀਆਂ ਹੈਗੀਆਂ, ਤੁਸੀਂ ਆਪਣੇ ਖਿੱਤੇ ਪੱਖੀ ਉਹਨਾਂ ਦੀ ਚੋਣ ਕਰਕੇ ਅਜਮਾ ਲਓ। ਅਗਰ ਤੁਹਾਡੇ ਖੇਤ 'ਚ ਉਹ ਕੰਮ ਕਰਦੀਆਂ ਹੈਗੀਆਂ ਤਾਂ ਉਹਨੂੰ ਸਾਂਭ ਲਓ, ਨਹੀਂ ਭੁੱਲ ਜਾਓ। ਮੈਂ ਵੀ ਇੱਦਾਂ ਹੀ ਕਰ ਰਿਹਾ, ਲਗਾਤਾਰ ਇੱਦਾਂ ਹੀ ਕਰ ਰਿਹਾ ਹੈਗਾ। ਪਿਛਲੀ ਵਾਰ ਦਾ ਮੇਰੇ ਤੋਂ ਲਗਭਗ 40 ਕਿਲੋਮੀਟਰ ਇੱਕ ਫਾਰਮਰ ਦਾ 11-12 ਕੁਆਂਟਲ ਝਾੜ ਆਇਆ ਹੈਗਾ।
ਹੁਣ ਉਹ ਮੈਂ ਕਦੇ ਵੀ ਕਿਸੇ ਵੈਰਾਈਟੀ ਨਾਲ ਲਿੰਕ ਨਹੀਂ ਕਰਦਾ। ਤੁਹਾਡੇ ਖੇਤਾਂ ਦੇ ਵਿੱਚ 8773 ਲੱਗਦਾ ਰਿਹਾ ਪਹਿਲਾਂ, ਉਹ ਵੀ 15 ਕੁਆਂਟਲ ਤੇ ਕਿਸੇ ਸਮੇਂ ਹੋ ਕੇ ਗਿਆ ਹੈਗਾ, ਅੱਜ ਦੇ ਸਮੇਂ ਨਹੀਂ ਹੋ ਰਿਹਾ। ਸੋਇਲ ਦੀ ਵੀ ਪ੍ਰੋਬਲਮ ਹੈ, ਵੈਰਾਈਟੀ ਟੋਲਰੈਂਸ ਦੀ ਵੀ ਪ੍ਰੋਬਲਮ ਹੈ, ਕਲਾਈਮੇਟ ਦੀ ਵੀ ਪ੍ਰੋਬਲਮ ਹੈ, ਪ੍ਰੈਕਟਿਸ ਦੀ ਵੀ ਪ੍ਰੋਬਲਮ ਆ ਕਿ ਜਿਹੜੀ ਆਪਾਂ ਪ੍ਰੈਕਟਿਸ ਵਰਤ ਰਹੇ ਖੇਤ ਦੇ ਵਿੱਚ ਕੰਮ ਕਰਨ ਦਾ ਤਰੀਕਾ, ਖਾਦ ਪਾਉਣੀ। 2 ਖੇਤ ਹੈ, ਇੱਕ ਖੇਤ ਦੇ ਵਿੱਚ ਪਹਿਲਾ ਪਾਣੀ ਲੱਗ ਰਿਹਾ, ਦੂਜੇ ਖੇਤ 'ਚ ਵੀ ਪਹਿਲਾ ਪਾਣੀ ਲੱਗ ਰਿਹਾ। ਇੱਕ ਨੂੰ ਗੱਟਾ ਪਾ ਕੇ ਯੂਰੀਆ ਦਾ ਪਾਣੀ ਲਾਤਾ, ਦੂਜੇ ਨੂੰ ਯੂਰੀਆ ਪਾਉਣਾ ਭੁੱਲ ਗਏ, ਅਤੇ ਦੂਜੇ 'ਚ ਫਿਰ ਮੱਛਰ ਆਉਣਾ ਭੁੱਲ ਜੂਗਾ। ਉਹ ਜਿਹੜਾ ਮਿੱਠਾ ਨਰਮਾ ਹੋਇਆ ਉੱਥੇ ਹੀ ਜਾਊਗਾ। ਯੂਰੀਆ ਇੱਕ ਕਮਰਸ਼ੀਅਲ ਫਾਰਮਿੰਗ ਦੇ ਵਿੱਚ ਪਲਾਂਟ ਦੀ ਜੁੱਸਾ ਬਣਾਉਣ ਲਈ, ਬਾਇਓਮਾਸ ਬਣਾਉਣ ਲਈ, ਜੜ੍ਹਾਂ ਬਣਾਉਣ ਲਈ, ਤਣਾ ਪੱਤਾ ਰੰਗ ਬਣਾਉਣ ਲਈ ਇੱਕ ਜ਼ਰੂਰੀ ਹੋ ਗਿਆ, ਬਟ ਇਹਨੂੰ ਓਵਰ ਯੂਜ਼ ਕਰਨਾ ਖਤਰਨਾਕ ਹੈ। ਜਿਵੇਂ ਪਹਿਲਾਂ ਗੱਲ ਕਰ ਰਿਹਾ ਸੀ ਵੀ ਕੋਈ ਪਹਿਲਵਾਨ ਆ, ਉਹ ਅੱਧਾ ਲੀਟਰ ਦੁੱਧ ਪੀ ਜੂਗਾ, ਚਲੋ ਲੀਟਰ ਵੀ ਪੀ ਜੂਗਾ, ਬਾਹਲਾ ਤਕੜਾ ਸਿਸਟਮ ਹੈਗਾ, ਅਤੇ 5 ਲੀਟਰ ਜੇ ਉਹ ਸ਼ਰਤ ਲਾ ਕੇ ਵੀ ਪੀ ਗਿਆ ਅਤੇ ਫਿਰ ਉਹਦਾ ਸਿਸਟਮ ਖਰਾਬ ਹੋ ਜਾਣਾ। ਆਪਣੇ ਖੇਤ ਨੂੰ ਯੂਰੀਆ, ਮੈਂ ਦੇਖ ਰਿਹਾ ਹੈਗਾ ਇੱਕ ਫਾਰਮਰ ਨੇ 6 ਵਾਰ ਯੂਰੀਆ ਪਾਉਣਾ, ਇੱਕ ਨੇ 6 ਗੱਟੇ ਪਾ ਦੇ, ਦੂਜੇ ਨੇ ਅੱਧਾ ਗੱਟਾ ਪਾਇਆ, ਉਹਦੇ 3 ਗੱਟੇ ਪਾ ਦੇ, ਤੀਜੇ ਨੇ 2 ਹੀ ਪਾਏ, ਉਹ ਯੂਰੀਆ ਉਹਨੇ ਵੀ 6 ਵਾਰੀ ਹੀ ਪਾਇਆ। ਤਾਂ ਪਹਿਲੇ ਦੋਵਾਂ ਦੇ ਜ਼ਿਆਦਾ ਚਾਂਸਸ ਹੈਗੇ ਆ ਵੀ ਉਹ ਵਧੀਆ ਫਸਲ ਲਊਗਾ, ਕਿਉਂਕਿ ਉਹਦੀ ਫਸਲ ਨੂੰ ਯੂਰੀਏ ਨੇ ਧੱਕਾ ਹਿਸਾਬ ਨਾਲ ਮਾਰਿਆ ਅਤੇ ਪੱਤਾ ਨਹੀਂ ਜ਼ਿਆਦਾ ਬਣਿਆ ਹੈਗਾ, ਬੂਟਾ ਠੀਕ ਠਾਕ ਬਣਿਆ। ਅੱਗੇ ਜਾ ਕੇ ਜਿਹੜੇ ਬੂਟੇ ਦੇ ਵਿੱਚ ਯੂਰੀਏ ਨਾਲ ਕੰਮ ਹੋਣੇ ਸੀ ਉਹ ਹੋ ਗਏ। ਇੱਕ ਬੰਦੇ ਨੇ ਕੀ ਕੀਤਾ, ਯੂਰੀਆ ਨਾਲ ਸਵਾਨ ਵੀ ਪਾਤੇ, ਯੂਰੀਆ ਦੇ ਨਾਲ ਪਤਾ ਨਹੀਂ ਕਿਆ ਕੁਛ ਪਾਤਾ, ਵੀ ਉਹਨੇ ਕਿਹੜਾ ਬੂਟਾ ਬਹੁਤ ਸੋਹਣਾ ਬਣਾ ਲਿਆ। ਤਾਂ ਅੱਗੇ ਜਾ ਕੇ ਉਹ ਬੂਟੇ ਦਾ ਜਿਹੜਾ ਤੰਤਰ ਆ, ਬੂਟੇ ਦਾ ਇਮਿਊਨ ਸਿਸਟਮ ਆ, ਬੂਟੇ ਦਾ ਜਿਹੜਾ ਰੋਗ ਪ੍ਰਕਿਰਿਆਵਾਂ ਵਾਲਾ ਸਿਸਟਮ ਹੈ, ਰੋਕਣ ਵਾਲਾ, ਉਹਦੀ ਫੌਜ ਆ ਅੰਦਰਲੇ ਪਾਸੇ, ਉਹ ਬਹੁਤ ਕਮਜ਼ੋਰ ਰਹਿੰਦੀ ਆ, ਉਹਨੂੰ ਬਿਮਾਰੀਆਂ ਭੱਜ ਕੇ ਪੈਂਦੀਆਂ। ਤੁਸੀਂ ਇਹ ਟਰਾਈ ਕਰ ਲਿਓ। ਓਵਰ ਯੂਜ਼ ਆਫ ਯੂਰੀਆ, ਜਿਹੜਾ ਆਪਾਂ ਜ਼ਿਆਦਾ ਵਰਤੋਂ ਕਹਿੰਦੇ ਹਾਂ ਯੂਰੀਆ ਦੀ, ਇਹਦੇ ਕਰਕੇ ਤੇਲਾ ਵੱਧ ਆਉਂਦਾ, ਇਹਦੇ ਕਰਕੇ ਬਲਾਸਟ ਜ਼ਿਆਦਾ ਆਉਂਦਾ। ਜਿਹੜੀਆਂ ਨਵੀਆਂ ਵੈਰਾਈਟੀਆਂ ਆਈਆਂ ਹੈਗੀਆਂ, ਇਹ ਬਹੁਤ ਸਾਰੇ ਫਾਰਮਰ ਪੁੱਛਦੇ ਹੈਗੇ ਆ ਵੀ 1886 'ਚ ਕਿੰਨਾ ਯੂਰੀਆ ਵਰਤਿਆ ਜਾਵੇ। ਡਾਕਟਰ ਸਾਹਿਬ ਨਾਲ ਇਹਦੇ ਨਾਲ ਇੰਟਰਵਿਊ ਕਰਕੇ ਵੀ ਆਪਾਂ ਪਾਈ ਹੈਗੀ ਆ ਵੀ ਇਹ ਵੱਡੀ ਪ੍ਰੈਕਟਿਸ ਆ। 1401 ਦੇ ਵਿੱਚ ਫਾਰਮਰ 5 ਥੈਲਿਆਂ ਤੱਕ ਪਾ ਦਿੰਦੇ ਹੈਗੇ ਆ, 4 ਥੈਲਿਆਂ ਤੱਕ ਯੂਰੀਆ ਪਾ ਦਿੰਦੇ ਹੈਗੇ ਆ, ਕਿਉਂਕਿ ਲੰਬੇ ਸਮੇਂ ਦੀ ਕਿਸਮ ਆ। ਪਰ ਯੂਰੀਆ ਇਕੱਲੀ ਇੰਪੋਰਟੈਂਟ ਨਹੀਂ ਹੈਗੀ, ਯੂਰੀਆ 17 ਤੱਤਾਂ ਦੇ ਵਿੱਚੋਂ ਇੱਕ ਤੱਤ ਪੂਰਾ ਕਰਦੀ ਹੈ, ਨਾਈਟ੍ਰੋਜਨ। ਉਹ ਤਾਂ ਬਾਰਿਸ਼ ਦੇ ਪਾਣੀ 'ਚ ਵੀ ਹੁੰਦਾ, ਉਹਦਾ ਤੁਹਾਡਾ ਘੱਗਰ ਦਾ ਪਾਣੀ ਜਿੱਥੇ ਲੱਗਦਾ ਹੈਗਾ ਉੱਥੇ ਬਹੁਤ ਜ਼ਿਆਦਾ ਹੁੰਦਾ। ਜਿਹੜਾ ਤੁਹਾਡਾ ਨਹਿਰੀ ਪਾਣੀ ਆ ਉਹਦੇ 'ਚ ਵੀ ਯੂਰੀਆ ਹੁੰਦਾ, ਨਾਈਟ੍ਰੋਜਨ ਹੁੰਦੀ ਹੈ। ਤਾਂ ਫਿਰ ਆਪਾਂ ਥੈਲੇ ਬੰਦ ਸਿਰਫ ਇਕੱਲੇ ਯੂਰੀਆ ਨੂੰ ਹੀ ਕਿਉਂ ਪ੍ਰੋਡਕਟ ਬਣਾ ਲਿਆ ਹੈਗਾ? ਕਹਿੰਦੇ ਅੱਧੇ ਗੱਡੇ ਦਾ ਛਿੱਟਾ ਹੀ ਨਹੀਂ ਆਉਂਦਾ ਹੈਗਾ। ਇਹ ਬਹੁਤ ਫਾਰਮਰਾਂ ਦੀ ਮਾਨਸਿਕਤਾ ਹੈਗੀ ਆ। ਫਿਰ ਜਿਹੜਾ ਉਹ ਤੁਸੀਂ ਨਾਲ 500 ਗ੍ਰਾਮ ਵਾਲਾ ਫੰਗੀਸਾਈਡ ਪਾ ਰਹੇ ਹੋ, ਛਿੱਟਾ ਤਾਂ ਉਹਦਾ ਵੀ ਨਹੀਂ ਆਉਂਦਾ ਹੈਗਾ, ਉਹਨੇ ਵੀ ਕਿਆ ਕੰਮ ਕਰਨਾ ਹੈਗਾ। ਮਿੱਟੀ ਦੇ ਵਿੱਚ ਜਿੰਨੀ ਬਾਇਓਲੋਜੀਕਲੀ, ਮੈਂ ਕਹਿ ਰਿਹਾ ਸੀਗਾ ਪਹਿਲਾਂ ਕਿ ਟਰਾਈਕੋਡਰਮਾ ਸਾਰੇ ਖੇਤਾਂ 'ਚ ਇਕੱਠਾ ਜਾਂ ਮਾਈਕੋਰਾਈਜ਼ਾ ਜਾਂ ਹੋਰ ਕੋਈ ਬਾਇਓਲੋਜੀਕਲ ਪ੍ਰੋਡਕਟ ਕੰਮ ਨਹੀਂ ਸੇਮ ਤਰੀਕੇ ਨਾਲ ਕਰਦਾ ਹੈਗਾ, ਕਿਉਂਕਿ ਉਹਨੂੰ ਜਿਹੜੀ ਪਹਿਲਾਂ ਬੇਸਿਕ ਡਿਵੈਲਪਮੈਂਟ ਹੋਣ ਵਾਸਤੇ, ਆਪਣੀਆਂ ਕਲੋਨੀਆਂ ਬਣਾਉਣ ਵਾਸਤੇ ਜਿਹੜੀ ਖੁਰਾਕ ਚਾਹੀਦੀ ਹੈਗੀ ਆ, ਉਹ ਆਰਗੈਨਿਕ ਕਾਰਬਨ ਆ। ਉਹ ਮਿੱਟੀ ਦੇ ਵਿੱਚ ਸਿੱਲ ਹੈ, ਮਿੱਟੀ ਦੀ ਤਾਕਤ। ਜੇ ਉਹੀ ਆਪਣੇ ਖੇਤ ਦੇ ਵਿੱਚ ਹੈ ਨਹੀਂ ਗੀ ਤਾਂ ਫਿਰ ਉਹੀ ਗੱਲ ਹੋ ਗਈ ਕਿ ਬਹੁਤੇ ਡਾਕਟਰ ਜਵਾਬ ਦੇ ਦਿੰਦੇ ਹੈਗੇ ਆ। ਟੀਕਾ ਲਾਉਣ, ਹਾਰਟ ਦੀ ਕੋਈ ਸਰਜਰੀ ਹੋਣੀ ਹੋਵੇ, ਮਹਿੰਗਾ ਟੀਕਾ ਲੱਗਣਾ ਹੋਵੇ, ਕੋਈ 15,000 ਰੁਪਏ ਦਾ, ਡਾਕਟਰ ਪਹਿਲਾਂ ਲੈਟਰ ਪੈਡ 'ਤੇ ਲਿਖਾ ਲੈਂਦਾ ਵੀ ਮੇਰੀ ਗਰੰਟੀ ਕੋਈ ਨਹੀਂ, ਬੰਦਾ ਤੁਹਾਡਾ ਕਮਜ਼ੋਰ ਆ, ਟੀਕਾ ਲੱਗ ਗਿਆ, ਟੀਕਾ ਲੱਗਣ ਤੋਂ ਬਾਅਦ ਵੀ ਮਰ ਸਕਦਾ। ਇਹੀ ਆਪਣੇ ਖੇਤ 'ਚ ਹੋ ਰਿਹਾ ਕਿ ਆਪਣੇ ਉਹ ਚੀਜ਼ਾਂ ਓਨਾ ਕੰਮ ਹੀ ਨਹੀਂ ਕਰ ਪਾਉਂਦੀਆਂ, ਕਿਉਂਕਿ ਆਪਣੇ ਖੇਤ ਦੀ ਤਾਕਤ ਆ ਜਿਹੜੀ ਮੇਨ ਬਲੱਡ ਆ, ਜਿਹਨੂੰ ਆਪਾਂ ਇੱਕ ਆਰਗੈਨਿਕ ਕਾਰਬਨ ਤੁਸੀਂ ਬਲੱਡ ਕਹਿ ਸਕਦੇ ਹੋ ਖੇਤ ਦਾ। ਜਿਹੜੇ ਬੰਦੇ ਦਾ ਖੂਨ ਹੀ 3 ਗ੍ਰਾਮ ਆ, ਉਹਨੇ ਫਿਰ 50 ਕਿਲੋ ਵਾਲੀ ਐਥਲੀਟ 'ਚ ਥੋੜ੍ਹੀ ਹਿੱਸਾ ਲੈਣਾ ਹੈਗਾ, ਉਹ ਤਾਂਸ ਵਗੈਰਾ ਹੀ ਖੇਡ ਸਕਦਾ ਹੈਗਾ। ਇਹ ਸਮੱਸਿਆ ਆਪਣੇ ਖੇਤੀਆਂ ਦੇ ਵਿੱਚ ਜ਼ਿਆਦਾ। ਮੈਂ ਨਰਮੇ ਬਾਰੇ ਥੋੜ੍ਹਾ ਜਿਹਾ ਸਮਾਂ ਲਵਾਂ ਕਿ ਨਰਮਾ ਇੱਕ ਇਹੋ ਜਿਹਾ ਪਲਾਂਟ ਆ, ਖਾਸ ਕਰਕੇ BT, ਕਿ ਇਹਦੇ ਕੋਲ ਜੜ ਬਣਾਉਣ ਦਾ ਜਿਹੜਾ ਸਮਾਂ ਹੈਗਾ ਉਹ ਪਹਿਲੇ 55, 58, 60 ਦਿਨ ਦਾ ਹੀ ਹੈ। ਮਾੜੀਆਂ ਜ਼ਮੀਨਾਂ ਵਿੱਚ ਜਿੱਥੇ ਦਰੂੜੀ ਨਹੀਂ ਪੈਂਦੀ ਹੈਗੀ, ਜਿੱਥੇ ਪਾਣੀ ਦੀ EC ਬਹੁਤ ਜ਼ਿਆਦਾ ਹੈ, ਪਾਣੀ ਲੂਣਾ ਗਾ, ਐਲਕੇਲਾਈਨ ਆ, ਜਾਂ ਨਹਿਰੀ ਪਾਣੀ ਦੀ ਕਮੀ ਆ, ਜਾਂ ਮੋਟਰਾਂ ਦਾ ਪਾਣੀ ਗੰਦਾ, ਕੌੜਾ, ਕਾਲਾ ਸੋਰਾ ਜਿਨ੍ਹਾਂ ਦੇ ਵਿੱਚ ਖਾਸ ਕਰਕੇ, ਉੱਥੇ ਜੜ੍ਹਾਂ ਦੀ ਮਾਤਰਾ ਆਮ ਚੰਗੀਆਂ ਸਿਹਤਮੰਦ ਜ਼ਮੀਨਾਂ ਦੇ ਨਾਲੋਂ ਤੀਜਾ ਹਿੱਸਾ ਹੁੰਦੀ ਹੈ। ਅਤੇ ਜਦੋਂ ਜੜ ਹੀ ਆਪਣੀ ਸੁਰੱਖਿਅਤ ਨਹੀਂ ਹੈਗੀ, ਜੜ ਦਾ ਏਰੀਆ ਹੀ ਵਧੀਆ ਨਹੀਂ ਹੈਗਾ, ਅਤੇ ਫਿਰ ਆਪਣੀ ਫਸਲ ਦਾ ਜਿਹੜਾ ਮੂੰਹ ਆ, ਜਿੱਥੋਂ ਉਹਨੇ ਖੁਰਾਕ ਲੈ ਕੇ ਸਾਰੇ ਬੂਟੇ 'ਚ ਭੇਜਣੀ ਹੈਗੀ ਆ, ਅਤੇ ਫਿਰ ਉਹ ਖੁਰਾਕ ਦੀ ਮਾਤਰਾ ਬਹੁਤ ਘੱਟ ਹੋਵੇਗੀ। ਬੂਟੇ ਦੇ ਵਿੱਚ ਫਲ ਝੜਨ ਦੀ ਸਮੱਸਿਆ, ਛੋਟਾ ਟੀਂਡਾ ਬਣਨਾ, ਵੇਟ ਲਾਸ, ਇਹ ਸਮੱਸਿਆਵਾਂ ਤਾਂ ਫਿਰ ਆਮ ਹੀ ਹੋਣਗੀਆਂ। ਉਹਦੀ ਜੜ ਨੂੰ ਵਧਾਉਣਾ ਕਿਵੇਂ ਆ? ਮਿੱਟੀ ਪੋਲੀ ਹੋਣੀ ਚਾਹੀਦੀ ਹੈ। ਤੁਸੀਂ ਵਰਮੀ ਕੰਪੋਸਟ ਪਾ ਲਓ, ਜੈਟੋਨਿਕ ZX ਦਾ ਜਿਹੜਾ ਗੋਧਨ ਆਉਂਦਾ ਹੈਗਾ, ਟਰੀਟਮੈਂਟ ਕਰਕੇ। ਮੇਰੀ ਵੀ ਨਾ ਮੰਨੋ, ਇਹਨਾਂ ਦੀ ਵੀ ਨਾ ਮੰਨੋ,
ਕਨਾਲ 'ਚ ਮਰਲੇ 'ਚ ਕੋਈ 2 ਕਨਾਲ 'ਚ ਐਕਸਪੈਰੀਮੈਂਟ ਕਰਕੇ ਦੇਖ ਲਓ। ਕਿਹੜਾ ਆਖਰੀ ਵਾਰ ਵੀ ਨਹੀਂ ਖੇਤੀ ਕਰ ਰਹੇ ਆਪਾਂ, ਪਹਿਲੀ ਵਾਰ ਵੀ ਨਹੀਂ ਕਰ ਰਹੇ, ਲਗਾਤਾਰ ਹੀ ਕਰਨੀ ਹੈ। ਪਰ ਲਗਾਤਾਰ ਆਪਣੀ ਖੇਤੀ ਦੇ ਵਿੱਚ ਵਿਉਂਤਬੰਦੀ ਇਸ ਤਰੀਕੇ ਦੀ ਹੋਣੀ ਚਾਹੀਦੀ ਆ ਕਿ ਆਪਾਂ ਖੇਤੀ ਦੀ ਸਿਹਤ ਆ ਜਿਹੜੀ ਉਹ ਅੱਗੇ ਲੈ ਕੇ ਜਾਣੀ ਆ। ਕਿਸੇ ਸਮੇਂ ਜੇਕਰ ਆਪਣੇ ਇੱਥੇ ਚੰਗਾ ਝਾੜ 16 ਕੁਆਂਟਲ ਨਰਮਾ 40 ਮਣ ਹੋ ਕੇ ਗਿਆ ਹੈਗਾ, ਉੱਦਾਂ ਦੀ ਕੁਦਰਤ ਆਪਣੇ 'ਤੇ ਮਿਹਰਬਾਨ ਹੋ ਜੇ ਤੇ ਆਪਾਂ 20 ਕੱਢਾਂਗੇ। ਪਰ ਪ੍ਰੈਕਟਿਸ ਚੇਂਜ ਬਹੁਤ ਜ਼ਰੂਰੀ ਆ। 3 ਫਾਲੇ ਵਾਲਾ ਨਰਮਾ ਵੀ ਲਾਉਂਦੇ ਆ ਫਾਰਮਰ, ਇੱਥੇ ਕਿਹੜਾ ਲੱਗਦਾ 4 ਵਾਲਾ ਕਿ 3 ਵਾਲਾ ਹੈ ਜੀ? ਦੋਨੋਂ ਹੀ ਲੱਗਦੇ ਆ। ਹਾਂ, ਇਹ ਪ੍ਰੈਕਟਿਸ ਜਿਹੜੇ ਗੁਜਰਾਤ ਦੀ ਮੈਂ ਗੱਲ ਕਰ ਰਿਹਾ ਸੀ, ਕਿਸੇ ਫਾਰਮਰ ਦੇ ਕੋਲ ਜਿਹੜਾ ਇੰਨਾ ਵਧੀਆ ਉਤਪਾਦਨ ਆ ਰਿਹਾ ਹੈਗਾ ਤੇ ਉਹਨਾਂ ਦੀ ਪ੍ਰੈਕਟਿਸ 'ਚ ਚੇਂਜ ਹੈਗਾ। ਉਹ 2 ਓੜੇ ਲਾਉਂਦੇ ਨੇ 26 ਇੰਚ ਤੇ, ਉਸ ਤੋਂ ਬਾਅਦ ਫਿਰ ਜਿਹੜੇ 2 ਓੜੇ ਲੱਗਣਗੇ ਉਹਨਾਂ ਦੇ ਵਿੱਚ ਜਿਹੜਾ ਅੰਤਰ ਆ ਉਹ 7 ਫੁੱਟ ਦਾ ਰੱਖਦੇ ਨੇ। ਮਤਲਬ ਆਹ ਜਿਹੜੀ ਲਾਈਨ ਲੱਗੀ ਆ ਇਹ ਖਾਲ ਪੈ ਗਿਆ, ਇਹਦੇ ਵਿੱਚ ਹੀ ਪਾਣੀ ਜਾਣਾ, ਇਹਦੇ ਵਿੱਚ ਹੀ ਖਾਦ ਜਾਣੀ ਹੈ, ਇਹਦੇ 'ਚ ਨਦੀਨ ਕੰਟਰੋਲ ਹੋਣੇ ਆ। ਤੇ ਇਹਦੀ ਬਿਜਾਈ ਤੋਂ ਪਹਿਲਾਂ ਸੁੱਕਾ ਬਾਣ ਤਿਆਰ ਕਰ ਲੈਣਾ, ਖੱਡੇ ਪੱਟ ਲੈਣੇ ਆ ਖਾਲ ਪਾ ਕੇ, ਤੇ ਪਹਿਲਾਂ ਪੱਕੀ ਹੋਈ ਰੂੜੀ ਪਾ ਦੇਣੀ ਹੈਗੀ, ਤੇ ਉਸ ਤੋਂ ਬਾਅਦ ਮਿੱਟੀ ਪਾ ਕੇ ਬੀਜ ਰੱਖ ਕੇ ਫਿਰ 1 ਇੰਚ ਮਿੱਟੀ ਪਾ ਕੇ ਪਾਣੀ ਲਾਉਣਾ ਕਿ ਬੂਟਾ ਪਹਿਲਾਂ ਸ਼ੁੱਧ ਮਿੱਟੀ ਦੇ ਵਿੱਚ ਉਗਰੇ, ਟੌਪ ਸੋਇਲ ਦੇ ਵਿੱਚ, ਤੇ ਜਦੋਂ ਹੀ ਉਹ ਕੋਈ 12-15 ਦਿਨ ਦਾ ਹੁੰਦਾ ਉਹਦਾ ਜੜ ਬਣਾਉਣ ਦਾ ਸਿਸਟਮ ਚੱਲ ਰਿਹਾ ਹੁੰਦਾ, ਉਹਨੂੰ ਖੁਰਾਕ ਲੱਭ ਜੇ ਤੇ ਉਹ ਮਣਾ ਮੂੰਹੀ ਖੁਰਾਕ ਖਾਵੇ ਤੇ ਜੜ ਵੀ ਵਧਾਵੇ ਤੇ ਜੁੱਸਾ ਵੀ ਬਣਾਵੇ। ਫਿਰ ਉਹਦਾ ਇਹੋ ਜਿਹਾ ਗੇਅਰ ਪੈਂਦਾ ਹੈਗਾ ਵੀ ਉਹ ਫਿਰ ਟੌਪ ਹਾਈ ਗੇਅਰ 'ਚ ਚੱਲਦਾ ਹੈਗਾ। ਜਦੋਂ ਵੀ ਉਹਨੂੰ ਫਰੂਟ ਆਉਂਦਾ ਉਹ ਇੱਕ ਵੀ ਫਰੂਟ ਨਹੀਂ ਗਿਰਦਾ ਹੈਗਾ। ਜਿਹੜਾ ਕੰਮ ਯੂਰੀਆ DAP ਨੇ ਕੁਝ ਘੰਟਿਆਂ ਦੇ ਲਈ ਕਰਨਾ ਹੁੰਦਾ ਉਹ ਦਿਨ ਰਾਤ ਕਰਦਾ, ਸੈਕਿੰਡ ਬਾਏ ਸੈਕਿੰਡ ਕੰਮ ਕਰਦਾ। ਤੇ ਆਪਾਂ ਤਾਂ ਇੱਥੇ ਹੀ ਬਹੁਤ ਜ਼ਿਆਦਾ ਵੱਡੀ ਪ੍ਰੋਬਲਮ 'ਚ ਰਹਿੰਦੇ ਹੈਗੇ ਆ ਕਿ ਸਾਡੇ ਤਾਂ ਮੋਥਰਾ ਨਹੀਂ ਕੰਟਰੋਲ ਹੋਇਆ ਜੀ। ਮੋਥਰਾ ਤੇ ਹੁਣ ਕੁਦਰਤ ਨੇ ਗਰਮ ਹਵਾਵਾਂ ਹੀ ਨਹੀਂ ਚੱਲੀਆਂ ਹੈਗੀਆਂ, ਵਾਹਣ ਸੁੱਕੇ ਵਾਹੇ ਨਹੀਂ ਗਏ, ਤੇ ਮੋਥਰਾ ਕਿੱਥੋਂ ਕੰਟਰੋਲ ਹੋਣਾ ਹੈਗਾ। ਨਦੀਨ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਹੈਗੀ, ਇਹ ਤੁਸੀਂ ਜ਼ਿੰਦਗੀ ਭਰ ਨੋਟ ਕਰ ਲਿਓ। ਕਣਕ ਹੁਣ ਤੁਹਾਡੇ ਮੱਕੀਆਂ ਲੱਗੀਆਂ ਹੋਈਆਂ, ਕਈ ਖੇਤਾਂ ਦੇ ਵਿੱਚ ਮੱਕੀਆਂ ਹੋਣੀਆਂ ਸਾਈਲੇਜ ਵਾਲੀਆਂ, ਉਹਨਾਂ 'ਚ ਕਣਕ ਉਗਰੀ ਹੋਈ ਆ, ਬਾਥੂ ਉਗਰਿਆ ਹੋਇਆ, ਗੁੱਲੀ ਡੰਡਾ ਹੈ ਜੀ। ਹਾਂ, ਨਰਮੇ 'ਚ ਵੀ ਉੱਗੀ ਹੋਈ ਹੈ ਕਣਕ, ਮਰੀ ਨਹੀਂ ਹੈਗੀ ਕਿਉਂਕਿ ਇਨਵਾਇਰਮੈਂਟ ਰਾਤ ਦਾ ਠੰਡਾ ਚੱਲ ਰਿਹਾ ਹੈਗਾ। ਫਿਰ ਉਹ ਨਰਮਾ ਮੇਨ ਫਸਲ ਆ, ਬਾਕੀ ਚੀਜ਼ਾਂ ਤਾਂ ਨਦੀਨ ਹੋ ਗਈਆਂ, ਪਰ ਕਣਕ ਤੇ ਨਦੀਨ ਨਹੀਂ ਹੈਗੀ ਨਾ। ਕਣਕ ਦੇ ਵਿੱਚ ਬਾਥੂ ਹੁੰਦਾ। ਇਹ ਜਿੰਨੀਆਂ ਵੀ ਤੁਸੀਂ ਨਦੀਨ ਕਾਊਂਟ ਕੀਤਾ ਹੈਗਾ ਸਾਡੇ ਜੀ, ਇਹ ਫਸਲ ਹੁੰਦੀ ਹੈ। ਮੋਥਰਾ ਹੋ ਗਿਆ ਜੀ, ਬੇਲ ਹੋ ਗਈ, ਇੱਟ-ਸਿੱਟ ਹੋ ਗਈ, ਹੋਰ ਬੂਟੇ, ਇਹ ਸਾਰੀਆਂ ਫਸਲਾਂ ਹੈ ਬਟ ਕਮਰਸ਼ੀਅਲ ਨਹੀਂ ਹੈਗੀਆਂ। ਤੁਹਾਡੀ ਕਣਕ ਕਮਰਸ਼ੀਅਲ ਹੈ, ਨਰਮਾ ਤੁਹਾਡਾ ਕਮਰਸ਼ੀਅਲ ਫਸਲ ਆ, ਤੁਸੀਂ ਖੁਦ ਵੀ ਕਮਰਸ਼ੀਅਲ ਹੋ। ਪਰ ਆਪਣੇ ਸਮੱਸਿਆ ਕੀ ਚੱਲਦੀ ਹੈਗੀ ਹੈ ਕਿ ਖੇਤੀ ਦੇ ਵਿੱਚ ਜਿੰਨੀਆਂ ਪ੍ਰੋਬਲਮਾਂ ਹੈਗੀਆਂ ਉਹਦੇ 'ਤੇ ਜਿਹੜੇ 100 ਚੋਂ 25 ਬੰਦੇ ਖੇਤੀ ਨਹੀਂ ਕਰਦੇ, ਬਾਕੀ 75 ਬੰਦੇ ਖੇਤੀ ਕਰਦੇ ਹੈਗੇ ਆ, ਤਾਂ ਉਹ 25 ਬੰਦੇ ਇਹਨਾਂ ਸਮੱਸਿਆਵਾਂ ਨੂੰ ਲੈ ਕੇ ਬਾਇਸਡ ਇਨਫੋਰਮੇਸ਼ਨ ਤੇ ਜਾਂ ਆਪਣਾ ਸਮਾਨ ਵੇਚ ਜਾਂਦੇ ਹੈਗੇ ਆ, ਤਾਂ ਤੁਹਾਡੀ ਸਮੱਸਿਆ ਜਿਉਂ ਦੀ ਤਿਉਂ ਰਹਿੰਦੀ ਹੈ। ਕਿਉਂਕਿ ਇੱਕ ਫਾਰਮਰ ਹੀ ਹੈਗਾ ਪੂਰੇ ਵਰਲਡ ਦੇ ਵਿੱਚ ਜਿਹੜਾ ਸਰਵਾਈਵ ਕਰ ਰਿਹਾ ਤੇ ਕਰੇਗਾ, ਅੱਗੇ ਪਹਿਲਾਂ ਵੀ ਕਰ ਰਿਹਾ ਸੀਗਾ। ਤੁਹਾਡੀ 5 ਵਾਰੀ ਫਸਲ ਨਾ ਹੋਵੇ, 6ਵੀਂ ਵਾਰ ਖੇਤ ਖਾਲੀ ਛੱਡ ਦਿਓਗੇ? ਲਾਓਗੇ ਨਾ, ਫਿਰ ਵੀ ਫਸਲ ਲਾਓਗੇ ਤੁਸੀਂ। ਇਹ ਸਿਰਫ ਕਰੈਕਟਰ ਤੁਹਾਡੇ 'ਚ ਆ। ਅਗਰ ਇੱਥੇ ਮੰਨ ਲਓ ਕੋਈ ਮਿੱਲ ਹੁੰਦਾ, ਕੋਈ ਫੈਕਟਰੀ ਹੁੰਦੀ, ਇਹ ਬੰਦਾ 5 ਵਾਰ ਫੇਲ ਹੋ ਜਾਂਦਾ, 6ਵੀਂ ਵਾਰ ਵੇਚ ਕੇ ਤੁਰ ਜਾਂਦਾ। ਇਹ ਸਹੀ ਗੱਲ ਹੈ ਗਲਤ ਗੱਲ ਆ? ਪਰ ਖੇਤੀ ਦੇ ਵਿੱਚ ਨਹੀਂ ਇਹ ਹੁੰਦਾ ਹੈਗਾ, ਕਿਉਂਕਿ ਖੇਤੀ ਦੇ ਵਿੱਚ ਜਿਹੜੇ 100 ਦੇ ਵਿੱਚੋਂ 75 ਬੰਦੇ ਖਾਸ ਕਰਕੇ, ਚਾਹੇ ਐਜੂਕੇਟਡ ਆ ਨੋਨ ਐਜੂਕੇਟਡ ਹੈਗੇ ਆ, ਖੇਤੀ ਦੇ ਨਾਲ ਜੁੜੇ ਹੋਏ ਆ, ਖੇਤੀ ਦੇ ਵਿੱਚੋਂ ਖਾਂਦੇ ਵੀ ਆ ਤੇ ਆਪਣੇ ਆਪ ਦਾ ਬਿਜ਼ਨਸ ਵੀ ਕਰਦੇ ਹੈਗੇ ਆ। ਉਹਨਾਂ ਨੂੰ ਕਸਟਮਰ ਬਣਾ ਕੇ ਰੱਖਿਆ ਹੋਇਆ, ਉਹ ਉਹਨਾਂ ਦੀ ਆਪਣੀ ਮਾਨਸਿਕਤਾ ਕਰਕੇ ਹੀ ਹੈਗਾ। ਆਪਾਂ ਤੁਸੀਂ ਦੇਖੋ ਵੀ 5 ਏਕੜ ਦਾ ਫਾਰਮਰ ਕਿੰਨੀ ਜ਼ਿਆਦਾ ਮਰਜ਼ੀ ਕੰਜੂਸੀ ਕਰ ਲੇ, ਲੱਖ ਰੁਪਏ ਦਾ ਸਾਲ ਦਾ ਖਰਚ ਹੋਊਗਾ ਨਾ। 5 ਕਿੱਲਿਆਂ ਦੇ ਵਿੱਚ ਜਿੰਨੀ ਮਰਜ਼ੀ ਵਧੀਆ ਫਸਲ ਕੱਢ ਲੇ, 6 ਲੱਖ ਤੋਂ ਵੱਧ ਤਾਂ ਫਸਲ ਨਹੀਂ ਕੱਢ ਸਕਦਾ। ਲੱਖ ਰੁਪਈਆ ਉੱਡ ਗਿਆ, 5 ਲੱਖ 5 ਕਿੱਲਿਆਂ ਦੇ ਵਿੱਚੋਂ 5 ਲੱਖ ਹੀ ਬਚ ਸਕਦਾ, ਇਦੋਂ ਵੱਧ ਨਹੀਂ। ਤੇ ਜੇ ਮੈਂ ਤੁਹਾਨੂੰ ਕੋਈ ਫਾਰਮਰ ਮਿਲਾਵਾਂ ਵੀ 5 ਕਿੱਲਿਆਂ ਦੇ ਵਿੱਚੋਂ 18-20 ਲੱਖ ਰੁਪਈਆ ਇਕੱਲੀ ਇਨਕਮ ਹੀ ਕੱਢ ਰਿਹਾ ਖਰਚੇ ਛੱਡ ਕੇ, ਤੇ 15-20 ਬੰਦਿਆਂ ਨੂੰ ਰੋਜ਼ਗਾਰ ਵੀ ਦੇਈ ਬੈਠਾ, ਫਿਰ ਕਿਉਂਕਿ ਆਪਣੀ ਹਜੇ ਤੱਕ ਉਸ ਲੈਵਲ ਦੀ ਮਾਨਸਿਕਤਾ ਹੀ ਨਹੀਂ ਗਈ ਹੈਗੀ ਕਿ ਆਪਾਂ ਵੀ ਕਰ ਸਕਦੇ ਹਾਂ। ਲੋਕ 2-2 ਮਰਲੇ ਦੀਆਂ ਦੁਕਾਨਾਂ ਦੇ ਵਿੱਚ ਬਹੁਤ ਵਧੀਆ ਸਿਸਟਮ ਕਰੀ ਬੈਠੇ ਹੈਗੇ ਆ, ਬਟ ਤੁਹਾਡੇ ਖੇਤਾਂ ਦੇ ਵਿੱਚ ਜਿਹੜਾ ਐਡੀ ਵੱਡੀ ਲੈਬ ਆ ਜਿੱਥੇ ਤੁਸੀਂ ਪਤਾ ਹੀ ਨਹੀਂ ਕਿੰਨੇ ਕੁ ਟਰਾਇਲ ਕਰ ਸਕਦੇ ਹੋ। 2 ਵਾਰੀ ਟਰਾਇਲ ਕਰ ਲਓ, 4 ਵਾਰੀ ਕਰ ਲਓ, 100 ਵਾਰੀ ਕਰ ਲਓ, 2 ਵਾਰੀ ਤਾਂ 100 ਚੋਂ ਸਫਲ ਹੋਵਾਂਗੇ ਆਪਾਂ। ਅਗਰ ਕੋਈ ਸਫਲ ਹੋ ਜਾਂਦਾ ਹੈਗਾ ਉਹਨੂੰ ਡਾਕਟਰ ਕਹਿਣ ਲੱਗ ਜਾਂਦੇ ਆ, ਉਹਨੂੰ ਕਮਲਾ ਕਹਿਣ ਲੱਗ ਜਾਂਦੇ ਹੈਗੇ ਆ। ਆਪਣੀ ਜਿਹੜੀ ਆਪਣਾ ਭਾਈਚਾਰਾ ਖਾਸ ਕਰਕੇ ਪੰਜਾਬੀ ਲਾ ਲਓ, ਹਰਿਆਣੇ ਵਾਲਿਆਂ ਦਾ ਵੀ ਸਿਸਟਮ ਸੇਮ ਹੀ ਆ ਕਿ ਆਪਾਂ ਸੁਣਦੇ ਵੀ ਕਿਸੇ ਦੀ ਨਹੀਂ ਤੇ ਦੱਸਦੇ ਵੀ ਕਿਸੇ ਨੂੰ ਨਹੀਂ ਹੈਗੇ। ਅਗਰ ਚੰਗਾ ਹੋ ਜਾਂਦਾ, ਚੋਰੀ ਮੋਰੀ ਸਾਰਾ ਸਮਾਨ ਦੁਕਾਨਾਂ ਤੋਂ ਹੀ ਆਉਣਾ ਹੈਗਾ। ਤੁਸੀਂ ਇਹਨਾਂ ਨੂੰ ਕਹੋ ਵੀ ਸਾਨੂੰ ਫਲਾਨੀ ਚੀਜ਼ ਚਾਹੀਦੀ ਹੈ ਤੇ ਤੁਹਾਨੂੰ ਨਾ 5ਵੇਂ ਦਿਨ ਹਾਜ਼ਰ ਕਰ ਦੇਣ ਤਾਂ ਮੈਨੂੰ ਦੱਸ ਦਿਓ, ਭਾਵੇਂ ਚੀਜ਼ ਉਹ ਪੰਜਾਬ 'ਚ
ਮਿਲਦੀ ਨਾ ਹੋਵੇ, ਰਾਜਸਥਾਨ ਹਰਿਆਣੇ 'ਚ ਮਿਲਦੀ ਨਾ ਹੋਵੇ ਕਿਸੇ ਦੁਕਾਨ ਤੇ, ਸਿੱਧਾ ਕੰਪਨੀ ਤੋਂ ਡਾਇਰੈਕਟ ਮੰਗਾ ਕੇ ਦੇ ਦੇਣਗੇ। ਕਿਉਂਕਿ ਇਹਨਾਂ ਨੇ ਤਾਂ ਵੇਚਣੀ ਆ, ਆਪਦੇ ਬੱਚੇ ਪਾਲਣੇ, ਇੱਕ ਬਿਜ਼ਨਸ ਕਰ ਰਹੇ ਆ। ਤੁਸੀਂ ਵੀ ਬਿਜ਼ਨਸ ਰਹੇ ਹੋ, ਤੁਸੀਂ ਵੀ ਫਸਲ ਦਾ ਕੋਈ ਸੋਮਾ ਹਿੱਸਾ ਘਰੇ ਰੱਖਦੇ ਹੋਵੋਗੇ। ਨਰਮੇ ਦੇ ਵਿੱਚ ਤਾਂ ਤੁਸੀਂ ਦਾਣਾ ਵੀ ਨਹੀਂ ਘਰੇ ਰੱਖਦੇ ਹੈਗੇ। ਕਿੰਨੇ ਕੁ ਫਾਰਮਰ ਰੂਮ ਬੜੇਵੇਂ ਰੱਖਦੇ ਹੋਣਗੇ? ਨਹੀਂ ਰੱਖਦੇ। ਪਹਿਲਾਂ ਸਿਸਟਮ ਸੀਗਾ ਵੀ ਉਹ ਬਿਜਾਈ ਕਰਨ ਵੇਲੇ ਨਰਮੇ ਬੁਲਾ ਕੇ ਰੱਖ ਲੈਂਦੇ ਸੀਗੇ। ਤਾਂ ਆਪਾਂ ਵੀ ਤਾਂ ਕੁਛ ਵੇਚ ਰਹੇ ਹਾਂ ਮਾਰਕੀਟ ਦੇ ਵਿੱਚ। ਅਤੇ ਮੈਂ ਇੱਕ ਮਾਨਸਿਕਤਾ ਮੈਂ ਹੋਰ ਨੋਟ ਕੀਤੀ ਆ ਆਪਣੇ ਭਾਈਚਾਰੇ ਦੀ। ਮੈਂ ਕਿਸੇ ਦੀ ਬੁਰਾਈ ਨਹੀਂ ਕਰ ਰਿਹਾ ਹੈਗਾ, ਪਰ ਮੈਂ ਦਲੀਲ ਦੇ ਨਾਲ ਗੱਲ ਕਰ ਰਿਹਾ ਕਿ ਆਪਣੀਆਂ ਫਸਲਾਂ ਦਾ ਮੁੱਲ ਹੋਰ ਬੰਦਾ ਲਾਉਂਦਾ, ਜਾਂ ਸਰਕਾਰ ਲਾਉਂਦੀ, ਜਾਂ ਵਪਾਰੀ ਲਾਉਂਦਾ ਹੈਗਾ। ਇਹੀ ਗੱਲ ਆ ਨਾ, ਆਪਾਂ ਆਪ ਨਹੀਂ ਲਾਉਂਦੇ ਹੈਗੇ। ਅਸੀਂ ਕੁਛ ਦਿਨ ਪਹਿਲਾਂ ਤੁਹਾਡੇ ਨਾਗੋ ਕੀ ਅਸੀਂ ਕਿਸੇ ਫਾਰਮਰ ਦੀ ਪ੍ਰਮੋਸ਼ਨ ਕੀਤੀ, ਲਾ ਲਓ ਵੀ ਉਹਨਾਂ ਨੂੰ ਸਹਾਰਾ ਦਿੱਤਾ, ਆਪਣੇ ਚੈਨਲ ਦੇ ਜ਼ਰੀਏ ਬੀਜ ਵੇਚਣ ਦਾ ਮੌਕਾ ਦਿੱਤਾ। ਉਹਨਾਂ ਕੋਲੇ ਡਾਕਟਰ AK ਸਿੰਘ ਪੂਸ਼ਾ ਡਾਇਰੈਕਟਰ ਵੀ ਵਿਜ਼ਿਟ ਕਰਕੇ ਗਏ ਸੀ। ਖੇਤ 'ਚ ਬਿਜਾਈ ਕੀਤਾ ਹੋਇਆ ਝੋਨਾ ਉਹਨਾਂ ਨੇ ਬੀਜ ਬਣਾ ਕੇ ਰੱਖਿਆ ਹੋਇਆ ਸੀ, ਵੇਚਿਆ। ਉਹ ਵੀਡੀਓ ਦੇ ਨੀਚੇ ਕਮੈਂਟ ਆ ਰਹੇ, ਕਹਿੰਦੇ ਬਾਈ ਜੀ ਇਹ ਤਾਂ ਮਾਰਕੀਟ 'ਚ 200 ਰੁਪਏ ਕਿਲੋ ਵਿਕ ਰਿਹਾ, 130 ਕਿਲੋ ਵੇਚ ਰਹੇ ਆ ਇਹ, ਅਤੇ ਮੈਥੋਂ ਆ ਕੇ 80 ਲੈ ਜਾਓ। ਮੈਂ ਕਿਹਾ ਤੁਸੀਂ ਸ਼ੁਕਰ ਕਰੋ ਵੀ ਤੁਹਾਡੀ ਫਸਲ ਦਾ ਮੁੱਲ ਕੋਈ ਹੋਰ ਬੰਦਾ ਲਾਉਂਦਾ, ਜਾਂ ਸਰਕਾਰ MSP ਤੈਅ ਕਰ ਦਿੰਦੀ ਹੈ। ਜੇ ਮੰਨ ਲਓ ਇਸ ਸ਼ੈੱਡ ਥੱਲੇ ਵੀ 40 ਢੇਰੀਆਂ ਸਰੋਂ ਦੀਆਂ ਹੋਣ ਅਤੇ ਕਹੋ ਵੀ ਜ਼ਿਮੀਂਦਾਰ ਨੇ ਆਪਦੇ ਰੇਟ 'ਤੇ ਵੇਚਣੀ ਆ, ਤੁਸੀਂ 2000 ਨੂੰ ਵੇਚੋ। ਸਹੀ ਹੈ ਗੱਲ ਕਿ ਗਲਤ ਗੱਲ ਆ? ਤੁਹਾਡੇ ਵਿੱਚੋਂ ਹੀ ਬੰਦੇ ਵੇਚਣਗੇ ਵੀ ਘਰੋਂ ਲੈ ਜੀ, ਆ ਕੇ 2000 ਨੂੰ ਲੈ ਜੀ, ਦੱਸੀ ਨਾ ਪਰ ਕਿਸੇ ਨੂੰ। ਇਹ ਆਪਣੀ ਮਾਨਸਿਕਤਾ ਕਿਉਂ ਹੈਗੀ ਆ? ਕਿਉਂਕਿ ਆਪਾਂ ਖੇਤੀ ਨੂੰ ਬਹੁਤ ਡਾਊਨ ਸਟੈਂਡਰਡ ਸਮਝਦੇ ਹੈਗੇ ਆ। ਖੇਤੀ ਕਰਨਾ ਵੀ, ਖੇਤੀ ਸਿਖਾਉਣਾ ਵੀ, ਖੇਤੀ ਵਿੱਚ ਸਿੱਖਣਾ ਵੀ ਆਪਾਂ ਮਾਨਸਿਕਤਾ ਦੇ ਵਿੱਚ ਡਾਊਨ ਸਟੈਂਡਰਡ ਸਮਝਦੇ ਹਾਂ। ਖੇਤੀਬਾੜੀ ਦੀ ਪੜ੍ਹਾਈ ਕਰਨਾ ਵੀ, ਮੈਨੂੰ ਦੱਸ ਦਿਓ ਵੀ ਜ਼ਿਮੀਂਦਾਰਾਂ ਦੇ ਵਿੱਚੋਂ ਜੇਕਰ 100 ਬੱਚਾ ਇੱਕ ਪਿੰਡ ਦੇ ਵਿੱਚੋਂ ਚੰਗੀ ਪੜ੍ਹਾਈ ਕਰ ਰਿਹਾ ਹੈਗਾ, ਤਾਂ ਇੱਕ ਬੱਚਾ ਵੱਧ ਤੋਂ ਵੱਧ ਖੇਤੀਬਾੜੀ ਦੀ ਪੜ੍ਹਾਈ ਕਰ ਰਿਹਾ। ਉਹ ਨਹੀਂ ਸਾਰੇ ਕੋਈ ਡਾਕਟਰ ਹੈ, ਕੋਈ ਇੰਜੀਨੀਅਰ ਹੈ, ਕੋਈ ਨਹੀਂ ਤਾਂ ਆਈਲੈਟਸ ਹੀ ਕਰਦੇ ਆ। ਕਿਉਂਕਿ ਖੇਤੀਬਾੜੀ ਜਿੱਥੇ ਸ਼ਬਦ ਆ ਗਿਆ, ਕਿਸਾਨ ਸ਼ਬਦ ਆ ਗਿਆ, ਉੱਥੇ ਆਪਾਂ ਡਿਸਰਿਸਪੈਕਟ ਲੈਂਦੇ ਹਾਂ, ਦਿੰਦੇ ਨਹੀਂ ਹੈਗੇ। ਇਹ ਸਮੱਸਿਆ ਆਪਣੇ ਸਿਸਟਮ ਦੀ ਬਹੁਤ ਵੱਡੀ। ਅਤੇ ਨਰਮੇ ਦੀ ਫਸਲ ਨਾਲ ਗੱਲਬਾਤ ਕਰ ਲੈਂਦੇ ਹਾਂ ਕਿ ਨਰਮੇ ਦੀ ਫਸਲ ਦੇ ਵਿੱਚ ਅਗਰ ਨਰਮੇ ਦੀ ਫਸਲ ਨੂੰ ਪੋਟਾਸ਼, ਮੈਗਨੀਸ਼ੀਅਮ, ਕੈਲਸ਼ੀਅਮ ਬਹੁਤ ਵਧੀਆ ਮਾਤਰਾ ਚਾਹੀਦਾ। ਬਰੋਨ, ਕਿਉਂਕਿ ਇਹਨੂੰ ਖਾਸ ਕਰਕੇ ਸਰੋਂ, ਸੂਰਜਮੁਖੀ ਅਤੇ ਨਰਮਾ, ਇਹਨਾਂ ਨੂੰ ਫੁੱਲ ਬੜਾ ਲੰਬਾ ਸਮਾਂ ਆਉਂਦਾ ਅਤੇ ਬੜੀ ਵੱਡੀ ਮਾਤਰਾ ਦੇ ਵਿੱਚ ਆਉਂਦਾ। ਅਤੇ ਬਰੋਨ ਤੱਤ ਅਤੇ ਜ਼ਿੰਕ ਤੱਤ ਇਹਨਾਂ ਨੂੰ ਵੱਧ ਚਾਹੀਦਾ ਹੁੰਦਾ, ਕਿਉਂਕਿ ਨਰਮੇ ਦੇ ਟਿੰਡੇ ਵਿੱਚ ਵੜੇਵੇਂ ਹੁੰਦੇ ਆ, ਜਿਹਦੇ ਕਰਕੇ ਵੇਟ ਬਣਦਾ। ਅਤੇ ਨਰਮੇ ਦੇ ਟਿੰਡੇ ਦੇ ਵਿੱਚ ਰੂੰ ਹੁੰਦੀ ਆ, ਜਿਹਨੂੰ ਪੋਟਾਸ਼ ਚਾਹੀਦੀ ਹੁੰਦੀ ਹੈ, ਜਿਹਦੇ ਕਰਕੇ ਵੀ ਵੇਟ ਬਣਦਾ, ਜਿਹਦੇ ਕਰਕੇ ਮੁੱਲ ਲੱਗਦਾ ਨਰਮੇ ਦਾ। ਅਤੇ ਦੋਨੋਂ ਚੀਜ਼ਾਂ ਦੀ ਮਿੱਟੀ 'ਚ ਕਮੀ ਆ ਤਾਂ ਪੂਰੀ ਕਰ ਲਓ। ਹਾਂ, ਪੋਟਾਸ਼, ਮੈਗਨੀਸ਼ੀਅਮ, ਬੋਰੋਨ, ਫਾਸਫੋਰਸ ਵੀ ਚਾਹੀਦਾ ਹੈਗਾ। ਮੈਂ ਦੇਖ ਰਿਹਾ ਕਿ ਫਾਰਮਰ 2-2 ਗੱਟੇ DAP ਪਾ ਦਿੰਦੇ ਆ। DAP ਇੱਕ ਇਹੋ ਜਿਹਾ ਤੱਤ ਆ, ਮਿੱਟੀ ਦੇ ਵਿੱਚ ਪੈਣ ਤੋਂ ਬਾਅਦ 22 ਘੰਟਿਆਂ ਦੇ ਵਿੱਚ ਜਿੰਨਾ ਵਰਤਿਆ ਗਿਆ, ਬਾਕੀ ਸਾਰੇ ਨੂੰ ਜਿੰਦਾ ਲੱਗ ਜਾਂਦਾ ਹੈਗਾ। ਜੇ ਮਿੱਟੀ ਦੇ ਵਿੱਚ ਉਸ ਪੱਥਰ ਰੂਪੀ DAP ਨੂੰ ਘੋਲਣ ਵਾਸਤੇ ਜਾਂ ਬੂਟੇ ਨੂੰ ਦੇਣ ਵਾਸਤੇ ਕੁਦਰਤ ਐਕਟਿਵ ਹੈਗੀ ਆ, ਤਾਂ ਉਹ ਕੁਛ ਟਾਈਮ ਉਹ 'ਤੇ ਕੰਮ ਕਰੇਗੀ। ਫਿਰ ਉਹ ਬੂਟੇ ਦੀਆਂ ਜੜ੍ਹਾਂ ਉਹਦੇ ਤੱਕ ਪਹੁੰਚਣਗੀਆਂ, ਫਿਰ ਉਹਨੂੰ ਲੈਣਗੀਆਂ। ਅਦਰਵਾਈਜ਼ ਉਹਨੂੰ ਲੈ ਨਹੀਂ ਪਾਉਣਗੀਆਂ। ਉਹ ਇੱਦਾਂ ਹੀ ਮਣਾ ਮੂੰਹ ਹੀ ਪਿਆ ਆਪਣੀਆਂ ਮਿੱਟੀਆਂ ਦੇ ਵਿੱਚ। ਹੁਣ ਤਾਂ ਅਵੇਲੇਬਲ ਫਾਸਫੋਰਸ ਵੀ ਮਿੱਟੀਆਂ ਦੇ ਵਿੱਚ ਬਹੁਤ ਆਉਣ ਲੱਗ ਗਿਆ ਵੀ ਤੁਸੀਂ ਜੇ ਇੱਕ ਸਾਲ ਨਾਲ DAP ਵਰਤੋ ਕੋਈ ਫਰਕ ਨਹੀਂ ਪੈਣ ਵਾਲਾ। ਪਰ DAP ਅਗਰ ਤੁਹਾਡੀ ਮਿੱਟੀ ਦੇ ਵਿੱਚ ਜ਼ਿਆਦਾ ਹੈਗੀ ਆ, ਔਰਗੈਨਿਕ ਕਾਰਬਨ 0.5% ਤੋਂ ਜ਼ਿਆਦਾ ਹੈਗੀ ਆ, ਤਾਂ ਮਿੱਟੀਆਂ ਦੇ ਵਿੱਚ DAP ਦਾ ਬੈਕਟੀਰੀਆ ਵਰਤੋ, ਉੱਥੇ ਵੀ ਪ੍ਰੋਬਲਮ ਆਉਂਦੀ ਹੈ। ਕੰਪਨੀਆਂ ਦਾ ਮਾਲ, ਕੰਪਨੀਆਂ ਨੂੰ ਵੀ ਗੁਣਵੱਤਾ, ਕਿਉਂਕਿ ਇਹਨਾਂ ਨੂੰ ਪ੍ਰੋਡਕਟ ਨਹੀਂ ਮਹਿੰਗੇ ਹੁੰਦੇ ਹੈਗੇ। ਬਾਇਓਲੋਜੀਕਲ ਪ੍ਰੋਡਕਟ ਨੂੰ ਮੈਨੇਜ ਕਰਨਾ, ਲੇਬਰਾਈਜ਼ ਕਰਨਾ, ਟਰਾਂਸਪੋਰਟ ਕਰਨਾ, ਪ੍ਰਮੋਸ਼ਨਾਂ ਕਰਵਾਉਣੀਆਂ, ਇਹਨਾਂ ਕੰਪਨੀਆਂ ਦਾ ਬਜਟ ਹੀ ਨਹੀਂ ਹੁੰਦਾ ਜਿੰਨਾ ਕੈਮੀਕਲ ਕੰਪਨੀਆਂ ਦਾ ਹੁੰਦਾ। ਕੈਮੀਕਲ ਤਿਆਰ ਕਰਨ ਲਈ ਕੀ ਚਾਹੀਦਾ ਹੈਗਾ? ਫਰਨਸ ਦੇ ਵਿੱਚ ਤਿਆਰ ਹੁੰਦੇ ਆ, ਰਿਐਕਸ਼ਨ ਹੁੰਦੀਆਂ, ਪੇਟੈਂਟਸ ਹੁੰਦੇ ਆ ਉਹਨਾਂ ਕੋਲੇ, ਉਹਨਾਂ ਦੇ ਕੋਲ ਕੈਮਿਸਟ ਹੁੰਦੇ ਆ। ਉਹ 100 ਵਾਰੀ ਫੇਲ ਹੋਣਗੇ, 101 ਵਾਰੀ ਸਫਲ ਹੋ ਜਾਂਦੇ, ਉਹਨੇ ਸਾਰੇ ਖਰਚੇ ਨਿਕਲ ਜਾਂਦੇ ਹੈਗੇ ਆ। ਉਹ 250 ਦਾ ਪ੍ਰੋਡਕਟ ਵੀ 2500 ਰੁਪਏ ਦਾ ਵੇਚ ਦੇਣਗੇ, ਕਿਉਂਕਿ ਸ਼ਿਓਰਟੀ ਹੁੰਦੀ ਆ। ਜਿਵੇਂ ਤੁਸੀਂ ਨਦੀਨ ਨਾਸ਼ਕ ਦੇਖੇ ਹੋਣੇ ਆ ਵੀ ਭਾਈ ਇਹ ਨਦੀਨ ਨਾਸ਼ਕ ਹੈ ਵੀ ਇਹ ਸਾਰੇ ਨਦੀਨ ਮਾਰ ਦਿੰਦਾ ਹੈਗਾ, ਤਾਂ ਉਹ 250 ਦਾ ਪ੍ਰੋਡਕਟ ਵੀ 2500 ਦਾ ਵੇਚ ਸਕਦੇ, ਕਿਉਂਕਿ ਉਹਨਾਂ ਨੇ ਗਰੰਟੀ ਕਰਦੀ ਵੀ ਸਾਰੇ ਮਰ ਜਾਣਗੇ, ਤੁਹਾਨੂੰ ਰਿਜ਼ਲਟ ਦਿਖ ਜਾਣਾ। ਬਾਇਓਲੋਜੀਕਲ ਪ੍ਰੋਡਕਟ ਦਾ ਰਿਜ਼ਲਟ ਨਹੀਂ ਦਿਖਦਾ। ਪ੍ਰੋਬਲਮ ਇੱਥੇ ਆ। ਪੈਸੇ ਵੀ ਆਪਾਂ ਲਾ ਦਿਆਂਗੇ, 1000-1500 ਕਿੱਲੇ ਦਾ ਵੀ ਪੈਸਾ ਲਾ ਦਿਆਂਗੇ, ਪਰ ਜਿਹੜਾ ਆਪਾਂ ਰਿਜ਼ਲਟ ਉਹ ਕੈਮੀਕਲ 'ਚ ਦੇਖ ਕੇ ਆਪਣੀਆਂ ਅੱਖਾਂ ਪੱਕੀਆਂ ਹੋਈਆਂ, ਉਹ ਆਪਾਂ ਨੂੰ ਬਾਇਓਲੋਜੀਕਲ 'ਚ ਪਹਿਲੀ ਗੱਲ ਮਿਲਣੀਆਂ ਨਹੀਂ। ਸਾਰੇ ਖੇਤਾਂ ਦੀ ਸਿਹਤ ਵੱਖੋ ਵੱਖਰੀ ਆ, ਆਪਾਂ ਨੂੰ ਫੇਰ ਵੀ ਨਹੀਂ ਬਰਾਬਰ ਰਿਜ਼ਲਟ ਆਉਣੇ ਹੈਗੇ। ਤਾਂ ਤੁਸੀਂ ਆਪਣੇ ਪਿੰਡ ਪੱਧਰ 'ਤੇ, ਅਸੀਂ ਜਿਹੜਾ ਰੰਗਾ ਪਿੰਡ ਪ੍ਰੋਗਰਾਮ ਕੀਤਾ ਸੀਗਾ, ਉਹ ਬਾਈ ਕਰਮਜੀਤ ਜੀ ਸਰਪੰਚ ਉੱਥੋਂ ਦੇ ਸਰਬਸੰਮਤੀ ਦੇ ਨਾਲ ਬਣੇ ਹੋਏ ਆ ਉਹ। ਅਤੇ ਮੈਨੂੰ ਲੱਗਦਾ ਵੀ ਜਿੱਥੇ ਪਿੰਡ 'ਚ ਤੁਹਾਡੀ ਬਣਦੀ ਹੈ, ਤੁਸੀਂ ਕੋਈ 50 ਬੰਦੇ ਇਕੱਠੇ ਹੋ ਸਕਦੇ ਹੋ,
ਖੇਤੀ ਦੇ ਵਿਸ਼ੇ ਨਾਲ ਜੁੜਿਆ ਹੋਇਆ, ਜਿੱਥੋਂ ਵੀ ਜਾਣਕਾਰੀ ਮਿਲਦੀ ਹੈ ਚਾਹੇ ਪਿੰਡ ਸੱਦੋ ਚਾਹੇ ਆਪ ਉਹਨਾਂ ਕੋਲ ਜਾਓ। ਬਾਹਲੇ ਬੰਦੇ ਥੋੜ੍ਹੇ ਜਿਹੇ ਕੁਦਰਤੀ ਖੇਤੀ ਨਾਲ ਪੰਗਾ ਲੈ ਲੈਂਦੇ ਆ, ਮਾੜੀ ਚੀਜ਼ ਨਹੀਂ ਹੈਗੀ, ਪਰ ਕੀ ਆਪਣਾ ਲੈਵਲ ਉਸ ਲੈਵਲ ਦਾ ਹੈਗਾ ਵੀ ਆਪਾਂ ਉਹ ਸਿਸਟਮ ਹੈਂਡਲ ਕਰ ਲਾਂਗੇ। ਜਿੰਨੀ ਵਧੀਆ ਮਿੱਟੀ ਦੀ ਸਿਹਤ ਕੁਦਰਤੀ ਖੇਤੀ ਵਾਸਤੇ ਚਾਹੀਦੀ ਆ, ਤਾਂ ਮਿੱਟੀ ਤਾਂ ਆਪਾਂ ਕੁਦਰਤੀ ਛੱਡੀ ਨਹੀਂ, ਪਾਣੀ ਆਪਣਾ ਕੁਦਰਤੀ ਰਿਹਾ ਨਹੀਂ। ਜਿਹਦੇ ਕੋਲ ਪਾਣੀ ਨਹਿਰੀ ਨਹੀਂ ਹੈਗਾ, ਮਾੜਾ ਪਾਣੀ ਹੈ ਬੋਰ ਦਾ, ਅਤੇ ਉਹ ਕੀ ਕੁਦਰਤੀ ਖੇਤੀ ਕਰੂਗਾ, ਕੀ ਸਿਖਾਊਗਾ ਕਿਸੇ ਨੂੰ ਉਹ। ਤਾਂ ਇਸ ਖੇਤੀ ਦੇ ਵਿੱਚ ਔਰਗੈਨਿਕ ਖੇਤੀ ਚਾਹੇ ਨੈਚੁਰਲ ਫਾਰਮਿੰਗ ਆ, ਇਹਦੇ ਵਿੱਚ ਵੱਡੀਆਂ ਖੋਪੜੀਆਂ ਇਸੇ ਕਰਕੇ ਨਹੀਂ ਆ ਸਕੀਆਂ ਕਿਉਂਕਿ ਇੱਥੇ ਬਿਜ਼ਨਸ ਨਹੀਂ ਹੋਣਾ, ਇੱਥੇ ਖਰਚਾ ਨਹੀਂ ਹੋਣਾ। ਜਿਹੜੀ ਤੁਹਾਡੀ ਖੇਤੀ ਚੱਲ ਰਹੀ ਹੈ, ਅਗਰ ਕਮਰਸ਼ੀਅਲ ਇਹ ਸਾਰੀ ਚੀਜ਼ਾਂ ਆਪਾਂ ਪੈਦਾ ਕਰਕੇ ਮੰਡੀ ਹੀ ਵੇਚਣੀ ਹੈਗੀ ਆ, ਤਾਂ ਕੋਈ ਇਹਦੇ ਵਿੱਚ ਜਿੰਨੇ ਵੀ ਤੁਸੀਂ ਚੇਂਜਸ ਕਰ ਸਕਦੇ ਹੈਗੇ ਉਹ ਕਰ ਲਓ। ਕਿਸੇ ਚੀਜ਼ ਨੂੰ ਘਟਾਉਣਾ ਤਾਂ ਘਟਾ ਕੇ ਹੀ ਹੱਲ ਹੋਣਾ, ਵਧਾਏ ਤੋਂ ਹੱਲ ਨਹੀਂ ਹੋਣਾ। ਜੇ ਕਿਸੇ ਨੂੰ ਵਧਾਉਣਾ, ਔਰਗੈਨਿਕ ਕਾਰਬਨ ਵਧਾਉਣੀ ਆ, ਉਹ ਰੂੜੀ ਨਾਲ ਵਧਣੀ ਆ, ਫਸਲੀ ਵਿਸ਼ੇਸ਼ ਵਿੱਚ ਪਾਓਗੇ ਫਿਰ ਵਧਣੀ ਹੈਗੀ ਆ, ਜਾਂ ਤੁਸੀਂ ਖੇਤ ਦੇ ਵਿੱਚ ਪੋਲਟਰੀ ਪਾਓਗੇ, ਹੋਰ ਖਾਦ ਪਾਓਗੇ ਤਾਂ ਵਧਣੀ ਹੈਗੀ ਆ, ਸਿਟੀ ਕੰਪੋਸਟ ਪਾਓਗੇ, ਗੰਡੋਆ ਖਾਦ ਪਾਓਗੇ ਫਿਰ ਵਧਣੀ ਹੈ। ਅਤੇ ਉਹ ਹੱਲ ਤੁਹਾਡੇ ਕਿਸੇ MP MLA ਜਾਂ ਕਿਸੇ ਮਿਨਿਸਟਰ ਨੇ ਨਹੀਂ ਕਰਨਾ ਹੈਗਾ, ਤੁਹਾਨੂੰ ਹੀ ਕਰਨਾ ਪੈਣਾ ਉਹ। ਸੋ ਇੰਨੀਆਂ ਕੁ ਜਾਣਕਾਰੀਆਂ ਅਸੀਂ ਜਿਹੜੀਆਂ ਮੈਂ ਖੁਦ ਤੁਹਾਡੇ ਕੋਲ ਸਿੱਖਣ ਹੀ ਆਇਆ ਹੈਗਾ ਕਿ ਇੱਥੋਂ ਕੋਈ ਫਾਰਮਰ ਮੈਨੂੰ ਕੋਈ ਇਸ ਤਰ੍ਹਾਂ ਸਵਾਲ ਪੁੱਛਣ ਵੀ ਜਿਹਤੇ ਮੇਰੀ ਗਰਾਰੀ ਭੁਰ ਜੇ, ਅਤੇ ਮੈਂ ਉਸ ਨੂੰ ਉਹ ਗਰਾਰੀ ਨੂੰ ਸਹੀ ਕਰਨ ਦੇ ਲਈ 2 ਸਾਲ ਭੱਜਦਾ ਫਿਰਾਂ ਕਿਤੇ ਹੋਰ ਫਾਰਮਰ ਦੇ ਕੋਲ ਜਾਂ ਸਾਇੰਟਿਸਟ ਦੇ ਕੋਲ, ਅਤੇ ਮੈਨੂੰ ਉਸ ਆਨਸਰ ਲੱਭ ਜਾਵੇ ਅਤੇ ਮੈਂ ਉਹ ਆਨਸਰ ਦਾ ਦੁਬਾਰਾ ਤੋਂ ਕਿਸੇ ਨੂੰ ਜਵਾਬ ਦੇਣ ਜੋਗਾ ਹੋ ਜਾਵਾਂ। ਇਹ ਆਪਣਾ ਮਨੋਰਥ ਹੈਗਾ। ਇਸੇ ਕਰਕੇ ਦੋਨੇ ਕਿਤਾਬਾਂ ਲਿਖੀਆਂ ਹੈਗੀਆਂ, ਨਰਮੇ ਦੀ ਫਸਲ ਉੱਪਰ ਲਿਖੀ ਆ, ਝੋਨੇ ਦੀ ਫਸਲ ਉੱਪਰ ਲਿਖੀ ਆ। ਫੁੱਲ ਕੰਪਲੀਟ ਕਦੇ ਵੀ ਕੁਝ ਹੁੰਦਾ ਨਹੀਂ, ਖੇਤੀ ਵਿੱਚ ਤਾਂ ਬਿਲਕੁਲ ਹੀ ਨਹੀਂ ਹੁੰਦਾ। ਖੇਤੀ ਪੂਰੇ ਵਰਲਡ 'ਚ ਹੋ ਰਹੀ ਹੈ, ਪਰ ਵਰਲਡ ਦਾ ਕੋਈ ਵੀ ਮਾਡਲ ਹਰ ਜਗ੍ਹਾ 'ਤੇ ਕਾਮਯਾਬ ਨਹੀਂ ਹੈਗਾ। ਉਹਦੇ ਵਿੱਚ ਕੋਈ 20-25 ਪੱਖ ਹੋ ਸਕਦੇ ਆ, ਉਹਨਾਂ 'ਚੋਂ ਇੱਕ ਪੱਖ ਤੁਹਾਡੇ ਖੇਤ 'ਚ ਕਾਮਯਾਬ ਹੁੰਦਾ। ਤੁਹਾਡੇ ਖੇਤ ਜਾਂ ਤੁਹਾਡੇ ਖਿੱਤੇ ਦੇ ਵਿੱਚ ਕਾਮਯਾਬ ਕਰਨ ਦੇ ਲਈ ਤੁਹਾਨੂੰ ਹਰ ਇੱਕ ਮਾਡਲ ਇੱਥੇ ਅਜਮਾ ਕੇ ਦੇਖਣ ਤੋਂ ਬਾਅਦ ਤੁਸੀਂ ਆਪਣੇ ਏਰੀਆ ਤੁਹਾਨੂੰ ਆਪਣਾ ਮਾਡਲ ਆਪ ਹੀ ਤਿਆਰ ਕਰਨਾ ਪੈਣਾ, ਕਿਉਂਕਿ ਹਰ ਜਗ੍ਹਾ 'ਤੇ ਮਿੱਟੀ ਸੇਮ ਨਹੀਂ, ਪਾਣੀ ਸੇਮ ਨਹੀਂ, ਕੁਦਰਤ ਸੇਮ ਨਹੀਂ ਹੈਗੀ। ਇੱਕ ਇੰਡੀਆ ਹੀ ਹੈਗਾ, ਇੰਡੀਆ ਨੂੰ ਵਰਦਾਨ ਆ, ਕੁਦਰਤ ਦਾ ਭਾਰਤ ਨੂੰ ਵਰਦਾਨ ਆ ਕਿ 6 ਰੁੱਤਾਂ ਐਟ ਏ ਟਾਈਮ ਚੱਲਦੀਆਂ ਆਪਣੇ। ਤੁਸੀਂ ਗੰਨਾ, ਹੁਣ ਇਸ ਤੋਂ ਬਾਅਦ ਗੰਨਾ ਯੂਜ਼ ਰਸ ਦੇ ਲਈ ਗੰਨਾ ਵਰਤਿਆ ਜਾ ਰਿਹਾ, ਆਪਣਾ ਤਾਂ ਗੰਨਾ ਖਤਮ ਹੋ ਗਿਆ, 10 ਦਿਨਾਂ 'ਚ ਖਤਮ ਹੋ ਜਾਣਾ, ਮਹਾਰਾਸ਼ਟਰ ਤੋਂ ਆਉਣ ਲੱਗ ਜਾਣਾ, ਫਿਰ ਕਿਸੇ ਹੋਰ ਸਟੇਟ 'ਚੋਂ ਆਉਣ ਲੱਗ ਜਾਣਾ। ਮਤਲਬ ਸਰਕੂਲੇਸ਼ਨ ਇੰਡੀਆ ਦੇ ਵਿੱਚ ਫੂਡ ਸਰਕੂਲੇਸ਼ਨ ਖਤਮ ਹੀ ਨਹੀਂ ਹੋ ਸਕਦਾ, ਐਡਾ ਵੱਡਾ ਕੁਦਰਤ ਨੇ ਸਿਸਟਮ ਬਣਾਇਆ ਹੈਗਾ। ਇੱਥੇ 41 ਡਿਗਰੀ ਟੈਂਪਰੇਚਰ ਵੀ ਚੱਲ ਰਿਹਾ ਹੁੰਦਾ, -15 ਡਿਗਰੀ ਵੀ ਆਪਣੇ ਦੇਸ਼ ਦੇ ਵਿੱਚ ਤਾਪਮਾਨ ਚੱਲ ਰਿਹਾ। ਆਪਾਂ ਕੁਦਰਤ ਨੂੰ ਕੁਝ ਵੀ ਵਾਪਸ ਨਹੀਂ ਕਰ ਸਕਦੇ, ਉਸ ਨੇ ਜੋ ਦਿੱਤਾ ਹੈਗਾ ਉਹ ਆਪਾਂ ਸਾਂਭ ਹੀ ਸਕਦੇ ਹਾਂ, ਪਰ ਆਪਾਂ ਸਾਂਭ ਨਹੀਂ, ਆਪਾਂ ਤੇ ਬਰਬਾਦ ਕਰ ਰਹੇ ਹਾਂ। ਅਗਰ ਬਾਇਓਲੋਜੀਕਲ ਕੰਪਨੀਆਂ ਤੁਹਾਨੂੰ ਕੋਈ ਅਪਰੋਚ ਕਰਦੀਆਂ ਹੈਗੀਆਂ, ਉਹਨਾਂ ਨਾਲ ਡਿਬੇਟ ਕਰੋ ਠੰਡੇ ਮਾਈਂਡ ਦੇ ਨਾਲ। ਨਿੰਦਿਆ ਕਰਨੀ ਹੈ, ਮੈਂ ਵੀ ਇੱਥੇ ਕਿਸੇ ਨੂੰ ਗਾਲਾਂ ਕੱਢ ਕੇ ਤੁਹਾਨੂੰ ਖੁਸ਼ ਕਰ ਸਕਦਾ ਸੀਗਾ ਵੀ ਉਹ ਮਾੜਾ, ਇਹ ਮਾੜਾ, ਇਹ ਨਹੀਂ ਹੋਣਾ ਚਾਹੀਦਾ, ਉਹ ਨਹੀਂ ਹੋਣਾ ਚਾਹੀਦਾ। ਮੈਂ ਕਿਸੇ ਦੀ ਵੀ ਬੇਇੱਜ਼ਤੀ, ਕਿਸੇ ਦੀ ਨਿੰਦਿਆ ਕਰਨੀ, ਕਿਸੇ ਦੀ ਨੈਗੇਟਿਵਿਟੀ ਨੂੰ ਦੱਸਣਾ ਲੋਕਾਂ 'ਤੇ, ਆਪਣਾ ਟਾਈਮ ਜਾਇਆ ਕਰਨਾ ਅਤੇ ਉਹਦੀ ਗੰਦਗੀ ਨੂੰ ਜ਼ੁਬਾਨ ਨਾਲ ਚੱਟਣ ਦੇ ਬਰਾਬਰ ਹੁੰਦਾ। ਮੈਂ ਉਹ ਕੰਮ ਕਰਕੇ ਨਹੀਂ ਹੀ ਬਚਦਾ ਹੈਗਾ। ਮੈਂ ਕਹਿੰਦਾ ਵੀ ਕਿਸੇ ਦੇ ਵਿੱਚ ਗੁਣ ਹੈਗਾ ਉਹਨੂੰ ਦੱਸਣਾ ਚਾਹੀਦਾ, ਅਤੇ ਉਹ ਗੁਣ ਨੂੰ ਖੁਦ ਲੈ ਕੇ ਆਉਣਾ ਚਾਹੀਦਾ ਆਪਣੇ ਵਿੱਚ। ਅਗਰ ਬਾਇਓਲੋਜੀਕਲ ਕੰਪਨੀ ਕੋਈ ਵੀ ਤੁਹਾਡੇ ਤੱਕ ਰੀਚ ਕਰਦੀ ਹੈ, ਆਪਣੀ ਮਿੱਟੀ ਦੀ ਸਿਹਤ ਬਾਰੇ ਉਹਦੇ ਨਾਲ ਡਿਸਕਸ਼ਨ ਕਰੋ, ਕ੍ਰੌਪ ਪ੍ਰੈਕਟਿਸ ਬਾਰੇ ਡਿਸਕਸ਼ਨ ਕਰੋ, ਕੀ ਹੱਲ ਹੋ ਸਕਦਾ। ਪੂਸਾ ਦੇ ਵਿੱਚ ਵੀ 20 ਤੋਂ 50 ਫੈਕਟੋਰੀਅਲ ਟਰਾਇਲ ਹੋ ਰਿਹਾ ਝੰਡਾ ਰੋਗ ਨੂੰ ਕੰਟਰੋਲ ਕਰਨ ਲਈ। ਮਕੈਨੀਕਲ ਪ੍ਰੋਸੈਸ ਹੈਗੇ ਆ ਅਤੇ ਬਾਇਓਲੋਜੀਕਲ ਕੈਮੀਕਲ ਪ੍ਰੋਸੈਸ ਵੀ ਹੈਗੇ ਆ। ਤੁਹਾਡੇ ਤੱਕ ਉਹ ਜਾਣਕਾਰੀ ਕਦੋਂ ਆਊਗੀ, ਕਦੋਂ ਸਫਲ ਹੁੰਦੀ ਹੈ, ਤੁਸੀਂ ਉਦੋਂ ਪਹਿਲਾਂ ਆਪਣੇ ਲੈਵਲ 'ਤੇ ਆਪਣੀ ਮਿੱਟੀ ਦੀ ਸਿਹਤ ਨੂੰ ਜ਼ਿਆਦਾ ਵਧੀਆ ਬਣਾ ਲਓ। ਮੈਂ ਜ਼ਿਆਦਾ ਟਾਈਮ ਨਹੀਂ ਲਵਾਂਗਾ, ਅਗਰ ਕਿਸੇ ਦਾ ਸਵਾਲ ਹੋਵੇ ਤਾਂ ਮੈਂ ਉਹਦਾ ਜਵਾਬ ਜ਼ਰੂਰ ਦੇਵਾਂਗਾ। ਦੱਸਿਓ ਜੀ। ਥੈਂਕ ਯੂ। ਮੈਨੂੰ ਲੱਗਦਾ ਸ਼ਾਇਦ ਕੋਈ ਗੁੰਜਾਇਸ਼ ਬਚੀ ਨਹੀਂ ਹੋਵੇਗੀ ਸਵਾਲ ਦੀ, ਹੈ ਨਾ। ਹਾਂ ਪਾ ਸਕਦੇ ਹੋ 12 32 16 ਜਾਂ ਕੋਈ ਅਦਰ ਐਨੀ NPK ਸਟੇਬਲ ਹੁੰਦੀ ਹੈ, ਫਿਕਸ ਨਹੀਂ ਹੁੰਦੀ ਇਹ। ਹਾਂ DAP ਨਾ ਪਾਓ, ਕੋਈ ਪ੍ਰੋਬਲਮ ਨਹੀਂ ਹੈਗੀ। ਹਾਂ ਪੋਟਾਸ਼ ਪਾਓ, ਜਿੱਥੇ ਵੀ ਪੋਟਾਸ਼ ਦੀ ਕਮੀ ਹੈਗੀ ਹੈ 25 ਤੋਂ 30 ਕਿਲੋ ਪੋਟਾਸ਼ ਪਾ ਸਕਦੇ ਹੋ, ਕੋਈ ਪ੍ਰੋਬਲਮ ਨਹੀਂ। ਜਿੱਥੇ pH ਜ਼ਿਆਦਾ ਆ, ਜਿਨ੍ਹਾਂ ਜ਼ਮੀਨਾਂ ਦੀ pH 8 ਕ੍ਰੋਸ ਕਰ ਗਈ, 8.5 ਵੀ ਕ੍ਰੋਸ ਕਰ ਗਈ, ਉੱਥੇ MOP ਨਾ ਪਾਓ। ਉੱਥੇ ਜਾਂ ਤਾਂ ਮਲੈਸਸ ਪੋਟਾਸ਼ ਵਰਤੋ 2 ਗੱਟੇ ਪ੍ਰਤੀ ਏਕੜ ਦੇ ਹਿਸਾਬ ਨਾਲ, ਅਤੇ ਜਾਂ ਫਿਰ ਉਹਦੇ ਵਿੱਚ SOP ਦਾਣੇਦਾਰ ਸਲਫੇਟ ਆਫ ਪੋਟਾਸ਼ ਘੱਟ pH ਦੀ ਖਾਦ ਆਉਂਦੀ ਹੈ, ਉਹਦਾ ਵੀ ਉਨਾ ਹੀ ਖਰਚਾ ਜਾਣਾ। ਉਹ 10-15 ਕਿਲੋ ਤੱਕ ਵਰਤ ਸਕਦੇ ਜੀ। ਨਰਮੇ ਦੀ ਜਿਹੜੀ ਫਸਲ ਆ, ਇਹਦਾ ਭਾਰ ਅਤੇ ਰੇਟ 3 ਚੀਜ਼ਾਂ ਕਰਕੇ ਹੁੰਦਾ। ਬੜੇਵੇਂ, ਰੂੰ ਅਤੇ ਬੜੇਵਿਆਂ ਦੇ ਵਿੱਚ ਤੇਲ ਦੀ ਮਾਤਰਾ। ਜੇ ਜ਼ਿਆਦਾ ਬੜੇਵੇਂ ਹੋ ਜਾਣਗੇ ਤਾਂ ਵੀ ਰੇਟ ਵੱਧ ਨਹੀਂ ਲੱਗਦਾ, ਜ਼ਿਆਦਾ ਰੂੰ ਵੱਧ ਲੱਗ ਜੂ ਫਿਰ ਭਾਰ ਘੱਟ ਜਾਂਦਾ, ਰੇਟ ਜ਼ਿਆਦਾ ਲੱਗਦਾ। ਸਾਰਾ ਚੀਜ਼ਾਂ ਦਾ ਬੈਲੈਂਸ ਚਾਹੀਦਾ। ਜ਼ਿੰਕ, ਮੈਗਨੀਸ਼ੀਅਮ, ਪੋਟਾਸ਼, ਸਲਫਰ, ਇਹ ਤੁਹਾਨੂੰ ਫਾਸਫੋਰਸ, ਇਹ ਵਧੀਆ ਮਾਤਰਾ ਚਾਹੀਦੀ ਹੈ।
ਜੇ ਮਿੱਟੀ ਦੇ ਵਿੱਚ ਉਹੀ ਮੇਰੇ ਮਾਮੇ ਦੇ ਮੁੰਡੇ ਨੇ ਕੋਈ ਸਮਾਨ ਪਾਇਆ ਸੀ, ਮੈਂ ਪਾਇਆ ਸੀ, ਸਾਡੇ ਗੁਆਂਢੀ ਨੇ ਪਾਇਆ ਸੀ, ਉਹ ਫਲਾਣੇ ਪਿੰਡ 'ਚ ਬੰਦਾ ਬਹੁਤ ਵਧੀਆ ਖੇਤੀ ਕਰਦਾ ਉਹਨੇ ਪਾਇਆ ਸੀ, ਤੁਸੀਂ ਅਜਮਾ ਕੇ ਦੇਖ ਲਓ। ਅਗਰ ਤੇ ਗੱਲ 'ਚ ਦਮ ਹੋਇਆ ਤਾਂ ਉਹਦਾ ਰਿਜ਼ਲਟ ਤੁਹਾਨੂੰ ਜਲਦੀ ਮਿਲ ਜਾਣਾ ਹੈਗਾ, ਤੁਹਾਡੇ ਖੇਤ ਦੇ ਵਿੱਚ ਉਹ ਚੀਜ਼ ਫਿੱਟ ਬੈਠ ਗਈ। ਅਦਰਵਾਈਜ਼ ਤੁਹਾਨੂੰ ਹਰ ਵਾਰ ਕੁਛ ਨਾ ਕੁਛ ਚੇਂਜ ਕਰਨਾ ਪਊ। ਸੋ ਇੰਨੀਆਂ ਕੁ ਬੇਨਤੀਆਂ ਦੇ ਨਾਲ ਆਪਾਂ ਕਾਫੀ ਲੇਟ ਹੋ ਜਾਵਾਂਗੇ ਮੈਨੂੰ ਲੱਗਦਾ, ਤੇ ਤੁਸੀਂ ਬੜੇ ਧਿਆਨ ਦੇ ਨਾਲ ਸੁਣਿਆ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਹਾਂਜੀ, ਜਿਹੜੀਆਂ ਬੁੱਕਸ ਹੈਗੀਆਂ ਮੈਂ ਪਹਿਲਾਂ ਵੀ ਇਹਨਾਂ ਦੇ ਕੋਲ ਪ੍ਰੋਵਾਈਡ ਕੀਤੀਆਂ ਹੈਗੀਆਂ। ਸ਼ੰਕਰ ਜੀ ਨੇ ਮੈਨੂੰ ਰਿਕੁਐਸਟ ਕੀਤੀ ਕਿ ਇਹਨਾਂ ਨੂੰ ਕਿਤਾਬਾਂ ਦੇ ਦਿਓ। ਮੈਂ ਕਿਤਾਬਾਂ ਦੇ ਕੇ ਜਾ ਚੁੱਕਿਆ ਤੋਂ ਪਹਿਲਾਂ ਵੀ, ਤੁਸੀਂ ਇਹਨਾਂ ਤੋਂ ਲੈ ਕੇ ਪੜ੍ਹ ਸਕਦੇ ਹੋ। ਇਹਨਾਂ ਕੋਲੇ ਨਰਮੇ ਦੀ, ਹਾਂ ਨਰਮੇ ਦੀ ਹਿੰਦੀ ਪੰਜਾਬੀ ਵੀ ਆ ਗਈ ਬੁੱਕ ਇਹਨਾਂ ਕੋਲ, ਤੇ ਝੋਨੇ ਦੀ ਵੀ ਹਿੰਦੀ ਪੰਜਾਬੀ ਕਿਤਾਬ ਆਈ ਹੋਈ। ਅਗਰ ਤੁਹਾਨੂੰ ਜਿਹੜੀ ਭਾਸ਼ਾ ਚੰਗੀ ਲੱਗਦੀ ਤੁਸੀਂ ਪੜ੍ਹ ਸਕਦੇ ਹੋ। ਬਹੁਤ ਬਹੁਤ ਧੰਨਵਾਦ। ਥੈਂਕ ਯੂ।